वाहिगुरु जी का खालसा वाहिगुरु जी की फतेह। प्यारे सिखार्थियों, आओ गुरु साहब दा मूल मंत्र ਅਸੀਂ ਸਾਰੇ ਇਕੱਠੇ ਕਰੀਏ ਤੇ अपने हाथ जॉइन एंड आईज क्लोज कर लो। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं गुर प्रसाद। एक ओंकार सतनाम करता पुरख निरभव निर्वैर अकाल मूरत अजूनी स्वयं
गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद वाहेगुरु 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 वाहेगुरु। वाहिगुरु जी का खालसा वाहिगुरु जी की फतेह। प्यारे सिखियार्थियों, ਅੱਜ ਸਾਡੇ ਵਿੱਚ ਮੁੱਖ ਮਹਿਮਾਨ ਆਏ ਹਨ ਮਨਦੀਪ ਸਿੰਘ ਜੀ, ਜੋ ਕਿ ਚੰਡੀਗੜ੍ਹ ਦੇ ਜੰਪਲ ਨੇ ਤੇ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ ਸਟਾਰਟ ਕੀਤਾ GE ਕੈਪੀਟਲ ਦੇ ਨਾਲ ਤੇ ਟੌਪ ਮੋਸਟ ਕੰਪਨੀਆਂ ਤੇ ਵੀ ਵਰਕ ਕੀਤਾ, ਸਿਟੀ ਬੈਂਕ, ICICI ਬੈਂਕ, ਟਾਟਾ AUG ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਆਪਣੇ ਵਾਈਫ ਦੇ ਨਾਲ he is the founder and director of Mindscan Education, ਜੋ ਕਿ ਬੱਚਿਆਂ ਲਈ ਹੈਲਪ ਕਰਦੇ ਨੇ, ਉਹਨਾਂ ਦੀ ਹਾਇਰ ਸਟੱਡੀਜ਼ ਵਾਸਤੇ ਪਲਾਨ ਅਪ ਕਰਦੇ ਨੇ ਕਿ ਬੱਚੇ ਕਿਹੜੇ ਉੱਥੇ ਪੱਧਰ ਤੱਕ ਪਹੁੰਚਣ, ਉੱਚ ਸਿੱਖਿਆ ਪ੍ਰਾਪਤ ਕਰਨ। ਤੇ ਪਿਆਰੇ ਬੱਚਿਓ, ਜਿਸ ਤਰ੍ਹਾਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਇੱਕ ਸੁਪਨਾ ਹੈ ਕਿ ਤੁਸੀਂ ਸਾਰੇ ਸਿੱਖਿਆਰਥੀ ਆਪਣੇ ਆਪਣੇ ਉੱਚ ਟੀਚੇ ਵੱਲ ਵਧੋ ਤੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਲਓ। ਤੇ ਆਓ ਵੀਰ ਮਨਦੀਪ ਸਿੰਘ ਜੀ ਕੋਲ ਪਾਸੋਂ ਵਿਚਾਰ ਉਹਨਾਂ ਦੇ ਸਾਂਝੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਥੈਂਕ ਯੂ ਜੀ। ਮੈਨੂੰ ਵੀ ਬਹੁਤ ਖੁਸ਼ੀ ਹੈ ਇੱਥੇ ਤੁਹਾਡੇ ਸਭ ਨਾਲ ਮੈਂ ਸ਼ਾਮਲ ਹਾਂ। ਮੈਨੂੰ ਇਹ ਮੌਕਾ ਮਿਲ ਰਿਹਾ ਤੁਹਾਡੇ ਸਭ ਨਾਲ ਗੱਲ ਕਰਨ ਦਾ, ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਨ ਦਾ। ਦਮਨਪ੍ਰੀਤ ਕੌਰ ਭੈਣ ਜੀ, ਥੈਂਕ ਯੂ ਸੋ ਮਚ, ਮੈਨੂੰ ਇੱਥੇ ਤੁਸੀਂ ਬੁਲਾਇਆ, ਮੈਨੂੰ ਥੋੜਾ ਐਜੂਕੇਟ ਪੰਜਾਬ ਬਾਰੇ ਤੁਸੀਂ ਦੱਸਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਪ੍ਰਿਵਿਲੇਜ ਸਮਝਦਾ, ਬਹੁਤ ਹੀ ਆਨਰਡ ਸਮਝਦਾ ਕਿ ਅੱਜ ਮੈਨੂੰ ਇਹ ਮੌਕਾ ਮਿਲ ਰਿਹਾ। ਜਿਵੇਂ ਮੈਂ ਦੇਖ ਸਕਦਾ ਤੇ ਮੈਨੂੰ ਉਮੀਦ ਵੀ ਹੈ ਕਿ ਕਾਫੀ ਪੇਰੈਂਟਸ ਹੀ ਹੋਣਗੇ ਜੋ ਇਹ ਸੈਸ਼ਨ ਸੁਣ ਰਹੇ ਹੋਣਗੇ, ਬੱਚੇ ਤਾਂ ਹੋਣਗੇ ਹੀ। ਮੈਂ ਬਸ ਇੱਕ ਰਿਕੁਐਸਟ ਕਰਨਾ ਚਾਹੁੰਦਾ ਸ਼ੁਰੂ ਕਰਨ ਤੋਂ ਪਹਿਲੇ, ਜਿਹੜੇ ਵੀ ਪੇਰੈਂਟਸ ਨਾਲ ਨੇ, ਚਾਹੇ ਬੱਚਾ ਉਹਨਾਂ ਦੇ ਨਾਲ ਹੈ ਜਾਂ ਸਿਰਫ ਪੇਰੈਂਟਸ ਨੇ, ਜੇ ਤੁਸੀਂ ਸਿਰਫ ਜਿਹੜਾ ਚੈਟ ਹੈ ਉਸ ਵਿੱਚ ਸਿਰਫ ਇੱਕ P ਲਿਖ ਦਿਓ, ਮੈਨੂੰ ਥੋੜਾ ਆਈਡੀਆ ਲੱਗ ਜਾਏ ਕਿੰਨੇ ਕੁ ਪੇਰੈਂਟਸ ਨੇ ਸਾਡੇ ਕੋਲ। ਸੋ ਸਿਰਫ P, ਜਿਹੜੇ ਵੀ ਬੱਚੇ ਦੇ ਨਾਲ ਪੇਰੈਂਟਸ ਨੇ ਜਾਂ ਇਕੱਲੇ ਪੇਰੈਂਟਸ ਨੇ, ਜੇ ਤੁਸੀਂ ਚੈਟ ਬਾਕਸ ਵਿੱਚ ਸਿਰਫ ਲੈਟਰ P ਜਿਹੜਾ ਲਿਖ ਦਿਓਗੇ ਤਾਂ ਮੈਨੂੰ ਥੋੜਾ ਜਿਹਾ ਆਈਡੀਆ ਹੋ ਜਾਏਗਾ। ਤਾਂ ਕੋਈ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਡਿਊਰਿੰਗ ਦ ਸੈਸ਼ਨ ਮੈਂ ਸ਼ਾਇਦ ਥੋੜਾ ਵੱਖਰੀ ਕਿਸਮ ਨਾਲ ਫੋਕਸ ਕਰਨਾ ਚਾਹਾਂਗਾ ਉਹਨਾਂ ਕਰਕੇ, ਉਹਨਾਂ ਤੇ, ਜੇ ਪੇਰੈਂਟਸ ਜ਼ਿਆਦਾ ਨੇ ਘੱਟ ਨੇ ਜਿਵੇਂ ਵੀ ਹੈ। E ਨਹੀਂ P ਫॉर ਪੈਰੈਂਟ। ਜੋ ਕਾਫੀ ਪੇਰੈਂਟਸ ਹਨ, ਜੋ ਬਹੁਤ ਵਧੀਆ, ਬਹੁਤ ਪੇਰੈਂਟਸ ਐਂਡ ਚਿਲਡਰਨ, ਬਹੁਤ ਵਧੀਆ ਜੀ। ਇਹ ਬਹੁਤ ਦੇਖ ਕੇ ਖੁਸ਼ੀ ਹੋਈ, ਕਿਉਂਕਿ ਦੇਖੋ ਜੀ ਇਹ ਗੱਲ ਜਿਹੜੀ ਹੈ ਨਾ, ਜਿਹੜੇ ਜਦ ਵੀ ਅਸੀਂ ਬੱਚੇ ਦੇ ਕੈਰੀਅਰ ਦੇ ਬਾਰੇ ਗੱਲ ਕਰਦੇ ਹਾਂ ਉਸ ਵਿੱਚੋਂ ਜਾਏ ਜ਼ਿੰਦਗੀ ਜਿਹੜੀ ਹੈ, ਫਿਊਚਰ ਜਿਹੜਾ ਬੱਚੇ ਦਾ ਹੀ ਹੈ, ਪਰ ਸਭ ਤੋਂ ਜ਼ਿਆਦਾ
ਜਿਹੜਾ ਫਿਕਰ ਹੁੰਦਾ ਹੈ ਉਹ ਪੇਰੈਂਟਸ ਨੂੰ ਹੁੰਦਾ ਹੈ, ਤੇ ਜਦ ਕੱਲ ਨੂੰ ਬੱਚਾ ਕਾਮਯਾਬ ਹੁੰਦਾ ਹੈ ਆਪਣੇ ਰਸਤੇ ਵਿੱਚ ਜੋ ਉਹਨੇ ਕੰਮ ਕਰਨਾ ਹੈ, ਤੇ ਸਭ ਤੋਂ ਜ਼ਿਆਦਾ ਜਿਹੜਾ ਗਰਵ ਹੁੰਦਾ ਹੈ, ਸਭ ਤੋਂ ਜ਼ਿਆਦਾ ਜਿਹੜੀ ਪ੍ਰਾਊਡ ਫੀਲਿੰਗ ਹੁੰਦੀ ਹੈ ਉਹ ਪੇਰੈਂਟਸ ਨੂੰ ਹੀ ਹੁੰਦੀ ਹੈ। ਤਾਂ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਪੇਰੈਂਟਸ ਵੀ ਬਹੁਤ ਨੇ ਸਾਡੇ ਨਾਲ, ਤੇ ਮੈਂ ਤੁਹਾਡੇ ਨਾਲ ਆਪਣੇ ਥੋੜੇ ਐਕਸਪੀਰੀਐਂਸਸ ਸ਼ੇਅਰ ਕਰਾਂਗਾ। ਠੀਕ ਹੈ ਜੀ, ਤੁਸੀਂ ਸਭ ਬੱਚੇ ਪੇਰੈਂਟਸ ਬਹੁਤ ਵੱਖਰੇ ਵੱਖਰੇ ਬੈਕਗ੍ਰਾਉਂਡਸ ਤੋਂ, ਤੁਹਾਡੇ ਜਿਹੜੀ ਐਜੂਕੇਸ਼ਨ ਹੈ ਵੱਖਰੀ ਵੱਖਰੀ ਹੋਏਗੀ, ਬੜੀਆਂ ਚੀਜ਼ਾਂ ਵੱਖਰੀਆਂ ਹੋਣਗੀਆਂ, ਪਰ ਜੋ ਇੱਕ ਕਾਮਨ ਚੀਜ਼ ਸਾਡੇ ਸਭ ਵਿੱਚ ਹੈ ਉਹ ਇਹ ਹੈ ਕਿ ਜੀ ਅਸੀਂ ਆਪਣਾ ਜਿਹੜਾ ਫਿਊਚਰ ਹੈ, ਅਸੀਂ ਆਪਣਾ ਜਿਹੜਾ ਭਵਿੱਖ ਹੈ, ਉਹ ਅਸੀਂ ਜ਼ਿਆਦਾ ਚੰਗਾ ਬਣਾਉਣਾ ਚਾਹੁੰਦੇ ਹਾਂ, ਆਪਣੇ ਵਾਸਤੇ ਵੀ ਤੇ ਪਰਿਵਾਰ ਵਾਸਤੇ, ਰਾਈਟ। ਤਾਂ ਮੈਂ ਇਸ ਕਰਕੇ ਆਪਣੇ ਥੋੜੇ ਐਕਸਪੀਰੀਐਂਸਸ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੇ ਉਹਦੇ ਬਾਅਦ ਜੋ ਵੀ ਤੁਹਾਡੇ ਮਨ ਵਿੱਚ ਕੁਐਸਚਨਸ ਨੇ, ਕੋਈ ਡਾਊਟ ਹੈ, ਕੋਈ ਕਲੈਰੀਫਿਕੇਸ਼ਨ ਹੈ, ਤੁਸੀਂ ਜੋ ਵੀ ਜਿਵੇਂ ਵੀ ਕੋਈ ਚੀਜ਼ ਮੇਰੇ ਤੋਂ ਕਲੈਰੀਫਾਈ ਕਰਨਾ ਚਾਹੋ, ਮੈਂ ਖੁਸ਼ੀ ਉਸ ਦੇ ਉੱਤੇ ਆਪਣਾ ਜੋ ਵੀ ਮੇਰੀ ਸੋਚ ਹੈ, ਜੋ ਮੇਰੇ ਐਕਸਪੀਰੀਐਂਸਸ ਨੇ, ਉਹ ਮੈਂ ਡੈਫੀਨਿਟਲੀ ਕਰਾਂਗਾ। ਮੈਂ ਹੁਣ ਆਪਣੀ ਪ੍ਰੈਜੈਂਟੇਸ਼ਨ ਇੱਕ ਛੋਟੀ ਜਿਹੀ ਮੈਂ ਬਣਾਈ ਹੈ, ਉਹਦੇ ਨਾਲ ਸ਼ੁਰੂਆਤ ਕਰਾਂਗਾ, ਤੇ ਸਾਰੇ 3-4 ਬੇਸਿਕ ਪੁਆਇੰਟਸ ਕਵਰ ਕਰਨ ਤੋਂ ਬਾਅਦ ਫਿਰ ਅਸੀਂ ਕੁਐਸਚਨ ਆਨਸਰ ਸੈਸ਼ਨ ਤੇ ਜਾਵਾਂਗੇ। तो जिवें मेरा नाम है मनदीप सिंह बछेर, मैं करियर काउंसलर हाँ। मेरी राइश ते काम जिहड़ा दिल्ली विच है, पर असी बच्चों नूं गाइड करते हैं फ्रॉम ऑल ओवर द वर्ल्ड। अज की डेट में साडे कोल बच्चे US UK कैनेडा यूरोप सब पासियों हैं। ते जिहड़ी मेरी कंपनी है, जिवें तुसीं सुनिया होएगा, मेरी वाइफ ते मैं इकट्ठे चलाते हैं। साडे दोवां नूं कंबाइंड रफली 25 साल का एक्सपीरियंस है ਬੱਚਿਆਂ ਨੂੰ ਗਾਈਡ ਕਰਨ ਵਾਸਤੇ, ਬੱਚਿਆਂ ਨੂੰ ਹੈਲਪ ਕਰਨ ਵਾਸਤੇ ਕਿ ਉਹ ਆਪਣੇ ਕੈਰੀਅਰ ਤੇ ਹਾਇਰ ਐਜੂਕੇਸ਼ਨ ਲਈ ਕਿਸ ਤਰੀਕੇ ਨਾਲ ਪਲੈਨਿੰਗ ਕਰਨ। ਇਸ ਟਾਈਮ ਵਿੱਚ ਜਿਹੜੇ ਕੰਬਾਈਨਡ 25 ਕੁ ਸਾਲ ਦਾ ਸਾਡਾ ਕੰਮ ਹੈ, ਅਸੀਂ 20,000 ਤੋਂ ਜ਼ਿਆਦਾ ਬੱਚਿਆਂ ਨੂੰ ਗਾਈਡ ਕਰ ਚੁੱਕੇ ਹਾਂ, ਉਹਨਾਂ ਦੀ ਹੈਲਪ ਕਰ ਚੁੱਕੇ ਹਾਂ ਇਨ ਡਿਫਰੈਂਟ ਵੇਜ਼। ਕੋਈ ਬੱਚੇ ਸਿਰਫ ਗਾਈਡੈਂਸ ਚਾਹੁੰਦੇ ਨੇ ਕਿ ਜੀ ਅਸੀਂ 11ਵੀਂ ਵਿੱਚ ਜਾਂ ਕਾਲਜ ਵਿੱਚ ਕਿਹੜੇ ਸਬਜੈਕਟਸ ਪੜ੍ਹੀਏ। ਕੁਝ ਬੱਚੇ ਗਾਈਡੈਂਸ ਚਾਹੁੰਦੇ ਨੇ ਕਿ ਅੱਛਾ ਜੀ ਅਸੀਂ ਪੜ੍ਹਾਈ ਵੀ ਕਰਨੀ ਹੈ ਤੇ ਉਹਦੇ ਬਾਅਦ ਅਸੀਂ ਕਾਲਜ ਦਾਖਲਾ ਵੀ ਚਾਹੀਦਾ ਸੀ, ਤੇ ਕੁਝ ਹੁੰਦੇ ਨੇ ਜਿਹੜੇ ਆਲਰੇਡੀ ਕਾਲਜ ਵਿੱਚ ਦਾਖਲਾ ਲੈ ਚੁੱਕੇ ਹੁੰਦੇ ਨੇ, ਉਹਨਾਂ ਨੂੰ ਜੌਬ ਵਾਸਤੇ ਗਾਈਡੈਂਸ ਚਾਹੀਦੀ ਹੁੰਦੀ ਹੈ। ਤੋਂ ਸਾਰੀ ਚੀਜ਼ਾਂ ਮਿਲ ਮਿਲਾ ਕੇ ਰਫਲੀ 20,000 ਬੱਚਿਆਂ ਨੂੰ, ਸਕੂਲ ਤੇ ਕਾਲਜ ਦੇ ਬੱਚਿਆਂ ਨੂੰ ਅਸੀਂ ਗਾਈਡ ਕਰ ਚੁੱਕੇ। ਹੁਣ ਅੱਜ ਅਸੀਂ ਸਭ ਇੱਥੇ ਕਿਉਂ ਆ? ਜੇ ਤੁਸੀਂ ਇਹ ਇਮੇਜ ਦੇਖੋਗੇ, ਬੜੀ ਸਿੰਪਲ ਜੀ ਇਮੇਜ ਹੈ। ਇਹ ਜਿਹੜਾ ਬੰਦਾ ਖੜਾ ਹੈ, ਕਾਰਟੂਨ ਜਿਹੜਾ ਬਣਿਆ ਹੋਇਆ ਹੈ, ਇਹ ਤੁਹਾਡਾ ਵਿੱਚੋਂ ਕੋਈ ਵੀ ਹੋ ਸਕਦਾ ਹੈ। 20-25 ਸਾਲ ਪਹਿਲੇ ਮੈਂ ਵੀ ਐਵੇਂ ਸੀ, ਸਕੂਲ ਖਤਮ ਕੀਤਾ ਹੈ ਜਾਂ 11ਵੀਂ ਕਲਾਸ ਚ ਆ ਰਿਹਾ, ਕਾਲਜ ਚ ਆ, ਤੇ ਸਾਡੇ ਸਾਹਮਣੇ ਬਹੁਤ ਆਪਸ਼ਨਸ ਨੇ, ਪਰ ਸਾਨੂੰ ਇਹ ਸਮਝ ਨਹੀਂ ਆਉਂਦਾ ਕਿਹੜੀ ਆਪਸ਼ਨ ਅਸੀਂ ਚੁਣੀਏ ਤੇ ਕਿਹੜੀ ਆਪਸ਼ਨ ਸਾਡੇ ਵਾਸਤੇ ਸਹੀ ਹੋਏਗੀ। ਇਹ ਅਨਸਰਟਨਿਟੀ ਰਹਿੰਦੀ ਹੈ, ਇਹ ਦਿਲ ਵਿੱਚ ਡਰ ਰਹਿੰਦਾ ਹੈ, ਤੇ ਉਹਦੇ ਕਰਕੇ ਜਿਹੜਾ ਕੌਨਫੀਡੈਂਸ ਨਹੀਂ ਆਉਂਦਾ ਕਿ ਯਾਰ ਮੈਂ ਅਗਲਾ ਕਦਮ ਕੀ ਲਵਾਂ। ਆਈ ਐਮ ਸ਼ੋਰ ਜ਼ਿਆਦਾਤਰ ਤੁਸੀਂ ਜਿਹੜੇ ਅੱਜ ਸੈਸ਼ਨ ਤੇ ਆਏ ਹੋ, ਤੁਹਾਡਾ ਵੀ ਜਿਹੜਾ ਵਿਚਾਰ ਹੈ ਜਾਂ ਤੁਹਾਡੀ ਜਿਹੜੀ ਇਸ ਟਾਈਮ ਤੇ ਸਿਚੁਏਸ਼ਨ ਹੈ, ਉਹ ਇਸ ਨਾਲ ਥੋੜੀ ਬਹੁਤ ਮਿਲਦੀ ਜੁਲਦੀ ਜ਼ਰੂਰ ਹੋਈ। ਸੋ ਜਿਵੇਂ ਮੈਂ ਕਿਹਾ, ਮੈਂ ਇੱਕ ਕਹਾਣੀ ਤੁਹਾਨੂੰ ਦੱਸਾਂਗਾ, ਆਪਣਾ ਐਕਸਪੀਰੀਅੰਸ ਦੱਸਾਂਗਾ, ਜਸਟ ਟੂ ਸ਼ੇਅਰ ਵਿਦ ਯੂ ਕਿ ਜੋ ਵੀ ਤੁਹਾਡੇ ਮਨ ਵਿੱਚ ਚੱਲ ਰਿਹਾ ਹੈ ਉਹ ਬਿਲਕੁਲ ਨਾਰਮਲ ਹੈ। ਜੇ ਤੁਸੀਂ 12 13 15 ਸਾਲ 17 ਸਾਲ ਦੇ ਬੱਚੇ ਹੋ, ਇਹ ਬਿਲਕੁਲ ਨਾਰਮਲ ਹੈ ਕਿ ਤੁਸੀਂ ਅਨਡਿਸਾਈਡਡ ਹੋਵੋਗੇ, ਤੁਸੀਂ ਅਨਸ਼ੋਰ ਹੋਵੋਗੇ, ਤੁਹਾਨੂੰ ਨਹੀਂ ਪਤਾ ਹੋਏਗਾ ਕਿ ਯਾਰ ਮੈਂ ਅਗਲਾ ਕਦਮ ਕਿਵੇਂ ਲੈਣਾ। ਉਹ ਹਾਈਲਾਈਟ ਕਰਨ ਵਾਸਤੇ ਮੈਂ ਆਪਣੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦਾ। ਮੇਰੇ ਫਾਦਰ ਆਮੀਦ ਸੀਗੇ, ਔਰ ਰਿਟਾਇਰ ਹੋਏ ਹੁਣ 20-25 ਸਾਲ ਹੋ ਗਏ, ਤੇ ਮੇਰਾ ਜਿਹੜਾ ਜਨਮ ਹੋਇਆ ਉਹ ਚੰਡੀਗੜ੍ਹ ਚ ਹੋਇਆ, ਮੇਰੀ ਕਾਫੀ ਪੜ੍ਹਾਈ ਚੰਡੀਗੜ੍ਹ ਚ ਹੋਈ ਹੈ। ਤੇ ਇਹ ਦੋ ਚੀਜ਼ਾਂ ਦੇ ਇਲਾਵਾ ਕਿ ਜੀ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ, ਚੰਡੀਗੜ੍ਹ ਦਾ ਜੰਮਿਆ ਪਲਾਂ, ਤੇ ਮੈਂ ਇੱਕ ਫੌਜੀ ਦਾ ਬੇਟਾ, ਉਹਦੇ ਇਲਾਵਾ ਜਿਹੜੀ ਇੱਕ ਹੋਰ ਚੀਜ਼ ਮੈਨੂੰ ਬੜੀ ਮੈਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਤੇ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਇਹ ਗੱਲ ਕਰਕੇ ਕਿ ਮੈਂ ਸਪੋਰਟਸ ਕਾਫੀ ਖੇਡੇ ਨੇ। ਮੈਂ ਚੰਡੀਗੜ੍ਹ ਨੂੰ ਬਾਸਕਟਬਾਲ ਵਿੱਚ ਰਿਪਰੈਜ਼ੈਂਟ ਕੀਤਾ ਹੈ ਐਟ ਦ ਨੈਸ਼ਨਲ ਲੈਵਲ 2 ਵਾਰੀ, ਤੇ ਸਕੁਐਸ਼ ਜਿਹੜੀ ਗੇਮ ਹੈ ਉਸ ਵਿੱਚ ਮੈਂ ਚੰਡੀਗੜ੍ਹ ਓਪਨ ਸਕੁਐਸ਼ ਟੂਰਨਾਮੈਂਟ ਜਿਹੜਾ ਹੈ ਉਹ ਵੀ ਮੈਂ ਜਿੱਤਿਆ ਹੋਇਆ ਇੱਕ ਵਾਰ। ਸਕੂਲ ਤੋਂ ਨਿਕਲਣ ਤੋਂ ਬਾਅਦ ਹਰ ਇੱਕ ਬੰਦਾ ਆਪਣੇ ਆਪਣੇ ਵੱਲ ਚੱਲਦਾ ਹੈ, ਪੜ੍ਹਾਈ ਕਰਦਾ ਹੈ। तो जब मैं सोचना सी, मेरे दिमाग में की गल्लां आ रही सी कि यार मनदीप हुण तू
12ਵੀਂ ਪਾਸ ਕਰਨ ਲੱਗਾ ਹੈ, ਤੂੰ ਅੱਗੇ ਕੀ ਕਰ ਸਕਦਾ। ਤਾਂ ਮੇਰੇ ਮਾਈਂਡ ਵਿੱਚ ਜੋ ਸਭ ਤੋਂ ਜ਼ਿਆਦਾ ਇੱਕ ਜਿਹੜਾ ਇੱਕ ਖਿਆਲ ਸੀ ਕਿ ਯਾਰ ਮੈਂ ਵੀ ਆਪਣੇ ਫਾਦਰ ਦੇ ਵਰਗੇ ਫੌਜ ਜਾਣਾ। ਮੇਰੇ ਫਾਦਰ ਸਿਰਫ ਫੌਜ 'ਚ ਨਹੀਂ, ਕਮਾਂਡੋ ਸੀ, ਸਪੈਸ਼ਲ ਫੋਰਸਿਸ ਵਿੱਚ ਸੀਗੇ। ਤਾਂ ਉਹਨਾਂ ਦੀ ਕਹਾਣੀਆਂ ਸੁਣ ਕੇ ਮੈਂ ਵੱਡਾ ਹੋਇਆ, ਉਹਨਾਂ ਦੇ ਦੋਸਤ ਯਾਰ ਦੇਖ ਕੇ। ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਯਾਰ ਮੈਂ ਜਿਹੜਾ ਹੈ ਨਾ, ਮੈਂ ਵੀ ਫੌਜ ਜੁਆਇਨ ਕਰਾਂਗਾ, ਮੈਂ ਵੀ ਸਪੈਸ਼ਲ ਫੋਰਸਿਸ ਵਿੱਚ ਜਾਵਾਂਗਾ, ਕਿ ਯਾਰ ਕੀ ਇਹਨਾਂ ਦੀ ਸ਼ਾਨ ਹੈ, ਕੀ ਵਧੀਆ ਇਹ ਕੰਮ ਕਰਦੇ ਨੇ, ਦੇਸ਼ ਦੀ ਰੱਖਿਆ ਵੀ ਕਰਦੇ ਨੇ, ਇੰਨੇ ਵਧੀਆ ਬੰਦੇ ਨੇ। ਤਾਂ ਇਹਨਾਂ ਸਭ ਦੀਆਂ ਕਹਾਣੀਆਂ ਸੁਣ ਕੇ ਮੈਂ ਇਤਨਾ ਪ੍ਰਭਾਵਿਤ ਹੋ ਗਿਆ ਕਿ ਮੈਂ ਕਿਹਾ ਜੀ ਮੈਂ ਵੀ ਇਹੀ ਕਰਨਾ। ਠੀਕ ਹੈ ਜੀ। ਫਿਰ ਜਦ ਮੈਂ ਸਕੂਲ ਵਿੱਚ ਮੈਂ ਥੋੜਾ ਵੱਡਾ ਹੁੰਦਾ ਰਿਹਾ, 9ਵੀਂ 10ਵੀਂ ਤੱਕ ਆਇਆ, ਸਬਜੈਕਟਸ ਵੱਖਰੇ ਵੱਖਰੇ ਪੜ੍ਹੇ, ਹਿਸਟਰੀ, ਜੀਓਗ੍ਰਾਫੀ, ਫਿਜ਼ਿਕਸ, ਕੈਮਿਸਟਰੀ, ਸਾਰੇ ਸਬਜੈਕਟਸ ਪੜ੍ਹਨ ਦਾ ਮੌਕਾ ਮਿਲਿਆ। ਤੇ ਫਿਜ਼ਿਕਸ ਜਿਹੜਾ ਸਬਜੈਕਟ ਹੈ ਨਾ, ਮੈਨੂੰ ਬੜਾ ਹੀ ਪਸੰਦ ਆਉਂਦਾ ਸੀ। ਤੇ ਮੈਂ ਆਪਣੀ ਏਜ ਨਹੀਂ ਦੱਸਾਂਗਾ, ਪਰ ਜੇ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ, ਕਾਫੀ ਮੇਰੇ ਚਿੱਟੇ ਵਾਲ ਨੇ। ਤੋਂ ਜਦ ਮੈਂ ਸਕੂਲ ਵਿੱਚ ਸੀਗਾ ਨਾ, ਉਸ ਟਾਈਮ 80% ਜਿਹੜੇ ਨੰਬਰ ਸੀ ਨਾ, ਬਹੁਤ ਵਧੀਆ ਮੰਨੇ ਜਾਂਦੇ ਸੀ। ਅੱਜ ਤਾਂ 95 99% ਵੀ ਬੜੇ ਆਮ ਮਿਲ ਜਾਂਦੇ ਨੇ ਬੱਚਿਆਂ ਨੂੰ ਕਦੀ ਕਦੀ, ਪਰ ਸਾਡੇ ਟਾਈਮ ਤੇ 80% ਨੰਬਰ ਬਹੁਤ ਵਧੀਆ ਮੰਨੇ ਜਾਂਦੇ ਸੀ। ਤੇ ਮੇਰੇ ਫਿਜ਼ਿਕਸ ਵਿੱਚ ਕਦੀ ਵੀ 80% ਤੋਂ ਘੱਟ ਨੰਬਰ ਨਹੀਂ ਆਏ। ਮੇਰੇ ਨੰਬਰ ਚੰਗੇ ਆਉਂਦੇ ਸੀ, ਮੈਨੂੰ ਸਬਜੈਕਟ ਬਹੁਤ ਜ਼ਿਆਦਾ ਪਸੰਦ ਸੀ। ਮੈਂ ਇੱਕ ਹੋਸਟਲ 'ਚ ਪੜ੍ਹਦਾ ਸੀ ਚੰਡੀਗੜ੍ਹ ਵਿੱਚ, ਤੇ ਉੱਥੇ ਆਪਣੇ ਸਾਰੇ ਕਲਾਸਮੇਟਸ ਨੂੰ ਵੀ ਫਿਜ਼ਿਕਸ ਮੈਂ ਹੀ ਪੜ੍ਹਾਉਂਦਾ ਸੀ। ਇੰਨਾ ਮੈਨੂੰ ਸਮਝ ਆਉਂਦਾ ਸੀ, ਉਹ ਸਬਜੈਕਟ ਇੰਨਾ ਪਸੰਦ ਸੀ, ਤੇ ਇੰਨਾ ਮੇਰਾ ਉਸ ਵਿੱਚ ਇੰਟਰਸਟ ਸੀ। ਪਰ ਕਲਾਸ 11 ਵਿੱਚ ਮੈਨੂੰ ਕਿਸੇ ਨੇ ਸਲਾਹ ਦਿੱਤੀ ਹੈ, ਪਤਾ ਨਹੀਂ ਕਿਵੇਂ, ਰੱਬ ਦੀ ਮਿਹਰ ਸੀ, ਮੇਰੇ ਦਿਮਾਗ 'ਚ ਆਇਆ ਕਿ ਨਹੀਂ ਜੀ ਮੈਂ ਕਾਮਰਸ ਲੈਣੀ ਹੈ। ਤਾਂ ਮੈਂ ਕਾਮਰਸ ਕਲਾਸ 11 ਵਿੱਚ ਪੜ੍ਹਨੀ ਸ਼ੁਰੂ ਕੀਤੀ, ਤੇ ਅਕਾਊਂਟਸ ਨਾਲ ਮੈਨੂੰ ਬੇਹੱਦ ਜ਼ਿਆਦਾ ਇੰਟਰਸਟ ਆ ਗਿਆ। ਮੈਂ ਹਮੇਸ਼ਾ ਅਕਾਊਂਟਸ ਪ੍ਰੈਕਟਿਸ ਕਰਦਾ ਰਹਿੰਦਾ ਸੀ। ਮੈਨੂੰ ਇਹ ਸੀ ਕਿ ਜੀ ਮੈਂ ਤਾਂ ਚਾਰਟਰਡ ਅਕਾਊਂਟੈਂਟ ਬਣਨਾ ਹੈ, ਇੰਨਾ ਵਧੀਆ ਇਹ ਕਰੀਅਰ ਹੈ, ਇੰਨੀ ਰਿਸਪੈਕਟ ਮਿਲਦੀ ਹੈ ਇਸ ਵਿੱਚ, ਪੈਸਾ ਤਾਂ ਹੈ ਹੀ ਹੈ। ਤਾਂ ਮੈਨੂੰ ਇਹ ਸੀ ਕਿ ਜੀ ਮੈਂ ਤਾਂ ਚਾਰਟਰਡ ਅਕਾਊਂਟੈਂਸੀ ਕਰਨੀ ਹੈ। ਤਾਂ ਚੰਡੀਗੜ੍ਹ ਤੋਂ ਮੈਂ ਦਿੱਲੀ ਆਇਆ। ਦਿੱਲੀ ਯੂਨੀਵਰਸਿਟੀ ਦੇਸ਼ ਦੀ ਅਮੰਗਸਟ ਦ ਬੈਸਟ ਯੂਨੀਵਰਸਿਟੀਜ਼ ਹੈ। ਉੱਥੋਂ ਮੈਂ ਬੀਕਾਮ ਆਨਰਸ ਕੀਤੀ। ਪਰ ਸੈਕੰਡ ਜਾਂ ਥਰਡ ਈਅਰ ਪਹੁੰਚਦੇ ਮੈਨੂੰ ਪਤਾ ਨਹੀਂ ਫਿਰ ਕੀ ਦਿਮਾਗ 'ਚ ਆਇਆ, ਮੈਂ ਕਿਹਾ ਨਹੀਂ ਯਾਰ ਚਾਰਟਰਡ ਅਕਾਊਂਟੈਂਸੀ ਨਹੀਂ ਕਰ, ਇਹ ਨਾ ਬੜਾ ਹੀ ਬੋਰਿੰਗ ਜਿਹਾ ਕੰਮ ਹੈ, ਪੂਰਾ ਦਿਨ ਬਸ ਬੈਠੇ ਰਹੋ ਕਿਤਾਬਾਂ ਦੇ ਨਾਲ, ਗਿਣਤੀਆਂ ਕਰੀ ਜਾਓ, ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਤਾਂ ਮੈਂ ਕਿਹਾ ਜੀ ਮੈਂ ਇਹਦੇ ਬਾਅਦ MBA ਕਰਾਂ। ਤਾਂ ਮੈਂ MBA ਕੀਤੀ, ਤੇ ਉਹਦੇ ਬਾਅਦ ਜਿਵੇਂ ਮੇਰੇ ਇੰਟਰੋਡਕਸ਼ਨ ਵਿੱਚ ਹੀ ਦੱਸਿਆ ਗਿਆ, ਮੈਂ ਕਾਫੀ ਇੰਡੀਅਨ ਤੇ ਫੋਰਨ ਕੰਪਨੀਜ਼ ਨਾਲ ਕੰਮ ਕੀਤਾ। 12 ਸਾਲ ਮੈਂ ਕੰਮ ਕੀਤਾ। ਮੇਰਾ ਲਾਸਟ ਜੌਬ ਜਿਹੜਾ ਸੀ ਟਾਟਾ AIG ਇੰਸ਼ੋਰੈਂਸ ਵਾਸਤੇ, ਮੈਂ ਪੂਰਾ ਨਾਰਥ ਇੰਡੀਆ ਸੰਭਾਲ ਰਿਹਾ ਸੀ। ਹੁਣ ਇਹ ਜਿਹੜੀ ਕਹਾਣੀ ਹੈ, ਇਸ ਤੋਂ ਮੈਂ ਕੀ ਚਾਹੁੰਦਾ ਕਿ ਤੁਸੀਂ ਇਸ ਤੋਂ ਸਮਝੋ, ਤੁਸੀਂ ਇਸ ਤੋਂ ਕੀ ਮੋਰਲ ਜਿਹੜਾ ਹੁੰਦਾ ਹੈ ਉਹ ਤੁਸੀਂ ਕੀ ਲਓ। ਉਹ ਇਹ ਹੈ, ਪਹਿਲੀ ਗੱਲ ਇਹ ਹੈ ਕਿ ਜੋ ਵੀ ਤੁਸੀਂ ਅੱਜ ਸੋਚ ਰਹੇ ਹੋ, ਜੇ ਕੱਲ ਨੂੰ ਤੁਹਾਡਾ ਮਾਈਂਡ ਚੇਂਜ ਹੁੰਦਾ ਹੈ, ਇਟਸ ਐਬਸੋਲੂਟਲੀ ਓਕੇ। ਜੇ ਤੁਸੀਂ ਦੇਖੋ, ਮੈਂ ਆਪਣੀ ਜਿਹੜੀ ਕਹਾਣੀ ਦੱਸੀ, 8ਵੀਂ 9ਵੀਂ ਤੱਕ ਆਈ ਵਾਂਟਡ ਟੂ ਜੁਆਇਨ ਦੀ ਆਰਮੀ। ਇਹ ਜੀ ਮੇਰੇ ਫਾਦਰ ਫੌਜ ਵਿੱਚ ਸੀ, ਮੈਂ ਵੀ ਫੌਜ ਜੁਆਇਨ ਕਰ। ਫਿਰ ਮੈਨੂੰ 9ਵੀਂ 10ਵੀਂ 'ਚ ਫਿਜ਼ਿਕਸ ਨਾਲ ਬੜਾ ਪਿਆਰ ਹੋਇਆ। ਸੋ ਮੇਰਾ ਮਾਈਂਡ ਹੋ ਗਿਆ ਕਿ ਅੱਛਾ ਜੀ ਮੈਂ ਫਿਜ਼ਿਕਸ ਅੱਗੇ ਪੜਾਂਗਾ, ਕੁਝ ਪਤਾ ਨਹੀਂ ਇੰਜੀਨੀਅਰਿੰਗ ਕਰਾਂਗਾ, ਸਾਇੰਟਿਸਟ ਬਣਾਂਗਾ। ਬਟ ਫਿਜ਼ਿਕਸ ਮੇਰੇ ਲਈ ਬਹੁਤ ਹੀ ਇੱਕ ਚੰਗਾ ਸਬਜੈਕਟ ਸੀ, ਨੰਬਰ ਵੀ ਚੰਗੇ ਆਉਂਦੇ ਸੀ, ਇੰਟਰਸਟ ਵੀ ਬੜਾ ਸੀ। 11ਵੀਂ 'ਚ ਉਹੀ ਚੀਜ਼ ਕਾਮਰਸ ਨਾਲ ਹੋ ਗਈ, ਅਕਾਊਂਟਸ ਇੰਨਾ ਪਸੰਦ ਆਉਣ ਲੱਗਿਆ ਮੈਨੂੰ, ਨੰਬਰ ਵੀ ਚੰਗੇ ਆਉਂਦੇ ਸੀ, ਸਭ ਕੁਝ ਹੋਇਆ। ਕਾਲਜ ਵਿੱਚ ਮੈਂ ਬੀਕਾਮ ਦੇ ਟਾਈਮ ਤੇ ਮੈਨੂੰ ਪਹਿਲੇ ਮਾਈਂਡ ਸੀ ਕਿ ਯਾਰ ਮੈਂ ਚਾਰਟਰਡ ਅਕਾਊਂਟੈਂਟ ਬਣਾਂਗਾ, ਪਰ ਫਿਰ ਮੈਂ ਅਲਟੀਮੇਟਲੀ MBA ਕੀਤੀ। ਤੇ ਜਿਹੜਾ ਮੈਂ ਕੰਮ ਕੀਤਾ ਨਾ ਸਾਰਾ 12-13 ਸਾਲ ਇੰਨੀ ਕੰਪਨੀਆਂ ਵਿੱਚ, ਉਹ ਸੇਲਸ ਦਾ ਕੰਮ ਕੀਤਾ। ਮੈਂ ਕੋਈ ਫਾਈਨੈਂਸ ਦਾ ਕੰਮ ਨਹੀਂ ਕੀਤਾ, ਕੋਈ ਮੈਂ ਅਕਾਊਂਟਿੰਗ ਦਾ ਕੰਮ ਨਹੀਂ ਕੀਤਾ, ਮੈਂ ਸੇਲਸ ਦੀ ਨੌਕਰੀ ਕੀਤੀ ਹੈ। ਕੰਪਨੀਆਂ, ਵੱਡੀ ਤੋਂ ਵੱਡੀ ਕੰਪਨੀਆਂ, ਰਿਲਾਇੰਸ, ਟਾਟਾ, ਬਿਰਲਾ ਮੇਰੇ ਕਸਟਮਰਸ ਰਹੇ ਨੇ, ਤੇ ਇੰਡੀਵਿਜੂਅਲ ਬੰਦੇ ਵੀ ਮੇਰੇ ਕਸਟਮਰ ਰਹੇ ਨੇ। तो मैं हाईलाइट ये करना चाहता ਤੁਹਾਡੇ ਸਭ ਨੂੰ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੀ ਤੁਸੀਂ ਅੱਜ ਜੋ ਡਿਸੀਜਨ ਲੈ ਰਹੇ ਹੋ ਉਹੀ ਇੱਕ ਡਿਸੀਜਨ ਹੈ ਜੋ ਪੂਰੀ ਜ਼ਿੰਦਗੀ ਤੁਹਾਡੇ ਨਾਲ ਰਹਿਣਾ। ਵਾਟ ਇਜ਼ ਇੰਪੋਰਟੈਂਟ ਇਜ਼ ਕਿ ਤੁਹਾਨੂੰ ਸਮਝ ਹੋਣਾ ਚਾਹੀਦਾ ਹੈ, ਤੁਹਾਨੂੰ ਖੁਦ ਲਈ ਪਤਾ ਹੋਣਾ ਚਾਹੀਦਾ ਹੈ ਯਾਰ ਮੈਂ ਜੋ ਕਰਨ ਜਾ ਰਿਹਾ ਹਾਂ, ਮੈਂ ਜੋ ਕਰਨ ਜਾ ਰਹੀ ਹਾਂ, ਉਹ ਮੈਂ ਕਿਉਂ ਕਰ ਰਹੀ ਹਾਂ ਤੇ ਇਸ ਨਾਲ ਮੈਂ ਕੀ ਹਾਸਿਲ ਕਰਨਾ ਚਾਹੁੰਦਾ। ਸਿਰਫ ਜੇ ਕੋਈ ਸਬਜੈਕਟ ਤੁਹਾਡੇ ਨੰਬਰ ਆ ਰਹੇ ਨੇ, ਉਹਦਾ ਇਹ ਮਤਲਬ ਨਹੀਂ ਹੈ ਕਿ ਉਹੀ ਸਬਜੈਕਟ ਤੁਹਾਡੇ ਵਾਸਤੇ ਬੈਸਟ। ਕੋਈ ਚੀਜ਼ ਤੁਹਾਨੂੰ ਮਜ਼ਾ ਆਉਂਦਾ ਹੈ, ਚੰਗੀ ਗੱਲ ਹੈ, ਬਟ ਅਗੇਨ ਉਹਦਾ ਗਾਰੰਟੀਡ ਇਹ ਮਤਲਬ ਨਹੀਂ ਹੈ ਕਿ ਜੀ ਕਿਉਂਕਿ ਮੈਂ ਇਹ ਸਬਜੈਕਟ ਪਸੰਦ ਕਰਦੀ ਹਾਂ, ਮੈਂ ਇਹਨੂੰ ਪੜ੍ਹਨਾ ਚਾਹੁੰਦੀ ਹਾਂ, ਦੈਟ ਮੀਨਸ ਅੱਗੇ ਇਹ ਕਰੀਅਰ
ਵਿੱਚ ਆਣਾ ਹੀ ਆਣਾ ਹੈ। ਕੋਈ ਨਾ ਕੋਈ ਚੀਜ਼ ਕਿਸਮਤ ਤੇ ਛੱਡੋ, ਵਾਹਿਗੁਰੂ ਹੈ, ਰੱਬ ਹੈ, ਉਹ ਤੁਹਾਨੂੰ ਸਹੀ ਟਾਈਮ ਤੇ ਗਾਈਡੈਂਸ ਹੀ ਕਰਨਗੇ। ਤੁਸੀਂ ਸਿਰਫ ਕੀ ਕਰਨਾ ਐਜ਼ ਅ ਸਟੂਡੈਂਟ, ਐਜ਼ ਅ ਪੈਰੈਂਟ, ਤੁਸੀਂ ਬਸ ਆਪਣਾ ਮਾਈਂਡ ਜਿਹੜਾ ਨਾ ਓਪਨ ਰੱਖ। ਤੁਸੀਂ ਕਹਿਣਾ ਜੀ ਮੈਂ ਨਵੀਂ ਚੀਜ਼ਾਂ ਸਿੱਖਣ ਨੂੰ ਤਿਆਰ ਹਾਂ, ਮੈਂ ਨਵੇਂ ਐਕਸਪੀਰੀਐਂਸਿਸ ਲੈਣ ਨੂੰ ਤਿਆਰ ਹਾਂ, ਤੇ ਉਹਨਾਂ ਤੋਂ ਜੋ ਵੀ ਮੈਂ ਸਿੱਖਾਂਗਾ, ਕੁਝ ਚੰਗਾ ਸਿੱਖਾਂਗਾ, ਕੁਝ ਸ਼ਾਇਦ ਬੁਰਾ ਸਿੱਖਾਂਗਾ, ਪਰ ਮੈਂ ਸਿੱਖਾਂਗਾ ਜ਼ਰੂਰ। ਤੇ ਫਿਰ ਉਹਦੇ ਬਾਅਦ ਮੈਂ ਡਿਸਾਈਡ ਕਰਾਂਗਾ ਕਿ ਯਾਰ ਮੈਂ ਕੀ ਕਰਨਾ ਚਾਹੁੰਦਾ, ਕਿਵੇਂ ਕਰਨਾ ਚਾਹੁੰਦਾ। ਸੋ ਜੇ ਮੈਂ ਆਪਣੇ ਲਾਈਫ ਤੋਂ ਕੋਈ ਵੀ ਐਕਸਪੀਰੀਅੰਸ ਸ਼ੇਅਰ ਕਰ ਸਕਦਾ, ਦੈਟ ਇਜ਼ ਦਿਸ। ਪਲੀਜ਼ ਆਪਣੇ ਉੱਤੇ ਜਾਂ ਆਪਣੇ ਬੱਚਿਆਂ ਦੇ ਉੱਤੇ ਇਹ ਪ੍ਰੈਸ਼ਰ ਨਹੀਂ ਪਾਓ ਕਿ ਯਾਰ ਤੁਸੀਂ ਅੱਜ ਹੀ ਡਿਸਾਈਡ ਕਰਨਾ ਹੈ ਤੇ ਅੱਜ ਹੀ ਇਹ ਸਾਰਾ ਕੁਝ ਹੋਣਾ ਹੈ। ਇਹੋ ਜਿਹਾ ਬਿਲਕੁਲ ਨਹੀਂ ਹੈ। ਬੱਚੇ ਨੂੰ ਟਾਈਮ ਦਿਓ, ਬੱਚੇ ਨੂੰ ਡਿਸਾਈਡ ਕਰਨ ਦਿਓ, ਬੱਚੇ ਨੂੰ ਚੀਜ਼ਾਂ ਟਰਾਈ ਕਰਨ ਦਿਓ। ਬਿਲਕੁਲ ਠੀਕ ਹੈ, ਬਹੁਤ ਉਹਨਾਂ ਕੋਲ ਜੋ 6 ਮਹੀਨੇ ਇੱਕ ਚੀਜ਼ ਟਰਾਈ ਕਰਕੇ ਫਿਰ ਕੋਈ ਦੂਜੀ ਚੀਜ਼ ਕਰਦੇ ਨੇ, ਉਸ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਅਲਟੀਮੇਟਲੀ ਐਜ਼ ਅ ਪੈਰੈਂਟ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਇਹ ਚਾਹੁੰਦੇ ਹੋ ਕਿ ਜੀ ਮੇਰਾ ਬੱਚਾ, ਮੇਰੀ ਬੇਟੀ ਜੋ ਵੀ ਕਰੇ ਉਸ ਨਾਲ ਉਹਨੂੰ ਖੁਸ਼ੀ ਮਿਲੇ, ਉਸ ਵਿੱਚ ਉਹਦੀ ਕਾਬਲੀਅਤ ਹੋਏ, ਤੇ ਉਸ ਵਿੱਚ ਉਹ ਅੱਗੇ ਜਾ ਕੇ ਸਫਲਤਾ ਹਾਸਿਲ ਕਰੇ, ਖੁਸ਼ ਹੋਏ, ਰਾਈਟ। ਅਗਲੀ ਗੱਲ ਜਿਹੜੀ ਅਸੀਂ ਦੇਖਣੀ ਆ ਉਹ ਇਹ ਹੈ, ਹਰੇਕ ਬੱਚਾ ਵੱਖਰਾ ਹੈ। ਜੇ ਤੁਹਾਡਾ ਵੱਡਾ ਭਰਾ, ਵੱਡੀ ਭੈਣ ਲੈਟਸ ਸੇ ਜੀ ਮੈਥ ਵਿੱਚ ਬੜੀ ਚੰਗੀ ਸੀ, ਇਹਦਾ ਇਹ ਮਤਲਬ ਨਹੀਂ ਕਿ ਜੀ ਤੁਸੀਂ ਵੀ ਮੈਥ ਵਿੱਚ ਚੰਗੇ ਹੋ। ਮੇਰਾ ਵੱਡਾ ਭਰਾ, ਉਹਨੇ ਇੰਜੀਨੀਅਰਿੰਗ ਕੀਤੀ, ਇੰਨੀ ਉਹ ਮਿਹਨਤ ਕਰਦਾ, ਇੰਨੀ ਮਿਹਨਤ ਕਰਦਾ, ਉਹਨੇ ਸਾਇੰਸ ਕੀਤੀ, ਇੰਜੀਨੀਅਰਿੰਗ ਕੀਤੀ, ਮੈਂ ਨਹੀਂ ਕਰ ਸਕਦਾ। ਤੋ ਤੁਸੀਂ ਇਹ ਦੇਖਣਾ ਹੈ ਕਿ ਯਾਰ ਤੁਹਾਡੇ ਵਿੱਚ ਉਹ ਕੀ ਖਾਸ ਗੱਲ ਹੈ, ਕਿਹੜੀ ਉਹ ਇਹੋ ਜਿਹੀ ਚੀਜ਼ ਹੈ ਜਿਸ ਵਿੱਚ ਤੁਸੀਂ 10 ਆਊਟ ਆਫ 10 ਹੋ। ਡੂ ਨਾਟ ਗੋ ਵਿਦ ਸਮਵਨ ਐਲਸ। ਇਹ ਨਹੀਂ ਦੇਖੋ ਕਿ ਯਾਰ ਮੇਰਾ ਵੱਡਾ ਭਰਾ, ਵੱਡੀ ਭੈਣ, ਮੇਰੇ ਫਾਦਰ ਮਦਰ ਜਾਂ ਜੋ ਵੀ ਨੇ ਜੀ, ਉਹ ਕਿਸ ਚੀਜ਼ ਚੰਗੇ ਸੀ ਤਾਂ ਮੈਨੂੰ ਵੀ ਉਸੇ ਚੀਜ਼ ਚੰਗਾ ਹੋਣਾ ਚਾਹੀਦਾ। ਇਹੋ ਜੀ ਕੋਈ ਗੱਲ ਨਹੀਂ ਹੈ। ਥੋੜਾ ਆਪਣੇ ਉੱਤੇ ਟਾਈਮ ਇਨਵੈਸਟ ਕਰੋ ਤੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਹੜੀ ਚੀਜ਼, ਕਿਹੜੇ ਡਾਇਰੈਕਸ਼ਨ ਵਿੱਚ ਤੁਸੀਂ ਬੈਸਟ ਹੋ ਸਕਦੇ, ਉਸ ਲਈ ਥੋੜਾ ਟਾਈਮ ਲਗਾਉਣਾ ਪੈਂਦਾ। ਠੀਕ ਹੈ ਜੀ। ਹੁਣ ਕਾਉਂਸਲਿੰਗ ਜ਼ਰੂਰੀ ਕਿਉਂ ਹੈ? ਜੋ ਅਸੀਂ ਅੱਜ ਗੱਲ ਕਰ ਰਹੇ ਹਾਂ ਕਾਉਂਸਲਿੰਗ ਜਾਂ ਕਿਸੇ ਇੱਕ ਤਰੀਕੇਵਾਰ ਤੁਹਾਨੂੰ ਗਾਈਡੈਂਸ ਦੇਣਾ, ਉਹ ਜ਼ਰੂਰੀ ਕਿਉਂ ਹੈ? ਹਰੇਕ ਬੱਚਾ ਆਪਣੇ ਫਿਊਚਰ ਦੇ ਬਾਰੇ ਸੋਚਦਾ ਹੈ, ਕਹਿੰਦਾ ਜੀ ਮੈਂ ਵੱਡਾ ਹੋਵਾਂਗਾ, ਆਪਣਾ ਫਿਊਚਰ ਮੈਂ ਸੈਟਲ ਹੋਣਾ, ਫਿਰ ਮੇਰੀ ਫੈਮਿਲੀ ਹੋਏਗੀ ਤੇ ਮੈਂ ਫੈਮਿਲੀ ਦਾ ਧਿਆਨ ਰੱਖਾਂ। ਹੁਣ ਸਿੱਖੀ ਵਿੱਚ ਵੀ ਇਹੀ ਗੁਰੂ ਸਾਹਿਬ ਨੇ ਕਿਹਾ, ਅਸੀਂ 3 ਚੀਜ਼ਾਂ ਦਾ ਸਾਨੂੰ ਜਦ ਤੋਂ ਅਸੀਂ ਛੋਟੇ ਸੀ ਸਾਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਜੀ ਇੱਕ ਤੁਸੀਂ ਨਾਮ ਜਪਣਾ, ਇੱਕ ਤੁਸੀਂ ਕੀਰਤ ਕਰਨਾ, ਇੱਕ ਤੁਸੀਂ ਵੰਡ ਛਕਣਾ। ਮੇਰੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਮੈਂ ਤਦ ਇਸ ਲਾਇਕ ਹੋਵਾਂਗਾ, ਤਦ ਮੈਂ ਕਾਬਿਲ ਹੋਵਾਂਗਾ ਕਿ ਮੈਂ ਦੂਜਿਆਂ ਦਾ ਖਿਆਲ ਰੱਖਾਂ, ਮੈਂ ਵੰਡ ਛਕਾਂ, ਮੈਂ ਸਰਬਤ ਦਾ ਭਲਾ ਕਰਾਂ। ਪਰ ਉਸ ਤੋਂ ਪਹਿਲੇ ਮੈਨੂੰ ਖੁਦ ਦਾ ਵੀ ਤਾਂ ਖਿਆਲ ਰੱਖਣਾ ਹੈ। ਤੇ ਖੁਦ ਦਾ ਖਿਆਲ ਰੱਖਣ ਦਾ ਮਤਲਬ ਹੈ ਕਿ ਮੈਂ ਆਪਣੇ ਫਿਊਚਰ, ਮੈਂ ਆਪਣੇ ਕੈਰੀਅਰ ਦੇ ਬਾਰੇ ਸੋਚਣਾ ਹੈ, ਮੈਂ ਆਪਣੇ ਆਪ ਨੂੰ ਇੰਨਾ ਲਾਇਕ ਬਣਾਉਣਾ ਹੈ, ਮੈਂ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਉਣਾ ਹੈ ਕਿ ਫਿਰ ਜੋ ਵੀ ਰੱਬ ਨੇ ਮੇਰੇ ਤੇ ਮਿਹਰ ਬਖਸ਼ੀ ਹੈ, ਜੋ ਵੀ ਰੱਬ ਨੇ ਮੈਨੂੰ ਓਪਰਚੁਨਿਟੀਜ਼ ਦਿੱਤੀਆਂ ਨੇ, ਉਹ ਫਿਰ ਮੈਂ ਦੂਜਿਆਂ ਨਾਲ ਸ਼ੇਅਰ। ਸੋ ਜਦ ਤੁਸੀਂ ਐਸ ਕਲਾਸ 10 ਸਟੂਡੈਂਟਸ, 11 ਕਾਲਜ ਵਿੱਚ ਹੋ, ਜਿੱਥੇ ਵੀ ਤੁਸੀਂ ਹੋ, ਸਭ ਤੋਂ ਪਹਿਲੇ ਇਹ ਦੇਖੋ ਕਿ ਯਾਰ ਰੱਬ ਨੇ ਜੋ ਵੀ ਤੁਹਾਨੂੰ ਦਿੱਤਾ ਹੈ ਤੁਹਾਡੀ ਪਰਿਵਾਰ ਵਿੱਚ, ਤੁਹਾਨੂੰ ਉਹਦਾ ਸ਼ੁਕਰ ਮਨਾਓ ਤੇ ਉਹਦੇ ਨਾਲ ਬੈਸਟ ਪੋਸੀਬਲ ਆਪਣੇ ਆਪ ਨੂੰ ਕਾਬਿਲ ਬਣਾਓ, ਤੇ ਫਿਰ ਹੀ ਤੁਸੀਂ ਅੱਗੇ ਜਾ ਕੇ ਬਾਕੀ ਜਿਹੜੇ ਸਿੱਖੀ ਦੇ ਮਾਰਗ ਨੇ ਕਿ ਜੀ ਤੁਸੀਂ ਸਰਬਤ ਦਾ ਭਲਾ ਕਰਨਾ ਹੈ, ਬਾਕੀ ਚੀਜ਼ਾਂ ਦਸਵੰਧ ਕੱਢਦੇ ਬੜੇ ਲੋਕ, ਕੁਝ ਲੋਕ ਟਾਈਮ ਦਿੰਦੇ ਨੇ, ਉਹ ਸਾਰਾ ਫਿਰ ਤੁਸੀਂ ਕਰ ਪਾਓਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਦੇ ਬਗੈਰ ਕਰ ਨਹੀਂ ਸਕਦੇ, ਬਿਲਕੁਲ ਕਰ ਸਕਦੇ ਹੋ, ਬੱਚਾ ਵੀ ਕਰ ਸਕਦਾ, ਪਰ ਜੇ ਤੁਸੀਂ ਖੁਦ ਨੂੰ ਕਾਬਿਲ ਬਣਾਓਗੇ ਤੇ ਫਿਰ ਤੁਸੀਂ ਇਹ ਸਾਰਾ ਕੁਝ ਜ਼ਿਆਦਾ ਕਰ ਪਾਓਗੇ, ਜ਼ਿਆਦਾ ਲੋਕਾਂ ਨੂੰ ਤੁਸੀਂ ਇੰਪੈਕਟ ਕਰ। ਇਹ ਮੇਰਾ ਸੋਚਣਾ ਹੈ ਤੇ ਆਈ ਹੋਪ ਕਿ ਜਿਹੜੀ ਇਹ ਮੇਰੀ ਗੱਲ ਹੈ ਤੁਹਾਡੇ ਸਭ ਨੂੰ ਚੰਗੀ ਲੱਗੀ ਹੋਏ ਤੇ ਮੈਂ ਤੁਹਾਨੂੰ ਕਲੀਅਰਲੀ ਸਮਝਾ ਪਾ ਸਕਿਆ। ਹੁਣ ਇਹ ਮੈਂ ਤੁਹਾਨੂੰ ਦੱਸਦਾ ਕਿ ਚਲੋ ਜੀ ਕਨਫਿਊਜ਼ਨ ਹੁੰਦੀ ਹੈ, ਆਪਣੀ ਥੋੜੀ ਜਿਹੀ ਕਹਾਣੀ ਦੱਸਦੀ, ਤੁਹਾਡੇ ਚੋਂ ਕੁਛਾਂ ਨੂੰ ਵੀ ਸ਼ਾਇਦ ਲੱਗ ਰਿਹਾ ਹੋਵੇ ਅੱਛਾ ਹਾਂ ਯਾਰ ਸਾਡੇ ਵੀ ਦਿਮਾਗ ਵਿੱਚ ਵੱਖਰੀ ਚੀਜ਼ਾਂ ਆਉਂਦੀਆਂ ਨੇ। ਤੁਸੀਂ ਸ਼ਾਇਦ ਕੁਝ ਲੋਕ ਸੋਚ ਰਹੇ ਹੋ ਠੀਕ ਹੈ ਜੀ ਇਹ ਤੁਸੀਂ ਆਪਣੀ ਕਹਾਣੀ ਤਾਂ ਦੱਸਦੀ, ਪਰ ਇਹਨੂੰ ਦੱਸੋ ਅਸੀਂ ਕਰੀਏ ਅੱਗੇ ਕਿਵੇਂ ਵਧਣਾ ਹੈ। ਤਾਂ ਇਸ ਲਈ ਮੈਂ ਉਹਨੂੰ ਕਹਿ ਰਿਹਾ ਹੁਣ ਸੋਲੂਸ਼ਨ ਕੀ ਹੈ। ਜਿਸ ਵੀ ਸਟੇਜ ਤੇ ਤੁਸੀਂ ਹੋ, ਸਕੂਲ ਵਿੱਚ ਹੋ, ਕਾਲਜ ਵਿੱਚ ਹੋ, ਪੇਰੈਂਟਸ ਹੋ, ਹੁਣ ਤੁਸੀਂ
ਅੱਗੇ ਕਿਵੇਂ ਵੱਧ ਸਕਦੇ ਹੋ, ਸੋਲੂਸ਼ਨ ਦੇ ਉੱਤੇ ਥੋੜੀ ਜਿਹੀ ਦੇਰ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਇਹ ਹੈ, ਇਹ ਸਵਾਲ ਤੁਸੀਂ ਸਭ ਨੇ ਆਪਣੇ ਆਪ ਨੂੰ ਪੁੱਛਣਾ ਹੈ ਜਦ ਵੀ ਤੁਸੀਂ ਕੁਝ ਡਿਸੀਜਨ ਲੈਂਦੇ ਹੋ ਕਿ ਯਾਰ ਮੈਂ ਅੱਗੇ ਕੀ ਕਰਨਾ ਹੈ। ਨਾਰਮਲੀ 10th ਦੇ ਬਾਅਦ ਹੁੰਦਾ ਹੈ 11th ਵਿੱਚ ਕਿ ਜੀ ਕਿਹੜੇ ਸਬਜੈਕਟ ਚੂਜ਼ ਕਰਨੇ ਨੇ, 12ਵੀਂ ਦੇ ਬਾਅਦ ਹੁੰਦਾ ਜੀ ਕਿਹੜਾ ਮੈਂ ਕੋਰਸ ਕਰਨਾ ਹੈ ਕਾਲਜ ਵਿੱਚ, ਜੇ ਤੁਸੀਂ ਕਾਲਜ ਦੀ ਪੜ੍ਹਾਈ ਕਰ ਰਹੇ ਹੋ ਫਿਰ ਹੁੰਦਾ ਕਿ ਜੀ ਮੈਂ ਜੌਬ ਕਿਵੇਂ ਕਰਾਂ। ਸੋ ਡਿਸੀਜਨਸ ਬੜੇ ਨੇ। ਮੈਂ ਬਸ ਇੱਕ ਸਵਾਲ ਸਿੰਪਲ ਜਿਹਾ ਤੁਹਾਨੂੰ ਪੁੱਛਣਾ ਚਾਹੁੰਦਾ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਜਦ ਵੀ ਤੁਸੀਂ ਕੋਈ ਚੁਆਇਸ ਬਣਾ ਰਹੇ ਹੋ ਤੁਸੀਂ ਚੂਜ਼ ਕਰ ਕੀ ਰਹੇ ਹੋ, ਤੁਸੀਂ ਇੱਕ ਕੈਰੀਅਰ ਚੂਜ਼ ਕਰ ਰਹੇ ਹੋ ਜਾਂ ਸਟਰੀਮ ਚੂਜ਼ ਕਰ ਰਹੇ ਹੋ। ਮੈਂ ਇਹਨਾਂ ਦੋਵਾਂ ਵਰਡਸ ਦਾ ਮਤਲਬ ਵੀ ਸਮਝਾ। ਸਟਰੀਮ ਹੁੰਦਾ ਹੈ ਜਿਹੜਾ ਮਤਲਬ ਕਿਹੜੇ ਸਬਜੈਕਟਸ, ਉਹ ਪੜ੍ਹਾਈ ਨਾਲ ਲਿੰਕਡ ਹੈ ਕਿ ਜੀ ਮੈਂ ਕਾਮਰਸ ਸਟਰੀਮ ਲੈ ਰਿਹਾ, ਮੈਂ ਮੈਡੀਕਲ ਸਟਰੀਮ ਲੈ ਰਿਹਾ, ਮੈਂ ਇੰਜੀਨੀਅਰਿੰਗ ਦੀ ਸਟਰੀਮ ਲੈ ਰਿਹਾ ਜਾਂ ਮੈਂ ਆਰਟਸ ਦੀ ਸਟਰੀਮ ਲੈ ਰਿਹਾ। ਠੀਕ ਹੈ ਜੀ। ਕੈਰੀਅਰ ਜਿਹੜਾ ਹੁੰਦਾ ਹੈ ਉਹ ਲੌਂਗ ਟਰਮ ਹੁੰਦਾ ਹੈ। ਕੈਰੀਅਰ ਜਦ ਅਸੀਂ ਚੂਜ਼ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਯਾਰ ਮੇਰੇ ਵਿੱਚ ਕਿਹੜੀ ਇਹੋ ਜੀ ਖਾਸ ਗੱਲ ਹੈ, ਮੇਰੇ 'ਚ ਕੀ ਇਹੋ ਜੀ ਕਾਬਲੀਅਤ ਹੈ ਕਿ ਮੈਂ ਆਪਣੇ ਹੁਨਰ ਤੇ ਖੜਾ ਹੋ ਸਕਦਾ, ਮੈਂ ਆਪਣੇ ਲਈ ਤੇ ਆਪਣੀ ਫੈਮਿਲੀ ਵਾਸਤੇ ਪੈਸੇ ਕਮਾ ਸਕਦਾ ਤੇ ਉਹਨਾਂ ਸਭ ਦਾ ਖਿਆਲ ਰੱਖ ਸਕਦਾ। ਤੋ ਜਿਹੜਾ ਫੋਕਸ ਹੈ ਨਾ, ਸਟਰੀਮ ਸਿਲੈਕਸ਼ਨ ਹੁੰਦਾ ਹੈ 1-2 ਸਾਲ ਵਾਸਤੇ ਕਿ ਜੀ ਮੈਂ ਅਗਲੇ 1 ਸਾਲ, ਅਗਲੇ 2 ਸਾਲ, 3 ਸਾਲ ਮੈਂ ਇਹ ਸਬਜੈਕਟਸ ਪੜ੍ਹਨੇ ਨੇ। ਕੈਰੀਅਰ ਜਿਹੜਾ ਹੁੰਦਾ ਹੈ ਉਹਦਾ ਫੋਕਸ ਹੁੰਦਾ ਹੈ ਲੌਂਗ ਟਰਮ ਕਿ ਜੀ ਅਗਲੇ 10, 15, 20, 40 ਸਾਲ ਮੈਂ ਆਪਣੀ ਗ੍ਰਸਤੀ ਨੂੰ ਕਿਵੇਂ ਚਲਾਣਾ ਹੈ। ਸੋ ਐਜ਼ ਸਟੂਡੈਂਟਸ ਐਂਡ ਐਜ਼ ਪੇਰੈਂਟਸ ਜਦ ਵੀ ਤੁਸੀਂ ਇਸ ਦੇ ਬਾਰੇ ਸੋਚਦੇ ਹੋ ਕਿ ਯਾਰ ਮੈਂ ਬੱਚੇ ਤੋਂ ਕੀ ਕਰਨਾ ਹੈ, ਬੱਚੇ ਨੂੰ ਕਿਸ ਪਾਸੇ ਲਗਾਉਣਾ ਹੈ, ਗਾਈਡ ਕਰਨਾ ਹੈ, ਤੁਸੀਂ ਇਹ ਦੇਖਣਾ ਹੈ ਯਾਰ ਮੈਂ ਬੱਚੇ ਨੂੰ ਕਿਸ ਚੀਜ਼ ਦੀ ਕਿਸ ਡਿਸੀਜਨ ਮੈਂ ਲੈਣ ਨੂੰ ਗਾਈਡ ਕਰ ਰਿਹਾ, ਸਟਰੀਮ ਜਾਂ ਕੈਰੀਅਰ, ਬਿਕੋਜ਼ ਦੋਵੇਂ ਸੇਮ ਨਹੀਂ ਹੈ, ਬਹੁਤ ਫਰਕ ਹੈ ਦੋਵਾਂ। ਜੇ ਤੁਸੀਂ ਇਹ ਫੋਟੋ ਦੇਖਦੇ ਹੋ ਤੇ ਕਾਫੀ ਬੱਚੇ ਤੁਹਾਨੂੰ ਸ਼ਾਇਦ ਮਤਲਬ ਇਹ ਜਿਹੜਾ ਉੱਤੇ ਆ ਉਹ ਤਾਂ ਹੈਲੀਕਾਪਟਰ ਹੈ, ਥੱਲੇ ਡਰੋਨ ਹੈ। ਡਰੋਨ ਤੁਸੀਂ ਮੇਰਾ ਸ਼ੋਰ ਕਾਫੀ ਲੋਕ ਜਾਣਦੇ ਹੋਗੇ, ਸੁਣਿਆ ਹੋਏਗਾ ਅੱਜ ਕੱਲ ਇੰਨੇ ਛੋਟੇ ਛੋਟੇ ਵੀ ਡਰੋਨ ਹੁੰਦੇ ਨੇ, ਉਸ ਤੇ ਕੈਮਰਾ ਲੱਗਿਆ ਹੁੰਦਾ ਹੈ, ਕੁਝ ਲੱਗਿਆ ਹੁੰਦਾ ਹੈ, ਉਹ ਕਿੱਥੇ ਵੀ ਉੱਡ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਉੱਤੇ ਹੋ ਕੀ ਰਿਹਾ। ਅੱਜ ਤੋਂ 8-10 ਸਾਲ ਪਹਿਲੇ ਜੇ ਤੁਸੀਂ ਕਿੱਥੇ ਵੀ ਕੋਈ ਚੀਜ਼ ਦੀ ਵੀਡੀਓ ਲੈਣਾ ਸੀ ਹਵਾ ਤੋਂ ਉੱਤੋਂ, ਉਹਦੇ ਲਈ ਫਿਰ ਹੈਲੀਕਾਪਟਰ ਜਾਂਦਾ ਸੀ ਤੇ ਇੱਕ ਬੰਦਾ ਤੁਸੀਂ ਦੇਖੋ ਬਿਲਕੁਲ ਬਾਹਰ ਲਟਕਿਆ ਹੋਇਆ ਆਪਣੇ ਜਾਨ ਤੇ ਖੇਡ ਕੇ ਤੇ ਕੈਮਰਾ ਫੜਿਆ ਹੋਇਆ ਵਿਚਾਰੇ ਨੇ ਤੇ ਕੁਝ ਚੀਜ਼ ਦੀ ਰਿਕਾਰਡਿੰਗ ਕਰ ਰਿਹਾ। ਜੋ ਵੀ ਕੰਮ ਹੈ ਉਹਦਾ ਜ਼ਰੂਰੀ ਹੈ ਨਹੀਂ ਜ਼ਰੂਰੀ ਹੈ ਉਹ ਵੱਖਰੀ ਗੱਲ ਹੈ, ਪਰ ਇਹ ਕਰਨਾ ਪੈਂਦਾ ਸੀ। ਅੱਜ ਉਹੀ ਕੰਮ ਇੰਨਾ ਛੋਟਾ ਜਿਹਾ ਇੱਕ ਡਰੋਨ ਕਰ ਲੈਂਦਾ ਜਿਸ ਤੇ ਇੰਨਾ ਛੋਟਾ ਕੈਮਰਾ ਹੁੰਦਾ ਹੈ ਤੇ ਕੋਈ ਇੱਕ ਬੱਚਾ ਜਾਂ ਜਵਾਨ ਬੰਦਾ ਆਪਣੇ ਕਮਰੇ 'ਚ ਬੈਠਾ ਹੈ ਆਰਾਮ ਨਾਲ ਘਰੇ ਤੇ ਉਹ ਰਿਮੋਟ ਕੰਟਰੋਲ ਨਾਲ ਉਹਨੂੰ ਗਾਈਡ ਕਰ। ਇਹਦਾ ਇਹ ਫੋਟੋ ਦਿਖਾਉਣ ਦਾ ਮਕਸਦ ਕੀ ਹੈ? ਫੋਟੋ ਦਿਖਾਉਣ ਦਾ ਮੇਰਾ ਮਕਸਦ ਇਹ ਹੈ ਕਿ ਜਦ ਤੁਸੀਂ ਫੋਕਸ ਕਰ ਰਹੇ ਹੋ ਇੱਕ ਸਕਿੱਲ ਤੇ ਕਰੋ, ਇਸ ਚੀਜ਼ ਤੇ ਕਰੋ ਕਿ ਤੁਹਾਡੇ 'ਚ ਕਾਬਲੀਅਤ ਕੀ ਹੈ। ਇਹ ਕੰਮ ਦੋਵੇਂ ਬੰਦੇ ਸੇਮ ਕਰ ਰਹੇ ਨੇ, ਹੈਲੀਕਾਪਟਰ ਪਾਇਲਟ ਤੇ ਕੈਮਰਾਮੈਨ ਵੀ ਸੇਮ ਕੰਮ ਕਰ ਰਹੇ ਹਨ ਤੇ ਇਹ ਡਰੋਨ ਜਿਹੜਾ ਕੋਈ ਵੀ ਆਪਣੇ ਕਮਰੇ ਵਿੱਚ ਬਹਿ ਕੇ ਚਲਾ ਰਿਹਾ ਉਹਨੂੰ ਕੰਟਰੋਲ ਕਰ ਰਿਹਾ ਉਹ ਵੀ ਸੇਮ ਕੰਮ ਕਰ ਰਿਹਾ। ਫਰਕ ਕੀ ਹੈ? ਉਹ ਹੈਲੀਕਾਪਟਰ ਦੀ ਜਿੰਨੀ ਕੀਮਤ ਹੈ ਲੱਖਾਂ ਕਰੋੜਾਂ ਰੁਪਏ ਦਾ ਹੈਲੀਕਾਪਟਰ ਹੋਏਗਾ ਤੇ ਡਰੋਨ ਜਿਹੜਾ ਹੈ ਹਜ਼ਾਰਾਂ ਰੁਪਏ ਦਾ ਮਿਲ। ਸੋ ਐਜ਼ ਅ ਸਟੂਡੈਂਟ ਤੁਸੀਂ ਹਮੇਸ਼ਾ ਆਪਣੇ ਦਿਮਾਗ ਵਿੱਚ ਇਹ ਗੱਲ ਰੱਖੋ ਕਿ ਯਾਰ ਮੈਂ ਜੋ ਕਰਨਾ ਚਾਹੁੰਦਾ ਮੈਂ ਉਹ ਬੈਸਟ ਕਿਵੇਂ ਕਰ ਸਕਦਾ ਤੇ ਮੈਂ ਉਹ ਮੋਸਟ ਐਫੀਸ਼ੀਐਂਟਲੀ ਸਭ ਤੋਂ ਚੰਗੇ ਤਰੀਕੇ ਨਾਲ ਕਿਵੇਂ ਕਰ ਸਕਦਾ। ਸਿਰਫ ਕਿਉਂਕਿ ਕੋਈ ਸੋਲੂਸ਼ਨ ਬਹੁਤ ਵੱਡੀ ਹੈ, ਉਸ ਵਿੱਚ ਬਹੁਤ ਪੈਸੇ ਲੱਗਣੇ ਨੇ, ਬੜੀ ਤੁਸੀਂ ਸ਼ਾਇਦ ਕੋਈ ਮਸ਼ੀਨਰੀ ਖਰੀਦਣੀ ਹੈ, ਉਹਦਾ ਇਹ ਮਤਲਬ ਨਹੀਂ ਹੈ ਕਿ ਉਹਨੇ ਕਾਬਿਲ ਹੋਣਾ ਹੈ। ਕਦੀ ਕਦੀ ਜੋ ਪ੍ਰੋਬਲਮ ਸਾਹਮਣੇ ਹੈ ਜਿਸ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਉਹਦਾ ਸੋਲੂਸ਼ਨ ਵੀ ਬਹੁਤ ਸਿੰਪਲ ਹੋ ਸਕਦਾ ਹੈ, ਬਹੁਤ ਸਟ੍ਰੇਟ ਫਾਰਵਰਡ ਹੋ ਸਕਦਾ ਹੈ। तो प्लीज मैं सिर्फ ये रिक्वेस्ट करांगा ਤੁਹਾਨੂੰ, ਬਹੁਤ ਲੋਕ ਤੁਹਾਡੇ ਕੋਲ ਆਉਂਦੇ ਨੇ ਤੁਹਾਨੂੰ ਵੱਖਰੀ ਵੱਖਰੀ ਚੀਜ਼ਾਂ ਦੱਸਦੇ ਹੋਣਗੇ, ਘਰ ਵਿੱਚ ਵੈਲ ਵਿਸ਼ਰਸ ਹੁੰਦੇ ਨੇ, ਸਭ ਹੁੰਦੇ ਨੇ, ਕਹਿੰਦੇ ਜੀ ਇੰਨੇ ਪੈਸੇ ਲਗਾਓ ਜੀ, ਜ਼ਮੀਨਾਂ ਵੇਚ ਦਿਓ ਜੀ, ਫਿਰ ਇਹ ਲਗਾ ਦਿਆਂਗੇ, ਫੈਕਟਰੀ ਲਗਾ ਦਿਆਂਗੇ, ਇਹ ਕਰ ਲਾਂਗੇ, ਟੈਕਸੀ ਲਗਾ ਲਾਂਗੇ। ਆਰਾਮ ਨਾਲ ਸੁਣ ਲਓ ਬਟ ਅਲਟੀਮੇਟਲੀ ਆਪਣੇ ਦਿਲ ਦੀ ਸੁਣੋ। ਇਹ ਦੇਖੋ ਕਿ ਯਾਰ ਇਹ ਕੰਮ ਕਿਸੇ ਹੋਰ ਸਿੰਪਲ ਤਰੀਕੇ ਨਾਲ ਹੋ ਸਕਦਾ ਹੈ ਜਾਂ ਨਹੀਂ, ਕਿਉਂਕਿ ਕਾਉਂਸਲਿੰਗ ਜਾਂ ਕੈਰੀਅਰ ਦੇ ਬਾਰੇ ਸੋਚਣ ਵੇਲੇ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ।
ਹੁਣ ਇੱਕ ਹੋਰ ਗੱਲ ਮੈਂ ਕਰਨਾ ਚਾਹਾਂਗਾ ਜੋ ਅੱਜ ਕੱਲ ਪੇਰੈਂਟਸ ਤੇ ਬੱਚਿਆਂ ਨੂੰ ਕਾਫੀ ਘਬਰਾਉਂਦਾ ਹੈ, ਉਹ ਇਹ ਹੈ ਕਿ ਜੀ ਕੰਪਿਊਟਰਸ ਤੇ ਜਿਹੜੇ ਮਸ਼ੀਨਸ ਨੇ ਉਹ ਇੰਨੇ ਕਾਬਿਲ ਬਣੀ ਜਾ ਰਹੇ ਨੇ ਕਿ ਸਾਰੇ ਕੰਮ ਤਾਂ ਜੀ ਕੰਪਿਊਟਰਾਂ ਨੇ ਕਰ ਲੈਣੇ ਕੁਝ ਸਾਲਾਂ ਬਾਅਦ। ਅੱਜ ਤੋਂ ਜੀ 5 ਸਾਲ ਪਹਿਲੇ ਅਸੀਂ ਜਾਂਦੇ ਸੀ ਰੇਲਵੇ ਸਟੇਸ਼ਨ ਤੇ ਜੀ ਟਿਕਟ ਖਰੀਦਣ, ਉੱਥੇ ਸਾਹਮਣੇ ਬੰਦਾ ਬੈਠਾ ਹੁੰਦਾ ਸੀ, ਅਸੀਂ ਉਸ ਨਾਲ 5 ਮਿੰਟ ਗੱਪਾਂ ਵੀ ਮਾਰਦੇ ਸੀ, ਉਹ ਫਿਰ ਤੁਹਾਨੂੰ ਦੱਸਦਾ ਸੀ ਹਾਂ ਵੀ ਬਾਬਾ ਤੂੰ ਇਹ ਟਿਕਟ ਲੈ ਲੈ ਤੇ ਇੱਥੇ ਤੂੰ ਪਹੁੰਚ ਜਾਏਗਾ। ਅੱਜ ਦੀ ਡੇਟ ਅਸੀਂ ਕਿੱਥੇ ਵੀ ਜਾਂਦੇ ਹਾਂ ਉੱਥੇ ਮਸ਼ੀਨ ਲੱਗੀ ਹੋਈ, ਅਸੀਂ ਉੱਥੇ ਐਂਟਰ ਕਰਦੇ ਹਾਂ, ਅੱਛਾ ਜੀ ਮੈਂ ਜੀ ਜਾਣਾ ਲੁਧਿਆਣੇ, ਪੈਸੇ ਪਾਉਂਦੇ ਆ, ਕ੍ਰੈਡਿਟ ਕਾਰਡ ਪਾਉਂਦੇ ਆ ਜਾਂ ਫੋਨ ਤੋਂ ਕਰਦੇ ਆ, ਇੱਥੋਂ ਟਿਕਟ ਨਿਕਲ ਆਉਂਦੀ। ਸੋ ਇਹੋ ਜੀ ਚੀਜ਼ਾਂ ਦੇਖ ਕੇ ਕਾਫੀ ਸਾਡੇ ਨੌਜਵਾਨ, ਕਾਫੀ ਸਾਡੇ ਬਜ਼ੁਰਗ ਇਹ ਘਬਰਾ ਜਾਂਦੇ ਨੇ ਕਿ ਯਾਰ ਅੱਗੇ ਜਾ ਕੇ ਤਾਂ ਸਾਰੇ ਕੰਮ ਮਸ਼ੀਨਾਂ ਨਹੀਂ ਕਰਨਾ, ਕੰਪਿਊਟਰ ਨਹੀਂ ਕਰਨਾ, ਸਾਡੇ ਬੱਚੇ ਕੀ ਕਰਨ। ਇੱਥੇ ਮੈਂ ਸਿਰਫ 2 ਚੀਜ਼ਾਂ ਕਹਿਣਾ ਚਾਹਾਂਗਾ। ਮਸ਼ੀਨਾਂ ਉਹ ਕੰਮ ਕਰ ਸਕਦੀਆਂ ਨੇ ਜਿਹੜਾ ਕੰਮ ਰੈਪੀਟੀਟਿਵ ਹੈ। ਰੈਪੀਟੀਟਿਵ ਦਾ ਮਤਲਬ ਕਿ ਜੀ ਉਹੀ ਕੰਮ ਬਸ ਦਿਨ ਰਾਤ ਕਰਦੇ ਰਹਿਣਾ ਕਰਨਾ, ਉਹ ਕੰਮ ਮਸ਼ੀਨ ਬਹੁਤ ਚੰਗੀ ਤਰ੍ਹਾਂ ਕਰ ਸਕਦੀ ਐਬਸੋਲੂਟਲੀ। ਪਰ ਜਿਹੜਾ ਕੰਮ ਮਸ਼ੀਨ ਨਹੀਂ ਕਰ ਸਕਦੀ ਉਹ ਕੰਮ ਨੇ ਜੋ ਐਜ਼ ਹਿਊਮਨ ਬੀਇੰਗਸ ਮਨੁੱਖ ਹੋਣ ਦੇ ਖਾਤਰ ਜਿਹੜੀ ਸਾਡੀ ਐਕਚੁਅਲੀ ਮੇਨ ਸਟਰੈਂਥ ਹੈ ਉਹ ਹੈ ਸਾਡਾ ਦਿਮਾਗ। ਸਾਡਾ ਜਿਹੜਾ ਇਹ ਦਿਮਾਗ ਹੈ ਉਹ ਜੱਜਮੈਂਟ ਕਰ ਸਕਦਾ, ਉਹ ਭਲੇ ਤੇ ਬੁਰੇ ਦੇ ਵਿੱਚ ਡਿਸਾਈਡ ਕਰ ਸਕਦਾ ਹੈ। ਐਜ਼ ਹਿਊਮਨ ਬੀਇੰਗਸ ਅਸੀਂ ਇਹ ਦੇਖ ਸਕਦੇ ਅੱਛਾ ਯਾਰ ਜੋ ਚੀਜ਼ ਮੈਂ ਕੱਲ ਕੀਤੀ ਸੀ, ਮੈਂ ਅਗਰ ਉਸ ਵਿੱਚ ਕੋਈ ਬਦਲਾਵ ਕਰਾਂ, ਅਡੈਪਟ ਕਰਾਂ ਤੇ ਕੱਲ ਉਹ ਹੋਰ ਚੰਗੀ ਹੋ ਸਕਦੀ ਹੈ। ਅਸੀਂ ਆਪਣੀ ਗਲਤੀਆਂ ਤੋਂ ਸਿੱਖਦੇ ਹਾਂ, ਅਸੀਂ ਦੂਜਿਆਂ ਦੀ ਗਲਤੀਆਂ ਤੋਂ ਸਿੱਖਦੇ ਹਾਂ। ਸੋ ਇਹ ਜਿਹੜੀ ਇੱਕ ਸਕਿੱਲ ਹੈ, ਐਂਡ ਜੇ ਤੁਸੀਂ ਦੇਖੋ ਸਾਡੇ ਸਿੱਖੀ ਵਿੱਚ ਵੀ ਠੀਕ ਹੈ, ਹਰੇਕ ਰਿਲੀਜਨ ਸ਼ਾਇਦ ਇਹੀ ਕਹਿੰਦਾ ਕਿ ਯਾਰ ਤੁਸੀਂ ਸਭ ਦਾ ਭਲਾ ਕਰੋ, ਕਿਸੇ ਦਾ ਬੁਰਾ ਨਾ ਕਰੋ। ਤਾਂ ਉਹ ਕੀ ਹੈ, ਉਹਦਾ ਇਹ ਮਤਲਬ ਹੈ ਕਿ ਯਾਰ ਤੁਸੀਂ ਬਾਕੀ ਜਿਹੜੇ ਤੁਹਾਡੇ ਅੱਗੇ ਪਿੱਛੇ ਲੋਕ ਨੇ ਉਹਨਾਂ ਨੂੰ ਸਮਝੋ, ਉਹਨਾਂ ਦਾ ਦੇਖੋ ਉਹਨਾਂ ਦੇ ਕੀ ਦੁੱਖ ਦਰਦ ਨੇ ਤੇ ਫਿਰ ਤੁਸੀਂ ਉਹਨਾਂ ਦੀ ਮਦਦ ਕਰੋ। ਸੋ ਇਹ ਜਿਹੜੀ ਚੀਜ਼ ਹੈ ਨਾ ਕਿ ਦੂਜੇ ਆਦਮੀ ਨੂੰ, ਮਨੁੱਖ ਨੂੰ ਸਮਝਣ ਦੀ ਕਾਬਲੀਅਤ ਤੇ ਫਿਰ ਉਹਦੀ ਹੈਲਪ ਕਰਨ ਦੀ ਕਾਬਲੀਅਤ, ਉਹ ਸਿਰਫ ਤੇ ਸਿਰਫ ਸਾਡੇ ਚ, ਉਹ ਮਸ਼ੀਨਸ ਵਿੱਚ ਨਹੀਂ। ਸੋ ਮੈਂ ਸਿਰਫ ਇਹੀ ਰਿਕੁਐਸਟ ਕਰਨਾ ਚਾਹਾਂਗਾ ਤੁਹਾਡੇ ਸਭ ਨੂੰ ਤੇ ਇਹ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਸਭ ਨਾਲ ਕਿ ਤੁਸੀਂ ਬਿਲਕੁਲ ਇਹ ਨਾ ਘਬਰਾਓ ਕਿ ਜੀ ਸਾਰੀ ਜਿਹੜੀ ਜੌਬ ਨੇ, ਸਾਰੇ ਜਿਹੜੇ ਕੰਮ ਨੇ ਉਹ ਤਾਂ ਜੀ ਮਸ਼ੀਨਾਂ ਨਹੀਂ ਲੈ ਜਾਣੇ, ਸਾਡੇ ਬੱਚੇ ਕਰਨਗੇ। ਚਾਹੇ ਉਹ ਖੇਤੀਬਾੜੀ ਦਾ ਕੰਮ ਹੋਏ ਜਾਂ ਉਹ ਫੌਜ ਵਿੱਚ ਤੁਸੀਂ ਜਾਣਾ ਹੈ, ਤੁਸੀਂ ਸਰਕਾਰੀ ਨੌਕਰੀ ਜਾਣਾ ਹੈ, ਪ੍ਰਾਈਵੇਟ ਸਰਵਿਸ ਵਿੱਚ ਜਾਣਾ ਹੈ, ਬੈਂਕ ਵਿੱਚ ਕੰਮ ਕਰਨਾ ਹੈ, ਕਿਸੇ ਫੈਕਟਰੀ ਵਿੱਚ ਕੰਮ ਕਰਨਾ, ਜੋ ਮਰਜ਼ੀ ਤੁਸੀਂ ਕਰ ਲਓ। ਮਸ਼ੀਨਾਂ ਦਾ ਜਿਹੜਾ ਰੋਲ ਹੈ, ਮਸ਼ੀਨ ਜਿਹੜਾ ਕੰਮ ਕਰ ਸਕਦਾ ਹੈ ਉਹ ਲਿਮਿਟਿਡ ਹੋਏਗਾ ਤੇ ਐਜ਼ ਅ ਹਿਊਮਨ ਬੀਇੰਗ ਜੋ ਅਸੀਂ ਕਰ ਸਕਦੇ ਹਾਂ ਉਹ ਗਰੋ ਕਰਦਾ ਹੀ ਰਹੇਗਾ। ਕਿ ਜਿਹੜਾ ਇਹ ਸਾਡਾ ਦਿਮਾਗ ਹੈ ਇਹ ਇੰਨੀ ਵਧੀਆ ਚੀਜ਼ ਹੈ ਕਿ ਜਿੰਨਾ ਇਸ ਨੂੰ ਅਸੀਂ ਜ਼ੋਰ ਪਾਉਂਦੇ ਹਾਂ ਇਸ ਦੇ ਉੱਤੇ, ਉਨੀ ਨਵੀਆਂ ਚੀਜ਼ਾਂ ਸੋਚਦਾ ਰਹਿੰਦਾ ਹੈ, ਕਰਦਾ ਰਹਿੰਦਾ। ਸੋ ਇਸ ਬਾਰੇ ਵਿੱਚ ਤੁਸੀਂ ਬਿਲਕੁਲ ਵੀ ਫਿਕਰ ਨਹੀਂ ਕਰਨਾ ਕਿ ਯਾਰ ਹੋਏਗਾ ਕਿ ਸਭ ਪੜ੍ਹੇ ਲਿਖੇ ਬੰਦੇ ਜਾਂ ਬਹੁਤ ਪੜ੍ਹੇ ਲਿਖੇ ਬੰਦੇ ਕਹਿ ਰਹੇ ਨੇ ਕਿ ਜੀ ਮਸ਼ੀਨਾਂ ਨੇ ਸਾਰਾ ਕੰਮ ਕਰ ਲੈਣਾ ਹੈ, तो जी ਅਸੀਂ ਤਾਂ ਕੁਝ ਕਰਨ ਜੋਗੇ ਨਹੀਂ ਰਹੇ। ਇਹ ਬਿਲਕੁਲ ਨਹੀਂ ਘਬਰਾਣਾ ਹੈ, ਬਿਲਕੁਲ ਨਹੀਂ ਸੋਚਣਾ। ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਤੁਸੀਂ ਮਸ਼ੀਨ ਤੋਂ ਚੰਗੇ ਕੰਮ ਕਰ ਸਕੋ। ਹੁਣ ਮੈਂ ਬਹੁਤ ਬਸ 5-7 ਮਿੰਟ ਹੋਰ ਲਵਾਂਗਾ ਇਹ ਬਸ ਸ਼ੇਅਰ ਕਰਨ ਵਾਸਤੇ ਕਿ ਜਿਹੜੇ ਸਾਡੇ ਮੇਨ ਇੰਡੀਆ ਵਿੱਚ ਜਿਹੜੇ ਐਜੂਕੇਸ਼ਨ ਦੇ ਸਟਰੀਮਸ ਹੁੰਦੇ ਨੇ ਤੇ ਉਹਨਾਂ ਦੇ ਬਾਰੇ ਥੋੜੇ ਬਹੁਤ ਕਰੀਅਰਸ ਤੇ ਉਹਦੇ ਬਾਅਦ ਅਸੀਂ ਕੁਐਸਚਨ ਆਨਸਰ ਸੈਸ਼ਨ ਕਰਾਂਗੇ। ਜਿਹੜਾ ਇੱਕ ਕਾਫੀ ਪਪੂਲਰ ਹੈ ਜਿਸ ਨੂੰ ਅਸੀਂ ਨॉन ਮੈਡੀਕਲ ਕਹਿੰਦੇ ਆ, ਇੰਜੀਨੀਅਰਿੰਗ ਦਾ ਸਟਰੀਮ, ਜਿਸ ਵਿੱਚ ਬੱਚਾ ਫਿਜ਼ਿਕਸ, ਕੈਮਿਸਟਰੀ, ਮੈਥਸ ਜ਼ਿਆਦਾਤਰ ਪੜ੍ਹਦਾ ਹੈ। ਇਸ ਵਿੱਚ ਐਜ਼ ਅ ਕੰਟਰੀ ਸਾਨੂੰ ਬਹੁਤ ਸਾਲਾਂ ਤੋਂ ਇਹ ਇੰਜੀਨੀਅਰਿੰਗ ਦੀ ਸਟਰੀਮ ਪੇਰੈਂਟਸ ਨੂੰ, ਬੱਚਿਆਂ ਨੂੰ ਬਹੁਤ ਅਟਰੈਕਟ ਕਰਦੀ ਰਹੀ ਹੈ। ਬਹੁਤ ਚੰਗੇ ਕੈਰੀਅਰ ਪ੍ਰੋਸਪੈਕਟਸ ਨੇ ਇਸ ਵਿੱਚ। ਇਸ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ, ਜਦ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਨਾ, ਤੁਹਾਡਾ ਜਿਹੜਾ ਇੱਕ ਨਜ਼ਰੀਆ ਹੋ ਜਾਂਦਾ ਹੈ, ਤੁਹਾਡਾ ਜਿਹੜਾ ਇੱਕ ਅਪਰੋਚ ਹੋ ਜਾਂਦੀ ਹੈ ਨਾ, ਉਹ ਹਮੇਸ਼ਾ ਹੁੰਦੀ ਹੈ ਕਿ ਜੀ ਕਿਸੇ ਵੀ ਪ੍ਰੋਬਲਮ ਦਾ ਸੋਲੂਸ਼ਨ ਕੱਢਣਾ। ਜੋ ਸਾਇੰਸ ਦਾ ਬੱਚਾ ਹੈ ਨਾ, ਉਹ ਹਮੇਸ਼ਾ ਪ੍ਰੋਬਲਮ ਲੱਭਦਾ ਹੈ ਤੇ ਫਿਰ ਉਸ ਪ੍ਰੋਬਲਮ ਦਾ ਸੋਲੂਸ਼ਨ ਕੱਢਦਾ। ਸੋ ਦੈਟ ਇਜ਼ ਦ ਬਿਗੇਸਟ ਥਿੰਗ। ਸੋ ਜੇ ਤੁਹਾਡੇ ਅੰਦਰ ਇਹ ਮੋਟੀਵੇਸ਼ਨ ਹੈ ਜਾਂ ਐਜ਼ ਅ ਪੇਰੈਂਟ ਤੁਹਾਨੂੰ ਆਪਣੇ ਬੱਚੇ ਦੇ ਅੰਦਰ ਇਹ ਦਿਖਦਾ ਹੈ ਕਿ ਯਾਰ ਮੇਰਾ ਬੱਚਾ ਨਾ ਹਮੇਸ਼ਾ ਕਿਸੇ ਵੀ ਚੀਜ਼ ਨੂੰ ਦੇਖਦਾ ਹੈ, ਸਮਝਦਾ ਹੈ, ਫਿਰ ਉਹਦਾ ਕੋਈ ਨਾ ਕੋਈ ਚੰਗਾ ਸੋਲੂਸ਼ਨ ਕੱਢਦਾ ਹੈ, ਕੋਈ ਉਹਦਾ ਹੱਲ ਕੱਢਦਾ ਹੈ, ਫਿਰ ਸ਼ਾਇਦ ਉਹਨਾਂ ਵਾਸਤੇ ਸਾਇੰਸ ਬਹੁਤ ਅੱਛੀ ਸਟਰੀਮ ਹੋ ਸਕਦੀ ਹੈ। ਸਾਇੰਸ ਦੇ ਅੰਦਰ ਇੱਕ ਇੰਜੀਨੀਅਰਿੰਗ ਸਟਰੀਮ ਹੁੰਦੀ ਹੈ,
ਤੇ ਇੱਕ ਮੈਡੀਕਲ ਹੁੰਦੀ ਹੈ। ਮੈਡੀਕਲ ਵਿੱਚ ਕੀ ਹੁੰਦਾ ਕਿ ਮੈਥਸ ਜਗ੍ਹਾ ਅਸੀਂ ਬਾਇਓਲੋਜੀ ਪੜ੍ਹਦੇ ਹਾਂ। ਹਾਂ, ਇੱਕ ਥੋੜੀ ਜੀ ਸਾਡੇ ਸਭ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਜੀ ਬਾਇਓਲੋਜੀ ਦਾ ਮਤਲਬ ਸਿਰਫ ਡਾਕਟਰ ਬਣਨਾ ਹੈ। ਇਹੋ ਜੀ ਗੱਲ ਨਹੀਂ ਹੈ। ਡਾਕਟਰ ਬਣ ਸਕਦਾ ਬੱਚਾ, MBBS ਡੈਂਟਿਸਟ ਬਣ ਸਕਦਾ ਹੈ, ਪਰ ਡਾਕਟਰੀ ਛੱਡ ਕੇ ਵੀ ਇਸ ਸਟਰੀਮ ਦੇ ਬਾਅਦ ਹੋਰ ਬਹੁਤ ਸਾਰੇ ਕੈਰੀਅਰ ਆਪਸ਼ਨਸ ਬਣ ਰਹੇ ਨੇ ਅੱਜ ਦੀ ਡੇਟ ਵਿੱਚ। ਬਾਇਓ ਮੈਡੀਕਲ, ਬਾਇਓ ਇੰਜੀਨੀਅਰਿੰਗ ਹੈ, ਐਗਰੀਕਲਚਰ ਦੇ ਫੀਲਡ ਵਿੱਚ ਇੰਨਾ ਕੁਝ ਹੋ ਰਿਹਾ ਹੈ, ਨਿਊਟ੍ਰੀਸ਼ਨ। ਅੱਜ ਦੀ ਡੇਟ ਵਿੱਚ ਜਿਹੜੇ ਅਸੀਂ 90% ਆਫ ਲੋਕ, ਸਾਡਾ ਕੰਮ ਕੀ ਹੈ, ਅਸੀਂ ਕੰਪਿਊਟਰ ਦੇ ਸਾਹਮਣੇ ਬੈਠੇ ਰਹਿੰਦੇ ਹਾਂ ਪੂਰਾ ਦਿਨ। ਉਹਦੇ ਕਰਕੇ ਲਾਈਫਸਟਾਈਲ ਪ੍ਰੋਬਲਮਸ ਬੜੀਆਂ ਹੋ ਰਹੀਆਂ, ਉਹਨਾਂ ਨੂੰ ਡੀਲ ਕਰਨ ਵਾਸਤੇ ਲੋਕ ਚਾਹੀਦੇ ਨੇ ਜੋ ਨੈਸੈਸਰਲੀ ਡਾਕਟਰ ਨਹੀਂ ਹੁੰਦੇ, ਬਟ ਹਾਂ ਉਹਨਾਂ ਦੇ ਬਾਇਓਲੋਜੀ ਦਾ ਬੈਕਗ੍ਰਾਉਂਡ ਜ਼ਰੂਰ ਹੁੰਦਾ ਹੈ, ਤੇ ਫਿਰ ਉਹ ਬੰਦਿਆਂ ਨੂੰ ਗਾਈਡ ਕਰਦੇ ਨੇ, ਹੈਲਪ ਕਰਦੇ ਨੇ ਕਿ ਜੀ ਤੁਸੀਂ ਆਪਣੀ ਲਾਈਫ ਕਿਵੇਂ ਠੀਕ ਜੀ ਸਕਦੇ ਹੋ ਤਾਂ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ। ਬਹੁਤ ਬਹੁਤ ਜ਼ਿਆਦਾ ਇਸ ਵਿੱਚ ਕੈਰੀਅਰ ਆਪਸ਼ਨਸ ਨੇ। ਤੇ ਮੈਂ ਦੁਬਾਰਾ ਬਸ ਇਹ ਦੁਹਰਾਵਾਂਗਾ, ਜਿਹੜਾ ਸਾਇੰਸ ਦਾ ਬੱਚਾ ਹੁੰਦਾ ਹੈ ਉਸ ਵਿੱਚ ਇੱਕ ਜੋ ਖਾਸ ਗੱਲ ਇਹ ਹੈ ਕਿ ਉਹ ਪ੍ਰੋਬਲਮਸ ਦੇ ਸੋਲੂਸ਼ਨ ਕੱਢਦਾ। ਦੈਟਸ ਅ ਵੈਰੀ 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 ਬਿਗ ਥਿੰਗ। ਤੇ ਜਿਹੜੇ ਵੀ ਬੱਚੇ ਤੁਸੀਂ ਸਾਇੰਸ ਆਲਰੇਡੀ ਕਰ ਰਹੇ ਹੋ, ਬਹੁਤ ਵਧੀਆ। ਜਿਹੜੇ ਤੁਸੀਂ ਸੋਚ ਰਹੇ ਹੋ ਕਿ ਜੀ ਸ਼ਾਇਦ ਮੈਂ ਸਾਇੰਸ ਪੜ੍ਹਨਾ ਚਾਹੁੰਦਾ, ਤਾਂ ਦਿਸ ਇਜ਼ ਵਨ ਥਿੰਗ, ਇਹ ਦਿਮਾਗ ਵਿੱਚ ਰੱਖੋ, ਸਾਇੰਸ ਦਾ ਮਤਲਬ ਹੈ ਪ੍ਰੋਬਲਮ ਦਾ ਹੱਲ ਕੱਢਣਾ। ਤੀਜੀ ਜਿਹੜੀ ਸਟਰੀਮ ਹੈ ਬਹੁਤ ਪਪੂਲਰ ਹੈ, ਉਹ ਹੈ ਕਾਮਰਸ ਦੀ। ਜੇ ਤੁਸੀਂ ਹੱਥ ਰੇਸ ਕਰ ਰਹੇ ਹੋ, ਮੈਂ ਸਿਰਫ ਇੱਕੋ ਹੀ ਰਿਕੁਐਸਟ ਕਰਾਂਗਾ, 5 ਮਿੰਟ ਰਹਿ ਗਏ ਪ੍ਰੈਜੈਂਟੇਸ਼ਨ ਦੇ, ਤੇ ਫਿਰ ਮੈਂ ਤੁਹਾਨੂੰ ਪੁੱਛ ਲਾਂਗਾ। ਫਿਰ ਜਿਹੜੇ ਤੁਹਾਡੇ ਸਵਾਲ ਨੇ, ਜਾਂ ਤੁਸੀਂ ਟਾਈਪ ਕਰਕੇ ਚੈਟ ਬਾਕਸ ਵਿੱਚ ਪਾ ਦੇਣਾ, ਜਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਮੈਨੂੰ ਪੁੱਛ ਲੈਣਾ, ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਮੈਂ ਉਸ ਸਵਾਲ ਦਾ ਜਵਾਬ ਦੇ। ਜਿਹੜਾ ਕਾਮਰਸ ਫੀਲਡ ਹੈ, ਉਹ ਪਿਛਲੇ ਕੁਝ ਸਾਲਾਂ ਵਿੱਚ ਇੰਡੀਆ ਵਿੱਚ ਪਿਛਲੇ 15-20 ਸਾਲਾਂ 'ਚ ਬਹੁਤ ਜ਼ਿਆਦਾ ਗਰੋ ਕਰ ਰਿਹਾ ਹੈ। ਬੱਚੇ ਜਿਹੜੇ ਨੇ ਬਹੁਤ ਸਕਸੈਸਫੁਲ ਹੋ ਰਹੇ ਨੇ, ਬਹੁਤ ਜ਼ਿਆਦਾ ਪੈਸੇ ਕਮਾ ਰਹੇ ਨੇ ਇਸ ਫੀਲਡ ਵਿੱਚ, ਤੇ ਇਸ ਵਿੱਚ ਬੜੀਆਂ ਇੰਡਸਟਰੀਜ਼ ਆ ਜਾਂਦੀਆਂ ਨੇ। ਮੈਂ ਸਿਰਫ ਇੱਕ ਸੁਜੈਸ਼ਨ ਜਾਂ ਇੱਕ ਰਿਕੁਐਸਟ ਦੇਣਾ ਚਾਹਾਂਗਾ ਤੁਹਾਡੇ ਸਭ ਨੂੰ। ਮੈਥਸ ਜਿਹੜਾ ਸਬਜੈਕਟ ਹੈ, ਕਾਫੀ ਸਕੂਲ CBSE ਦੇ ਹੋਣ, ਸਟੇਟ ਬੋਰਡ ਦੇ ਹੋਣ, ਉਹ ਤੁਹਾਨੂੰ ਆਪਸ਼ਨ ਦਿੰਦੇ ਨੇ 10ਵੀਂ ਦੇ ਬਾਅਦ ਕਿ ਜੀ ਤੁਸੀਂ ਮੈਥਸ ਛੱਡ ਸਕਦੇ ਹੋ। ਹੁਣ ਮੈਂ ਸਮਝਦਾ ਕਿ ਮੈਥਸ ਔਖਾ ਸਬਜੈਕਟ ਹੈ, ਹਰੇਕ ਬੱਚੇ ਨੂੰ ਸਮਝ ਨਹੀਂ ਆਉਂਦਾ, ਨੰਬਰ ਘੱਟ ਆਉਂਦੇ ਨੇ, ਬਟ ਜੇ ਤੁਸੀਂ ਥੋੜੀ ਐਕਸਟਰਾ ਮਿਹਨਤ ਕਰਨ ਤੋਂ ਬਾਅਦ ਮੈਥਸ ਨੂੰ ਮੈਨੇਜ ਕਰ ਸਕਦੇ ਹੋ, ਕੈਰੀਅਰ ਕਾਉਂਸਲਰ ਹੋਣ ਦੇ ਨਾਤੇ ਮੇਰੀ ਇਹ ਸੁਜੈਸ਼ਨ ਹੋਏਗੀ ਕਿ ਮੈਥਸ ਨੂੰ 12ਵੀਂ ਤੱਕ ਜੇ ਤੁਸੀਂ ਪੜ੍ਹ ਸਕਦੇ ਹੋ, ਪਲੀਜ਼ ਪੜ੍ਹੋ। ਇਹਦੇ ਫਾਇਦੇ ਬੇਅੰਤ ਨੇ, ਨੁਕਸਾਨ ਵੀ ਬਹੁਤ, ਬਟ ਆਬਵੀਅਸਲੀ ਅਸੀਂ ਫਾਇਦੇ ਦੇ। ਇਸੀ ਟਾਈਮ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਆਪਣਾ ਜਿਹੜਾ ਫਿਊਚਰ ਹੈ, ਆਪਣਾ ਜਿਹੜਾ ਫੈਮਿਲੀ ਦਾ ਫਿਊਚਰ ਹੈ, ਹੋਰ ਬ੍ਰਾਈਟ ਕਰਨਾ ਚਾਹੁੰਦੇ ਹੋ, ਪਲੀਜ਼ ਜ਼ਰੂਰ ਇਹ ਗੱਲ ਕਰੋ। ਜ਼ਰੂਰ ਇੱਕ ਚੀਜ਼ ਧਿਆਨ 'ਚ ਰੱਖੋ, ਇੰਗਲਿਸ਼ ਬੋਲਣੀ, ਪੜ੍ਹਨੀ, ਲਿਖਣੀ ਦਾ ਵੀ ਰੋਜ਼ ਪ੍ਰੈਕਟਿਸ ਕਰਿਆ ਕਰੋ, ਕਿਉਂਕਿ ਦੁਨੀਆ ਜਿਹੜੀ ਹੈ ਇਸ ਵਿੱਚ ਇੰਗਲਿਸ਼ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਪੰਜਾਬੀ ਆਪਣੀ ਮਦਰ ਟੰਗ ਹੈ, ਜਾਂ ਕਿਸੇ ਦੀ ਹਿੰਦੀ ਹੈ, ਕਿਸੇ ਦੀ ਬੰਗਾਲੀ ਹੈ, ਕਿਸੇ ਦੀ ਉੜੀਆ ਹੈ, ਬਹੁਤ ਵਧੀਆ ਹੈ। ਮਦਰ ਟੰਗ ਤਾਂ ਬੱਚੇ ਨੂੰ ਆਣੀ ਹੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਪਰ ਜੇ ਤੁਸੀਂ ਇਸ ਦੁਨੀਆ ਵਿੱਚ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਹੋ, ਇੰਗਲਿਸ਼ ਇੱਕ ਇਹੋ ਜਿਹੀ ਲੈਂਗੁਏਜ ਹੈ ਜਿਹੜੀ ਤੁਹਾਡੀ ਬਹੁਤ ਮਦਦ ਕਰੇਗੀ ਇਸ ਵਿੱਚ। तो एज अ सजेशन मैं ये कहूँगा, रोज अपने आप प्रैक्टिस करो इंग्लिश की, ताकि तुसी इंप्रूवमेंट करते रहो। चौथी जी स्ट्रीम नॉर्मली असी स्कूल च ऑफर करते हैं आर्ट्स की, ह्यूमैनिटीज की। अनफॉर्चुनेटली दुख की गल है कि ज्यादातर असी सब लोग सोचते हैं कि जी आर्ट्स या ह्यूमैनिटीज वो बच्चा पढ़ता है जो पढ़ाई में चंगा नहीं। काउंसलर होने के नाते मैं इस गल तो बिल्कुल भी मैं सहमति नहीं भरता। ह्यूमैनिटीज बहुत ही जरूरी सबजैक्ट है। ह्यूमैनिटीज के जेडे करियर ऑप्शंस ने बहुत ही वधिया ने, चाहे तुसी ये देखो कि जी पैसे कमाने के एंगल तो, या तुसी ये देखो कि जी ह्यूमैनिटीज का जिहड़ा बच्चा है वो किस तरीके नाल सोसाइटी की हेल्प कर सकता है, वो अपने अगे पिछे जिहड़े लोग ने किवें उन्हां दी मदद करते हैं, उन्हां नूं अगे वधन विच हेल्प करते हैं। ह्यूमैनिटीज बहुत चंगी स्ट्रीम है, तो इस विच करियर ऑप्शंस दे ऑप्शंस भी बहुत बहुत ज्यादा चंगे ने। ठीक है जी। तो इस टाइम ते मैं ये तुहानूं दो चीज़ां रिमाइंड कराना चाहांगा। पहली गल ये याद रखना कि तुसी डिसीजन जो लै रहे हो किस चीज़ ते लै रहे हो, करियर ते लै रहे हो या स्ट्रीम ते लै रहे हो, वो दोवें चीज़ें वखरे ने।
तो प्लीज उन्होंने कन्फ्यूज ना करना। दूजा फ्यूचर थोड़ा है, टाइम भी तुसी लगाना है इस ते। कोई भी होर बंदा आके थोनू गाइडेंस दे सकता है, थोड़ी मदद करने की कोशिश कर सकता है, पर फाइनल डिसीजन अपने फ्यूचर वास्ते तुसी खुद लेना है। थोड़े पेरेंट्स हेल्प करेंगे, टीचर हेल्प करेंगे, एजुकेट पंजाब थोड़ी हेल्प करने की कोशिश कर रहा है, बट डिसीजन तुसी लेना है। तो तुसी टाइम लगाकर इस चीज ते डिसीजन लेना है ते एक तरीकेवार करो, स्ट्रक्चर्ड तरीके नाल करो कि जी की मेरे स्ट्रेंथ्स ने, मैं किस चीज़ां चंगा की मैं कर सकदा, एंड देन टेक अ डिसीजन कि जी मैं अगे जाके मैनू की करना चाहिए। कि जे तुसी वो नहीं करोगे ना, फिर जिवें थोड़ी पिक्चर थोनू दिख रही है, इस विच डॉट्स बड़े ने, पर शायद थोनू समझ ही नहीं आ रहा कि यार ये सारे जे डॉट्स मैं जोड़ा करांगा, इनकंप्लीट पिक्चर रहंदी है। बट जे तुसी ये टाइम स्पेंड करदे हो अपने उत्ते, अपने फ्यूचर दे उत्ते, अपने आप को समझण वास्ते, फिर यही पिक्चर जिहड़ी है ना बहुत क्लियर बन जाती है। तो थोनू समझ आ जाएगा, अच्छा जी मैं किहड़ा राह चुनना है ते मैनू कित्थे लैके जाए। ठीक है जी, मेरे वालों बस यही सी। एज ए सेड मैं थोड़ा जिहा अपना एक्सपीरियंस शेयर करना चाहना थोड़ा सब्जेक्ट्स दे उत्ते। ते हुण जे तुहाडे कोई क्वेश्चंस ने, कोई भी तुसीं चीज़ पुछना चाहते हो, मैं उन्नू जवाब देने की जरूर कोशिश करा। हाँ तुसीं जे हैंड, हाँ जी प्लीज। सर मेरा एक डाउट है कि हुन जिवें मैं ना जिवें मैं फैशन डिजाइनिंग करना चाहना, फैशन डिजाइनिंग ते फिर ओदे अच्छा बाद मैं 10th तो बाद की स्ट्रीम लैवां, फिर आर्ट्स लवां या फिर की लवां? देखो फैशन डिजाइनिंग ਇਹੋ ਜਿਹਾ ਸਬਜੈਕਟ ਹੈ ਜਿਸ ਵਿੱਚ ਫਰਕ ਨਹੀਂ ਪੈਂਦਾ ਕਿ ਤੁਸੀਂ 11th ਦੇ ਬਾਅਦ ਕਿਹੜੇ ਸਬਜੈਕਟਸ ਲਓਗੇ, ਕਿਉਂਕਿ ਅਲਟੀਮੇਟਲੀ ਉਹਨਾਂ ਨੇ ਕਾਲਜ ਦੇ ਅੰਦਰ ਤੁਹਾਨੂੰ ਫੈਸ਼ਨ ਡਿਜ਼ਾਈਨਿੰਗ ਬਿਲਕੁਲ ਸਕ੍ਰੈਚ ਤੋਂ ਬਿਲਕੁਲ ਸ਼ੁਰੂ ਤੋਂ ਸਿਖਾਣੀ ਹੈ। ਬਟ ਹਾਂ ਜੇ ਤੁਹਾਡੇ ਕੋਲ ਆਪਸ਼ਨ ਹੈ तो दो सब्जेक्ट्स मैं सुजैसट करांगा जे तुसीं लै सकदे हो क्लास 11 विच। एक है कंप्यूटर्स, क्योंकि फैशन लाइक ऑल अदर इंडस्ट्रीज अज दी डेट विच उस विच कंप्यूटर्स दा रोल बहुत वध रहा है, कंप्यूटर्स दे बहुत सॉफ्टवेयर आ गए ने। तो जे तुहाडे कोल ऑप्शन है कंप्यूटर्स, बेसिक कंप्यूटर्स ही सीखण दा, वो तुसीं जरूर करो। दूजा जे तुहाडे कोल ऑप्शन है फाइन आर्ट्स, जिहड़ी ड्राइंग स्कैचिंग वगैरह होंदी है, वो सीखण दा, फिर वो भी तुसीं प्लीज स्कूल विच करो। जे कर सकते हो तुहानू फायदा होएगा, जे नहीं कर सकते नुकसान नहीं है। मैं सिर्फ ये कह रहा जे तुहाडे कोल ऑप्शन है अमंग अदर्स ये दो सब्जेक्ट से तुसीं लो ते अगे जाके फैशन डिजाइनिंग दे एंट्रेंस एग्जाम होंदे ने, वखरे सिलेक्शन होंदे ने, ये दो सब्जेक्ट्स तुहानू हेल्प कर सकते ने। अदरवाइज तुसीं चाहे साइंस लो, कॉमर्स लो, ह्यूमैनिटीज लो, एंट्रेंस एग्जाम होना है थोड़ा फैशन डिजाइन इंस्टीट्यूट वास्ते, ज्यादा फर्क कोई नहीं पैंदा। तो मैं 10th तो बाद फिर आर्ट्स लवां ना? आर्ट्स जे आर्ट्स का ऑप्शन है थोड़े कोल, बिल्कुल ले लो, फायदा ही हो सकता है। ठीक है। हाँ जी, पर एक चीज बस देखो, जेड़ा आर्ट्स होंदा है ना, उस सब्जेक्ट केड़े होंदे ने? आर्ट्स विच पॉपुलर सब्जेक्ट्स है हिस्ट्री, ज्योग्राफी, पॉलिटिकल साइंस, सोशियोलॉजी। सो ये देख लो तुसी आर्ट्स, ये ना सोचना कि आर्ट्स का मतलब सिर्फ मैनू ड्राइंग सिखाणगे। इसलिए मैं कह रहा तुसी ये देखो थोड़े स्कूल विच जे तुहानू स्कैचिंग ड्राइंग सिखा रहे ने, यानी ये ना होए कि आर्ट्स स्ट्रीम है पर उस सब्जेक्ट तुसी पढ़ रहे हो हिस्ट्री, ज्योग्राफी, सोशियोलॉजी, उधर डायरेक्टली फैशन डिजाइनिंग नाल कोई ताल्लुक नहीं। ठीक है जी गुराशीष। नेक्स्ट क्वेश्चन है हरनूर कौर खालसा जी। हाँ हाँ जी जी। सर, मैं पुछना सी कि मैं लॉ दी स्टडी करनी है तो मैं ठीक है जी। नहीं सॉरी, थोड़ा थोड़ा उच्चा बोलना पैना है, मैंने यही सुनाई दिता तुसी लॉ पढ़ना चाहते हो, उसके बाद मैंने सुनाई नहीं दिता। सर मैं केड़ी स्ट्रीम दे नाल अगे जा सकती हां? देखो जी सब्जेक्ट लॉ भी जेड़ा स्ट्रीम है, यू कैन टेक एनी सब्जेक्ट्स इन क्लास 11, कोई फर्क नहीं पैंदा। बट हाँ हुण दो चीज़ां ने अगेन, जिवें मैं इहदी गल कर रहा सी फैशन दे बारे। जे तुसी करना चाहते हो लॉ, जिवें जो असी क्रिमिनल सिविल वगैरह लॉ कहते हैं, तो थानू थोड़ा बहुत जे ह्यूमैनिटीज दे सब्जेक्ट्स लाइक अज दी डेट विच काफी बोर्ड्स विच लीगल स्टडीज दा एक सब्जेक्ट 11वीं 12वीं विच पढ़ाया जाता है, ਉਹਦੇ ਨਾਲ फायदा होएगा। जे तुसी पॉलिटिकल साइंस पढ़ सकते हो, वो भी ह्यूमैनिटी स्ट्रीम में आता है, उस थानू
ਸਾਡੇ ਕੰਟਰੀ ਦਾ ਕੀ ਸਿਸਟਮ ਹੈ, ਕਿ ਕਿਵੇਂ ਲਾਜ਼ ਬਣਦੇ ਨੇ, ਕੀ ਤਰੀਕਾ ਹੈ, ਉਹ ਸਭ ਸਮਝ ਆਏਗਾ, ਉਹ ਫਾਇਦਾ ਹੋ ਸਕਦਾ ਤੁਹਾਡਾ। ਦੂਜਾ ਹੈ, ਜੇ ਤੁਸੀਂ ਜਾਣਾ ਚਾਹੁੰਦੇ ਹੋ ਕਾਰਪੋਰੇਟ ਲਾਅ ਵਿੱਚ, ਮਤਲਬ ਜਿਹੜੇ ਲਾਇਰ ਵੱਡੀ ਵੱਡੀ ਕੰਪਨੀਆਂ ਵਿੱਚ ਕੰਮ ਕਰਦੇ ਨੇ, ਫਿਰ ਤੁਸੀਂ ਕਾਮਰਸ ਵੀ ਲੈ ਸਕਦੇ ਹੋ। ਕਾਮਰਸ ਸਟਰੀਮ ਵਿੱਚ ਇੱਕ ਸਬਜੈਕਟ ਹੁੰਦਾ ਬਿਜ਼ਨਸ ਸਟੱਡੀਜ਼ ਦਾ, ਉਸ ਵਿੱਚ ਵੀ ਲਾਅ ਪੜ੍ਹਾਈ ਜਾਂਦੀ ਹੈ 11ਵੀਂ 12ਵੀਂ ਵਿੱਚ। ਤੇ ਫਿਰ ਤੁਸੀਂ ਅਲਟੀਮੇਟਲੀ ਤੁਸੀਂ ਕੋਈ ਵੀ ਇਹਨਾਂ ਚੋਂ ਸਟਰੀਮ ਲਓਗੇ ਤੇ ਸਕੂਲ ਦੇ ਬਾਅਦ ਤੁਸੀਂ LLB ਦਾ ਐਂਟਰੈਂਸ ਐਗਜ਼ਾਮ ਲਈ ਬਹਿਣਾ, ਉਹ 5 ਸਾਲ ਦਾ ਕੋਰਸ ਹੁੰਦਾ ਹੈ, ਉਹ ਤੁਸੀਂ ਕਰਨਾ। ਬਟ ਇਫ ਯੂ ਡੂ ਕਾਮਰਸ ਜਾਂ ਜੇ ਤੁਸੀਂ ਇਹ ਹਿਊਮੈਨਿਟੀਜ਼ ਵਿੱਚ ਪੋਲੀਟੀਕਲ ਸਾਇੰਸ ਤੇ ਲੀਗਲ ਸਟੱਡੀਜ਼ ਦਾ ਜੋ ਆਪਸ਼ਨ ਹੁੰਦਾ ਤੁਹਾਡੇ ਕੋਲ, ਉਹ ਤੁਹਾਨੂੰ ਜ਼ਰੂਰ ਹੈਲਪ ਕਰੇ। थैंक यू सर। थैंक यू जी। नेक्स्ट क्वेश्चन। ਨੈਕਸਟ ਮੈਂ ਬੇਨਤੀ ਕਰਾਂਗੀ EPP 16311 ਨੂੰ ਕਿ ਉਹ ਆਪਣਾ ਕੁਐਸਚਨ ਪੁੱਟ ਅਪ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ। So myself Poonam Grover. I'm currently pursuing a BTech Electronics and Communication, and I want to set a career in abroad. What a course I choose for that? Poonam, you said you're doing BTech Electronics and Communication, correct? Poonam? Yes, sir. तो पूनम ਹੁਣ ਤੁਸੀਂ ਕੈਰੀਅਰ ਜਿਹੜਾ ਬਾਹਰ ਕਰਨਾ ਚਾਹੁੰਦੇ ਹੋ, ਇਨ ਵਾਟ ਸਟਰੀਮ ਡੂ ਯੂ ਵਾਂਟ ਟੂ ਕੰਟੀਨਿਊ ਇਨ ਇੰਜੀਨੀਅਰਿੰਗ, ਫਿਰ ਤੁਸੀਂ MS ਜਾਂ MTech ਕਰੋਗੇ। ਜੇ ਤੁਸੀਂ ਕਹਿੰਦੇ ਹੋ ਕਿ ਜੀ ਮੈਂ ਸਪੈਸ਼ਲਾਈਜੇਸ਼ਨ ਕਰਨੀ ਹੈ, ਫॉर ਐਗਜ਼ਾਮਪਲ ਡੇਟਾ ਸਾਇੰਸ ਵਿੱਚ, ਉਹ ਵੱਖਰਾ ਕੋਰਸ ਹੋਏਗਾ। ਜੇ ਤੁਸੀਂ ਕਹਿੰਦੇ ਹੋ ਕਿ ਜੀ ਨਹੀਂ ਮੈਂ ਪ੍ਰੋਗਰਾਮਿੰਗ ਵੱਲ ਜਾਣਾ, ਉਹ ਵੱਖਰਾ ਕੋਰਸ ਹੋਏਗਾ। ਜੇ ਤੁਸੀਂ ਕਹਿੰਦੇ ਹੋ ਲਾਈਕ ਮੈਨੀ ਇੰਜੀਨੀਅਰਸ ਡੂ, ਉਹ ਇੰਜੀਨੀਅਰਿੰਗ ਦੇ ਬਾਅਦ MBA ਕਰਦੇ ਨੇ, ਉਹ ਵੱਖਰਾ ਹੋਏਗਾ। ਸੋ ਵਾਟ ਇਜ਼ ਇੰਪੋਰਟੈਂਟ ਇਜ਼ for you to understand ਕਿ ਤੁਹਾਡੇ ਲਈ, for you specifically as an individual, ਜਿਹੜਾ next step ਹੈ ਉਹ ਕੀ ਹੈ, that you have to see. Okay, sir. ਉਹਦੇ ਮੁਤਾਬਿਕ then you can decide ਕਿ ਜੀ ਮੈਂ ਅੱਗੇ ਕਿਹੜਾ ਕੋਰਸ ਕਰਾਂ ਤੇ ਕਿਹੜਾ ਕੋਰਸ ਮੇਰੇ ਵਾਸਤੇ ਬੈਸਟ ਹੈ। Sir, can I contact personally? ਹਾਂਜੀ, you can, ਤੁਸੀਂ ਮਤਲਬ ਐਜੂਕੇਟ ਪੰਜਾਬ ਦੇ ਥਰੂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਜੀ। Okay, sir. ਹਾਂਜੀ, Thank you. ਥੈਂਕ ਯੂ ਜੀ। ਨੈਕਸਟ ਕੁਐਸਚਨ स्नेहा जी, प्लीज अपना क्वेश्चन पुट अप करो। ਸਰ ਕਮਰਸ ਰੱਖਣ ਨਾਲ ਬੱਚੇ ਨੂੰ ਕੀ ਫਾਇਦਾ ਹੋ ਸਕਦਾ ਹੈ ਤੇ ਕਿਹੜੇ ਸਬਜੈਕਟ ਚੂਜ਼ ਕਰਨ ਨਾਲ ਇਹਨਾਂ ਨੂੰ ਮਤਲਬ ਜ਼ਿਆਦਾ ਨੌਲੇਜ ਮਿਲੇਗੀ? ਜੇ ਮੰਨ ਲਓ ਆਪਾਂ ਇਹਨਾਂ ਨੂੰ ਸਟੱਡੀ ਕਰਾ ਕੇ ਫੋਰਨ ਭੇਜਣਾ ਹੋਵੇ ਤੇ ਇਹਨਾਂ ਲਈ ਕੀ ਬੈਟਰ ਹੈ? ਨਹੀਂ, ਮੈਨੂੰ ਇਹ ਗੱਲ ਤਾਂ ਸਮਝ ਆ ਗਈ, ਤੁਸੀਂ ਐਂਡ ਵਿੱਚ ਬੋਲਿਆ ਜੇ ਸਟੱਡੀ ਕਰਾ ਕੇ ਫੋਰਨ ਭੇਜਣਾ, ਉਸ ਤੋਂ ਪਹਿਲੇ ਜੋ ਤੁਸੀਂ ਕਿਹਾ ਮੈਨੂੰ ਜ਼ਿਆਦਾ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੱਤਾ, ਤੁਸੀਂ ਪਲੀਜ਼ ਦੁਬਾਰਾ ਕਹੋਗੇ? ਬੱਚੇ ਦਾ ਕਹਿਣ ਦਾ ਮਤਲਬ ਹੈ ਮੈਂ ਕਮਰਸ ਰੱਖਣਾ ਚਾਹੁੰਦਾ, ਉਹਦੇ ਨਾਲ ਬੱਚਾ ਕਹਿੰਦਾ ਕਾਮਰਸ ਕਰਨਾ ਚਾਹੁੰਦਾ ਹੈ, ਠੀਕ ਹੈ, ਤੇ ਕਾਮਰਸ ਦੇ ਨਾਲ ਮੈਥਸ ਵੀ ਕਰੇਗਾ ਬੱਚਾ ਜਾਂ ਨਹੀਂ ਕਰੇਗਾ? ਬੱਚਾ ਮੈਥ ਨਹੀਂ ਕਰਨਾ ਚਾਹ ਰਿਹਾ, ਆਰਟਸ ਦੀ ਕਹਿ ਰਿਹਾ। ਆਰਟਸ ਕਰਨ ਵਾਲੇ ਬਾਹਰ ਦਾ ਇਹਨੂੰ ਕੋਈ ਫਾਇਦਾ ਹੈ ਜਾਂ ਨਹੀਂ? ਦੇਖੋ ਜੀ, ਜਿਵੇਂ ਮੈਂ ਕਿਹਾ, ਤੁਸੀਂ ਕੋਈ ਵੀ ਸਟਰੀਮ ਚੁਣ ਲਓ, ਇੰਜੀਨੀਅਰਿੰਗ, ਮੈਡੀਕਲ, ਕਾਮਰਸ, ਹਿਊਮੈਨਿਟੀਜ਼, ਸਾਰਿਆਂ ਦੇ ਬਾਅਦ ਆਪਸ਼ਨਸ ਬਹੁਤ ਵਧੀਆ ਨੇ ਬੱਚਿਆਂ ਵਾਸਤੇ। ਹਰੇਕ ਸਟਰੀਮ ਦੇ ਬਾਅਦ ਬੱਚੇ ਨੂੰ ਕੈਰੀਅਰ ਮਿਲ ਸਕਦਾ ਹੈ, ਹਰੇਕ ਦੇ ਬਾਅਦ ਬੱਚਾ ਚੰਗਾ ਪੈਸਾ ਕਮਾ ਸਕਦਾ ਹੈ, ਨਾਮ ਕਮਾ ਸਕਦਾ ਹੈ, ਸ਼ੋਹਰਤ ਕਮਾ ਸਕਦਾ ਹੈ। ਸ਼ਰਤ ਸਿਰਫ ਇੱਕ ਹੈ ਕਿ ਮੈਂ ਕੰਪਲੀਟ ਕਰ ਰਿਹਾ, ਸ਼ਰਤ ਸਿਰਫ ਇਹ ਹੈ ਕਿ ਬੱਚੇ ਨੂੰ ਮਿਹਨਤ ਕਰਨੀ ਹੁੰਦੀ ਹੈ ਜੀ। ਜੇ ਬੱਚਾ ਇਹ ਸੋਚ ਰਿਹਾ ਹੈ ਕਿ ਯਾਰ ਹਿਊਮੈਨਿਟੀਜ਼ ਜਿਹੜਾ ਆਰਟਸ ਹੈ ਨਾ, ਉਸ ਵਿੱਚ ਪੜ੍ਹਾਈ ਘੱਟ ਹੈ, ਸਾਇੰਸ ਵਿੱਚ ਪੜ੍ਹਾਈ ਜ਼ਿਆਦਾ ਹੈ, ਤਾਂ ਇਹ ਜਿਹੜਾ ਹੋ ਜਾਂਦਾ, ਇਹ ਇੱਕ ਅਪਰੋਚ ਹੋ ਜਾਂਦਾ ਕਿ ਯਾਰ ਮੈਂ ਮਿਹਨਤ ਤੋਂ ਦੂਰ ਭੱਜਣਾ ਹੈ। ਫਿਰ ਉਹ ਬੱਚਾ ਅਨਫੋਰਚੂਨੇਟਲੀ, ਤੇ ਮੈਂ ਅਜ਼ਿਊਮ ਕਰ ਰਿਹਾ ਤੁਸੀਂ ਪੇਰੈਂਟ ਹੋ ਜੋ ਸਵਾਲ ਪੁੱਛ ਰਹੇ ਹੋ, ਆਈ ਐਮ ਸ਼ੋਰ ਤੁਸੀਂ ਆਪਣੇ ਆਲੇ ਦੁਆਲੇ ਦੇਖੋਗੇ, ਤੁਹਾਡੇ ਸਕੂਲ ਦੇ ਟਾਈਮ ਤੋਂ ਪਰਿਵਾਰ ਵਿੱਚ ਜਿਹੜਾ ਬੰਦਾ ਮਿਹਨਤ ਕਰਨ ਤੋਂ ਪਰੇ ਹਟਦਾ ਹੈ ਉਹ ਕਾਮਯਾਬ ਨਹੀਂ ਹੁੰਦਾ। तो आर्ट्स के बाद
ਕੈਰੀਅਰ ਚੰਗਾ ਮਿਲ ਸਕਦਾ ਹੈ, ਬਿਲਕੁਲ ਮਿਲ ਸਕਦਾ ਹੈ। ਇੰਡੀਆ ਵਿੱਚ ਮਿਲ ਸਕਦਾ ਹੈ, ਇੰਡੀਆ ਤੋਂ ਬਾਹਰ ਮਿਲ ਸਕਦਾ ਹੈ, ਬਿਲਕੁਲ ਮਿਲ ਸਕਦਾ ਹੈ। ਪਰ ਉਹਦੇ ਵਾਸਤੇ ਬੱਚੇ ਨੂੰ ਇਹ ਦੇਖਣਾ ਕਿ ਯਾਰ ਮੈਂ ਇਹ ਆਰਟਸ ਦੇ ਸਬਜੈਕਟ ਦੇ ਨਾਲ ਮੈਂ ਅੱਗੇ ਜਾ ਕੇ ਕਰਨਾ ਕੀ ਚਾਹੁੰਦਾ। ਜਿਵੇਂ ਮੈਂ ਕਿਹਾ ਆਰਟਸ ਵਿੱਚ ਬਹੁਤ ਜ਼ਿਆਦਾ ਸਬਜੈਕਟਸ ਨੇ, हिस्ट्री है, जोग्राफी है, पॉलिटिकल साइंस है, सोशियोलॉजी है, साइकोलॉजी है, आर्ट्स भी होता है सब्जेक्ट, लीगल स्टडीज होता है सब्जेक्ट। बच्चा इन्हां सब विचों किस ते अपनी मेहनत या किस विच अपनी स्पेशलाइजेशन करना चाहता है, वो बच्चे नूं समझना जरूरी है। जे बच्चा सिर्फ ये सोचता है कि अच्छा जी ह्यूमैनिटीज, हाँ जी मेरे दोस्त ने कीती सी, वो कहंदा सी यार काके ज्यादा पढ़ाई करन दी लोड़ नहीं है, फिर आपां आइट्स दे के कनेडा चले जाएंगे, फिर दिक्कत तो आएगी है जी। बट ह्यूमैनिटीज एज अ स्ट्रीम बहुत वधिया। हुण इत्थे मैं दिल्ली विच मैं तुहाडे नाल बस क्विकली शेयर करदा, साडे कोल जे 10 बच्चे आंदे ने ना वधिया स्कूलां तो, वधिया फैमिलीज तो, वो 10 विचों 4 या 5 बच्चा जिहड़ा है आर्ट्स स्ट्रीम दा हुंदा है अज दी डेट। एटलीस्ट वड्डे शहरां थोड़ी जी जागरूकता वध रही है कि जिहड़ा ह्यूमैनिटीज आर्ट्स दा स्ट्रीम है ये बहुत चंगा करियर चॉइस है। इसके बाद बहुत चंगे करियर्स ने इंडिया विच भी ते इंडिया तो बाहर भी। वो तुसीं बिल्कुल घबराओ ना। एज नेक्स्ट मैं हुण बेनती करांगी जसविंदर जी अपना क्वेश्चन पुट अप करो। जसविंदर जी अपना क्वेश्चन पूछो प्लीज। नहीं तो नेक्स्ट EPP नंबर 9504135599। बेटे किसका क्वेश्चन है तो वही सिर्फ हैंड रेस करे, अदरवाइज हैंड रेस नहीं करो। नेक्स्ट रंजीत सिंह EPP नंबर 12529। रंजीत सिंह, खुशदीप सिंह, खुशदीप सिंह। हाँ जी खुशदीप, तुसी अनम्यूट करो प्लीज अपने आप नू। खुशदीप सिंह आप जी अनम्यूट करो पहले अपने आप नू, ताइयो क्वेश्चन पुट अप कर पाओगे। हाँ जी हुण जिहड़ा हैंड रेज्ड है सब तो पहला EPP नंबर 9504135599। प्लीज सवाल पूछो अपना जी। गुड आफ्टरनून सर। गुड आफ्टरनून जी। सर अगर +1 +2 मेडिकल कर लिए तो उसके बाद करियर की ऑप्शन है? नहीं सॉरी आपकी आवाज क्लियर नहीं आई, कैन यू प्लीज रिपीट। सर अगर हम +1 +2 मेडिकल कर लें तो हाँ जी। आगे क्या मतलब क्या ऑप्शन हो सकते हैं? देखो जी मेडिकल के बाद ऑब्वियसली सब तो नंबर 1 चॉइस नॉर्मली इज टू डू MBBS, बिकम अ डॉक्टर या डेंटिस्ट। ਉਹਦੇ ਇਲਾਵਾ you have lots of other options in terms of, one is you can become a counselor, ਜੋ ਡਾਕਟਰ ਜੋ ਹਸਪੀਟਲ ਵਗੈਰਾ ਵਿੱਚ ਪੇਸ਼ੈਂਟਸ ਦੀ ਸਭ ਦੀ ਹੈਲਪ ਕਰਦੇ ਨੇ, as a counselor that you can do। ਫਾਰਮੇਸੀ ਲਾਈਨ ਵਿੱਚ ਬੜੇ ਆਪਸ਼ਨਸ ਖੁੱਲ ਜਾਂਦੇ ਨੇ। ਬਾਇਓਟੈਕਨੋਲੋਜੀ, ਬਾਇਓਮੈਡੀਕਲ, ਬਾਇਓ ਇੰਜੀਨੀਅਰਿੰਗ ਵਿੱਚ ਬਹੁਤ ਆਪਸ਼ਨਸ ਹੈ। ਐਗਰੀਕਲਚਰ ਐਂਡ ਫੂਡ ਵਿੱਚ ਬਹੁਤ ਆਪਸ਼ਨਸ ਆ ਜਾਂਦੀਆਂ। and that is a place where India is also investing a lot ਕਿ ਜੀ ਐਗਰੀਕਲਚਰਲ ਪ੍ਰੋਡਕਸ਼ਨ ਕਿਵੇਂ ਵਧਾਣੀ ਹੈ, ਕਿਵੇਂ ਨਵੇਂ ਤਰੀਕੇ ਦੇ ਫੂਡ ਗ੍ਰੇਨਸ ਆਣੇ ਨੇ, ਉਸ ਸਭ ਵਿੱਚ ਤੁਸੀਂ ਕਰ ਸਕਦੇ ਹੋ। ਵੈਟਨਰੀ ਸਾਇੰਸ ਕਰ ਸਕਦੇ ਹੋ which is taking care of animals and everything। so options ਬਹੁਤ ਨੇ। ਮੇਨ ਚੀਜ਼ ਇਹ ਹੈ ਕਿ you have to understand that ਜੇ ਤੁਸੀਂ ਜਦ ਮੈਡੀਕਲ ਪੜ੍ਹਦੇ ਹੋ, ਦੋ ਮੇਨ ਸਬਜੈਕਟ ਹੈ which you are studying, chemistry and biology। you have to understand and realize कि between these two subjects ਤੁਹਾਡਾ ਜਿਹੜਾ strength ਹੈ ਉਹ which is in which one। if chemistry is stronger then you may have certain options in terms of
ਬਾਇਓਕੈਮਿਸਟਰੀ ਐਂਡ ਆਲ you can look at research ਕਰ ਸਕਦੇ ਹੋ, ਜੋ ਸਾਰੀ ਵੈਕਸੀਨਸ ਵਗੈਰਾ ਬਣਦੀਆਂ ਨੇ ਉਹ ਰਿਸਰਚ ਆਪਸ਼ਨਸ ਆ ਜਾਂਦੇ ਨੇ ਬਹੁਤ। ਤੇ ਜੇ ਬਾਇਓਲੋਜੀ ਸਟਰੋਂਗਰ ਹੈ then you have other things like DNA, you have microbiology, so ਉੱਥੇ ਵੀ ਬੜੇ ਸਟਰੀਮਸ ਖੁੱਲ ਜਾਂਦੇ ਨੇ other than being a doctor, so ਬਹੁਤ ਆਪਸ਼ਨਸ ਨੇ ਇਸ ਵਿੱਚ। ਥੈਂਕ ਯੂ ਸਰ। ਥੈਂਕ ਯੂ ਜੀ। नेक्स्ट मैं बिनती करांगी जसविंदर जी, अगर आप जी तो कोई क्वेश्चन है तो। नेक्स्ट FZR 13869। सर मैं प्लस कर रहा हूँ कॉमर्स ਵਿੱਚ ਤੇ ਮੈਂ ਬੀਕਾਮ ਉਸ ਤੋਂ ਮੈਂ ਬੀਕਾਮ ਕਰਨੀ ਹੈ ਤੇ ਬੀਕਾਮ ਤੋਂ ਬਾਅਦ ਕੀ ਆਪਸ਼ਨ ਹੋ ਸਕਦੇ ਹੈ? ਨਹੀਂ ਤੁਸੀਂ ਬੀਕਾਮ ਕਰ ਰਹੇ ਹੋ ਜਾਂ ਬੀਕਾਮ ਕਰ ਚੁੱਕੇ ਹੋ? ਮੈਂ ਬੀਕਾਮ ਅਬੇ ਕਰਨੀ, ਮੈਂ ਪਲੱਸ 2 ਚ ਹਾਂ, ਕਮਰਸ ਕਰ ਰਿਹਾ। ਕਮਰਸ ਕਰ ਰਹੇ ਹੋ? ਦੇਖੋ ਯਾਰ ਬੀਕਾਮ ਦੇ ਬਾਅਦ ਜਿਹੜਾ ਇੱਕ ਬਹੁਤ ਹੀ ਵਧੀਆ ਆਪਸ਼ਨ ਬਣਦਾ ਉਹ ਚਾਰਟਰਡ ਅਕਾਊਂਟੈਂਸੀ ਦਾ ਤਾਂ ਹੁੰਦਾ ਹੀ ਹੈ, ਬਟ ਉਹਦੇ ਇਲਾਵਾ ਬੀਕਾਮ ਦਾ ਇੱਕ ਜਿਹੜਾ ਫਾਇਦਾ ਬਹੁਤ ਹੈ ਉਹ ਹੈ ਕਿ ਤੁਸੀਂ ਇਹ ਸਾਰੇ ਅਕਾਊਂਟਸ ਐਂਡ ਫਾਈਨੈਂਸ ਫੀਲਡ ਵਿੱਚ ਤੁਹਾਨੂੰ ਬੜੇ ਆਪਸ਼ਨ ਮਿਲ ਜਾਂਦੇ ਨੇ। ਬੈਂਕਿੰਗ ਵਿੱਚ ਦੇਖ ਲਓ, ਇੰਸ਼ੋਰੈਂਸ ਕੰਪਨੀਜ਼ ਵਿੱਚ ਦੇਖ ਲਓ, ਇਹਨਾਂ ਸਭ ਵਿੱਚ ਆਪਰੇਸ਼ਨਸ ਜਾਂ ਬੈਕਐਂਡ ਦੇ ਲੋਕ ਦੀ ਬੜੀ ਜ਼ਰੂਰਤ ਹੈ ਤੇ ਉੱਥੇ ਐਜ਼ ਅ ਬੀਕਾਮ ਸਟੂਡੈਂਟ ਜਾਂ ਐਜ਼ ਅ ਕਾਮਰਸ ਸਟੂਡੈਂਟ ਤੁਹਾਨੂੰ ਬੜੇ ਆਪਸ਼ਨਸ ਮਿਲਣਗੇ। ਇਹਦੇ ਇਲਾਵਾ ਹੁਣ ਡਿਪੈਂਡ ਕਰਦਾ ਕਿ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਹੋ। ਜੇ ਤੁਸੀਂ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਹੋ ਬੀਕਾਮ ਦੇ ਨਾਲ, ਫਿਰ ਤੁਸੀਂ ਬੀਕਾਮ ਵਿੱਚ ਲਾਅ ਵੀ ਪੜ੍ਹਦੇ ਹੋ, ਇਕਨੋਮਿਕਸ ਵੀ ਪੜ੍ਹਦੇ ਹੋ, ਕਾਸਟ ਅਕਾਊਂਟਿੰਗ ਵੀ ਪੜ੍ਹਦੇ ਹੋ, ਅਕਾਊਂਟਸ ਦਾ ਤੁਸੀਂ ਮੇਨ ਪੜ੍ਹਦੇ ਹੋ। ਸੋ ਇਹ ਸਾਰੇ ਨਾ ਟੈਕਨੀਕਲ ਸਕਿੱਲਸ ਹੈ। ਹੁਣ ਤੁਸੀਂ ਦੇਖਣਾ ਕਿ ਜਿਸ ਮਾਹੌਲ ਵਿੱਚ ਤੁਸੀਂ ਹੋ ਉੱਥੇ ਤੁਸੀਂ ਜੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਇਹ ਸਾਰੇ ਆਪਸ਼ਨਸ ਅਵੇਲੇਬਲ ਨੇ ਤੁਹਾਡੇ ਕੋਲ। ਬਟ ਐਜ਼ ਅ ਜੌਬ ਬੀਕਾਮ ਦੇ ਬਾਅਦ ਨਾਰਮਲੀ ਜਿਹੜੇ ਬੱਚੇ ਜੌਬ ਕਰਦੇ ਨੇ ਬੈਂਕਿੰਗ, ਇੰਸ਼ੋਰੈਂਸ, ਇਹ ਟੈਲੀਕਾਮ ਕੰਪਨੀਜ਼ ਵਗੈਰਾ, ਇਹਨਾਂ ਸਭ ਨੂੰ ਲੋੜ ਹੁੰਦੀ ਹੈ ਬੱਚਿਆਂ ਦੀ। ਤੇ ਬੀਕਾਮ ਦਾ ਬੱਚਾ ਕਾਫੀ ਇਹਨਾਂ ਨੂੰ ਪਸੰਦ ਇਸ ਲਈ ਆਉਂਦਾ ਕਿਉਂਕਿ ਕੁਝ ਬੇਸਿਕ ਸਕਿੱਲਸ ਹੁੰਦੇ ਨੇ, ਬਾਕੀ ਉਹ ਕੰਪਨੀਜ਼ ਟ੍ਰੇਨਿੰਗ ਦਿੰਦੀਆਂ ਹੀ ਨੇ। ਤੇ ਆਬਵੀਅਸਲੀ ਜੇ ਤੁਸੀਂ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਹੋ ਚਾਰਟਰਡ ਅਕਾਊਂਟੈਂਸੀ ਚੰਗਾ ਆਪਸ਼ਨ ਹੈ, ਨਹੀਂ ਤਾਂ MBA ਦਾ ਵੀ ਆਪਸ਼ਨ ਚੰਗਾ ਹੈ। ਸਰ ਇੱਕ ਮੇਰਾ ਹੋਰ ਕੁਐਸਚਨ ਹੈ ਕਿ ਬੀਕਾਮ ਤੋਂ ਬਾਅਦ ਆਪਾਂ UPSC ਦਾ ਐਗਜ਼ਾਮ ਦੇ ਸਕਦੇ ਹਾਂ? ਸੌਰੀ, ਬੀਕਾਮ ਦੇ ਬਾਅਦ UPSC UPSC ਹਾਂ UPSC ਬਿਲਕੁਲ ਸਿਵਲ ਸਰਵਿਸਿਜ਼ ਦਾ ਤੁਸੀਂ ਕੋਈ ਵੀ ਸਟਰੀਮ ਦੇ ਬਾਅਦ ਦੇ ਸਕਦੇ ਹੋ। UPSC ਦਾ ਐਗਜ਼ਾਮ ਤੁਸੀਂ ਚਾਹੇ ਇੰਜੀਨੀਅਰਿੰਗ ਕੀਤੀ ਹੈ, ਮੈਡੀਕਲ ਕੀਤਾ ਹੈ, ਕਾਮਰਸ ਕੀਤਾ ਹੈ ਜਾਂ ਹਿਊਮੈਨਿਟੀਜ਼ ਆਰਟ ਸਟਰੀਮ ਕੀਤੀ ਹੈ, UPSC ਦਾ ਐਗਜ਼ਾਮ ਕੋਈ ਵੀ ਬੰਦਾ ਦੇ ਸਕਦਾ ਹੈ ਗ੍ਰੈਜੂਏਸ਼ਨ ਦੇ ਬਾਅਦ। ਓਕੇ, ਥੈਂਕ ਯੂ ਸਰ। ਥੈਂਕ ਯੂ ਜੀ। नेक्स्ट मनप्रीत कौर 16523। ਹਾਂਜੀ ਹਾਂਜੀ ਮਨਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ 12th ਚ ਹਿਊਮੈਨਿਟੀਜ਼ ਕੀਤੀ ਹੈ ਤੇ ਮੈਂ ਸਾਈਕੋਲੋਜਿਸਟ ਦਾ ਅੱਗੋਂ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਥੋੜਾ ਇਹਦੇ ਬਾਰੇ ਦੱਸ ਦਿਓ। ਨਹੀਂ ਤੁਸੀਂ 12th ਵਿੱਚ ਕੀ ਕੀਤਾ ਹੈ ਜੀ? ਸਰ ਆਰਟਸ ਸਟਰੀਮ ਸੀ। ਆਰਟਸ, ਕਿਹੜੇ ਕਿਹੜੇ ਸਬਜੈਕਟ ਸੀ ਤੁਹਾਡੇ? ਸਰ ਮੇਰੇ ਪੋਲੀਟੀਕਲ ਸਾਇੰਸ, ਮਿਊਜ਼ਿਕ ਤੇ ਹਿਸਟਰੀ ਸੀ। ਪੋਲੀਟੀਕਲ ਸਾਇੰਸ, ਮਿਊਜ਼ਿਕ ਐਂਡ ਹਿਸਟਰੀ। ਹਾਂਜੀ ਸਰ। ਅੱਛਾ, ਤੁਹਾਡਾ ਸਵਾਲ ਕੀ ਹੈ ਜੀ? ਸਰ ਮੈਂ ਨਾ ਅੱਗੋਂ ਮਤਲਬ ਗ੍ਰੈਜੂਏਸ਼ਨ ਦੇ ਸਾਲ ਸੋਚ ਰਹੀ ਮੈਂ ਸਾਈਕੋਲੋਜਿਸਟ ਦਾ ਕਰਨਾ ਹੈ, ਜਿਹੜਾ ਕਾਉਂਸਲਿੰਗ ਸਾਈਕੋਲੋਜਿਸਟ ਹੈ ਨਾ ਉਹਦਾ ਕਰਨਾ ਹੈ। ਠੀਕ ਹੈ, ਬਹੁਤ ਵਧੀਆ ਕਰੀਅਰ ਹੈ ਜੀ ਸਾਈਕੋਲੋਜੀ ਦਾ। ਹਾਂਜੀ ਸਰ, ਤੇ ਉਹਦੇ ਬਾਰੇ ਥੋੜਾ ਦੱਸ ਦਿਓ। ਦੇਖੋ ਦੱਸਣ ਦਾ ਇਹ ਹੈ, ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਇਹ ਦੇਖਣਾ ਪੈਣਾ ਹੈ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਜ਼ਿਆਦਾਤਰ ਕਾਲਜ ਜਿਹੜੇ ਇੰਡੀਆ 'ਚ ਨੇ ਉਹ ਗ੍ਰੈਜੂਏਸ਼ਨ ਵਿੱਚ ਜੇ ਤੁਸੀਂ ਸਾਈਕੋਲੋਜੀ ਪੜ੍ਹਨਾ ਚਾਹੁੰਦੇ ਹੋ ਤੇ ਉਹ ਇਹ ਨਹੀਂ ਉਹ ਇਹ ਕੰਪਲਸਰੀ ਨਹੀਂ ਹੈ ਕਿ 11ਵੀਂ 12ਵੀਂ 'ਚ ਤੁਸੀਂ ਸਾਈਕੋਲੋਜੀ ਪੜ੍ਹੀ ਹੋਏ। ਸੋ ਉਹ ਇੱਕ ਪ੍ਰੋਬਲਮ ਤੁਹਾਨੂੰ ਆਣੀ ਨਹੀਂ ਚਾਹੀਦੀ। ਮੇਰਾ ਪਰਸਨਲ ਜਿਹੜਾ ਰਾਏ ਹੈ ਕਿ ਸਾਈਕੋਲੋਜੀ ਬਹੁਤ ਹੀ ਵਧੀਆ ਸਬਜੈਕਟ ਹੈ। ਇੱਕ ਇਹੋ ਜਿਹਾ ਸਬਜੈਕਟ ਹੈ ਕਿ ਸਾਈਕੋਲੋਜੀ ਦੀ ਡਿਗਰੀ ਦੇ ਬਾਅਦ ਤੁਸੀਂ ਕੰਪਨੀਜ਼ ਵਿੱਚ ਹੀ ਨੌਕਰੀ ਕਰ ਸਕਦੇ ਹੋ ਤੇ ਤੁਸੀਂ ਆਪਣਾ ਵੀ ਕੰਮ ਸ਼ੁਰੂ ਕਰ ਸਕਦੇ ਹੋ। ਤੋ ਵੈਦਰ ਯੂ ਆਰ ਅ ਕੈਰੀਅਰ ਕਾਉਂਸਲਰ ਜਾਂ ਤੁਸੀਂ ਹੋਰ ਕਿਸੇ ਟਾਈਪ ਦੀ ਕਾਉਂਸਲਿੰਗ ਕਰੋ, ਬਹੁਤ ਜ਼ਿਆਦਾ ਸਕੋਪ ਹੈ ਤੇ ਇੰਡੀਆ ਵਿੱਚ ਹਲੇ ਇਹਦੇ ਬਾਰੇ ਜ਼ਿਆਦਾ
सानू समझ नहीं है, बट वो डे बाय डे इंक्रीज ही हो रही है, तो बहुत चंगा ऑप्शन है। एंड एज अ साइकोलॉजी स्टूडेंट ਤੁਹਾਡੇ ਲਈ ਕੈਰੀਅਰ ਆਪਸ਼ਨਸ ਇੰਡੀਆ ਵਿੱਚ ਵੀ ਤੇ ਬਾਹਰ ਵੀ ਬਹੁਤ ਚੰਗੇ ਨੇ। आई होप मैं थोड़ा क्वेश्चन आंसर कर पाया जी। मनप्रीत जी, नेक्स्ट जोन मूनक 1299615329। हाँ जी, वाहिगुरु जी का खालसा वाहिगुरु जी की फतेह। हाँ जी मैम। हाँ जी सर, ਬੱਚਿਆਂ ਲਈ ਪੁੱਛਣਾ ਸੀਗਾ ਥੋੜਾ ਜਿਹਾ ਵੀ ਜਿਵੇਂ ਨਾ ਕਿ ਸਕਾਲਰਸ਼ਿਪ ਲੈ ਕੇ ਫੋਰਨ ਜਾਣ ਲਈ ਟੈਸਟ ਹੁੰਦਾ ਸ਼ਾਇਦ ਆਈ ਥਿੰਕ JRF ਕੁਛ ਇਹੋ ਜਿਹਾ ਟੈਸਟ ਹੈ, ਪਤਾ ਨਹੀਂ ਵੀ ਉਹ ਕਿਹੜਾ ਕਿਵੇਂ ਆਪਾਂ ਕਰ ਸਕਨੇ ਆ, ਕਿਹਦੀ ਵੀ ਬੱਚੇ ਨੂੰ ਕਿਵੇਂ ਤਿਆਰੀ ਕਰਵਾ ਸਕਨੇ ਆ ਉਹਦੀ। देखो जी, बाहर जान दा कोई इहो जिहा नहीं है कि कोई टेस्ट होंदा है स्कॉलरशिप वास्ते। हाँ जी, स्कॉलरशिप दे ना वखरे वखरे किस्म दी स्कॉलरशिप्स होंदियां ने। एक होंदी है स्कॉलरशिप जिहड़ी यूनिवर्सिटीज खुद दिंदियां ने, ਉਹਨਾਂ ਜ਼ਿਆਦਾਤਰ ਕੋਈ ਟੈਸਟ ਨਹੀਂ ਹੁੰਦਾ, ਬਟ ਉਹਨਾਂ 'ਚ ਹੁੰਦਾ ਕਿ ਤੁਸੀਂ ਜਦ ਅਪਲਾਈ ਕਰਦੇ ਹੋ ਤੇ ਜੇ ਉਹਨਾਂ ਨੂੰ ਲੱਗਦਾ ਕਿ ਜੇ ਤੁਹਾਡਾ ਬੱਚਾ ਲਾਇਕ ਹੈ, ਕਾਬਿਲ ਹੈ, ਫਿਰ ਉਹ ਸਕਾਲਰਸ਼ਿਪ ਦਿੰਦੇ ਨੇ। ਕੁਝ ਜਗ੍ਹਾ ਸ਼ਾਇਦ ਕੋਈ ਐਡੀਸ਼ਨਲ ਟੈਸਟ ਕਰਦੇ ਹੋਣਗੇ। ਦੂਜੀ ਸਕਾਲਰਸ਼ਿਪ ਹੁੰਦੀ ਹੈ ਜਿਹੜੀ ਸਾਡੇ ਗਵਰਨਮੈਂਟ ਤੇ ਦੂਜੇ ਮੁਲਕ ਦੇ ਗਵਰਨਮੈਂਟ ਦੇ ਵਿੱਚ ਐਗਰੀਮੈਂਟ ਹੋਇਆ ਹੁੰਦਾ ਤੇ ਉਹ ਫਿਰ ਸਾਡੇ ਬੱਚਿਆਂ ਨੂੰ ਦਿੰਦੇ ਨੇ। ਉਸ ਵਿੱਚ ਐਗਜ਼ਾਮ ਹੋ ਸਕਦਾ ਹੈ। ਮੈਂ ਤੁਹਾਨੂੰ ਇਹ ਸਲਾਹ ਦਿਆਂਗਾ ਕਿ ਜਿਹੜਾ ਵੀ ਕੋਈ ਤੁਸੀਂ ਸਪੈਸੀਫਿਕ ਜੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਦੱਸਿਆ ਕਿਸੇ ਸਕਾਲਰਸ਼ਿਪ ਐਗਜ਼ਾਮ ਦੇ ਬਾਰੇ, ਤੁਸੀਂ ਪਲੀਜ਼ ਉਹਦੇ ਬਾਰੇ ਸਮਝੋ ਤਾਂ ਕਿ ਕੋਈ ਗਲਤ ਇਨਫੋਰਮੇਸ਼ਨ ਨਾ ਹੋਏ। ਗਲਤ ਇਨਫੋਰਮੇਸ਼ਨ ਦੇਣ ਵਾਲੇ ਕਾਫੀ ਲੋਕ ਫਿਰਦੇ ਨੇ। ਇੱਕ ਚੀਜ਼ ਬਸ ਸਮਝ ਲਓ ਕਿ 12ਵੀਂ ਤੋਂ ਬਾਅਦ ਜ਼ਿਆਦਾਤਰ ਕੰਟਰੀਜ਼ ਵਿੱਚ ਕੋਈ ਐਂਟਰੈਂਸ ਐਗਜ਼ਾਮ ਨਹੀਂ ਮੰਗਦੇ। ਜੇ ਤੁਸੀਂ ਕਾਲਜ ਦੇ ਬਾਅਦ ਦੀ ਗੱਲ ਕਰ ਰਹੇ ਹੋ ਫਿਰ ਹੋ ਸਕਦਾ ਹੈ ਕਾਫੀ ਜਗ੍ਹਾ ਐਗਜ਼ਾਮ ਹੁੰਦੇ ਨੇ, GRE ਐਗਜ਼ਾਮ ਹੁੰਦਾ ਹੈ, GMAT ਐਗਜ਼ਾਮ ਹੁੰਦਾ ਹੈ, ਵੱਖਰੇ ਵੱਖਰੇ ਹੁੰਦੇ ਨੇ। ਪਰ ਮੈਂ ਤੁਹਾਨੂੰ ਇਹ ਸਜੈਸਟ ਕਰਾਂਗਾ ਕਿ ਡਿਪੈਂਡਿੰਗ ਔਨ ਤੁਸੀਂ ਕਿਹੜਾ ਕੰਟਰੀ ਦੇਖ ਰਹੇ ਹੋ, ਕਿਹੜਾ ਮੁਲਕ ਦੇਖ ਰਹੇ ਹੋ ਤੇ ਕਿਹੜਾ ਸਟਰੀਮ ਹੈ, ਉਸਦੇ ਉੱਤੇ ਪਲੀਜ਼ ਤੁਸੀਂ ਆਪਣੇ ਥੋੜੀ ਰਿਸਰਚ ਕਰੋ। ਇਹੋ ਜਿਹਾ ਕੋਈ ਸਟੈਂਡਰਡ ਨਹੀਂ ਹੈ ਕਿ ਜੀ ਕੋਈ ਇੱਕ ਐਗਜ਼ਾਮ ਦੇ ਕੇ ਮੈਂ ਬਾਹਰ ਦੀ ਸਕਾਲਰਸ਼ਿਪ ਲਈ ਐਲੀਜੀਬਲ ਹੋ ਜਾਣਾ, ਇਹੋ ਜਿਹਾ ਨਹੀਂ। ਓਕੇ ਜੀ, ਥੈਂਕ ਯੂ ਜੀ, ਧੰਨਵਾਦ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵੀਰ ਜੀ, ਜਿਸ ਤਰ੍ਹਾਂ ਕਿ ਟਾਈਮ ਦਾ ਹੋ ਗਿਆ ਤੇ ਕੁਐਸਚਨ ਅਸੀਂ ਪੁੱਟ ਅਪ ਕਰ ਲਈਏ ਬੱਚਿਆਂ ਤੋਂ। ਹਾਂਜੀ ਹਾਂਜੀ, ਅਸੀਂ ਹੋਰ 10 ਮਿੰਟ ਲਗਾਣੇ ਨੇ, ਲਗਾ ਸਕਦੇ, ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ। ਥੈਂਕ ਯੂ ਸਰ। ਹਾਂਜੀ, ਥੈਂਕ ਯੂ ਵੀਰ ਜੀ। ਨੈਕਸਟ ਹੈਗੇ ਰਣਜੀਤ ਸਿੰਘ, EPP ਨੰਬਰ 12529। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ, ਇੰਟਰਕਾਸਟ ਕੀ ਫਾਇਦਾ ਇੰਟਰਕਾਸਟ ਦਾ? ਹਾਂਜੀ, ਇੰਟਰਕਾਸਟ ਦਾ ਕੀ ਫਾਇਦਾ ਵਾਹਿਗੁਰੂ ਜੀ? ਨਹੀਂ ਮੈਂ ਸਮਝ ਨਹੀਂ ਪਾਇਆ। ਇੰਟਰਕਾਸਟ ਦਾ ਕੀ ਫਾਇਦਾ ਹੈ? इंटर आर्ट्स? हाँ जी, इंटर आर्ट्स मैं समझा नहीं जी गल। मैं क्या जी इंटरकास्ट का क्या फायदा जी? नहीं जी, मैं सवाल समझ नहीं पा रहा। इंटर आर्ट्स का की फायदा है? हाँ जी, नहीं जी, मैं समझ नहीं पा रहा जी। इंटर आर्ट्स की होता है जी? स्ट्रीम मतलब आप जी 11 ਤੋਂ ਬਾਅਦ मतलब 11 ਤੇ आप जी आर्ट्स लेना चाहते हो? नहीं जी, इंटर आर्ट्स सब्जेक्ट है। इंटर आर्ट्स सब्जेक्ट है? हाँ जी। मैनू जी इस गल दी या तो फिर मैं भी जो तुसी कहना चाह रहे हो मैं किसी होर नाम तो जानना। इंटर आर्ट सब्जेक्ट मैनू नहीं समझ आ रहा केड़ा होंदा है जी। अनफॉर्चुनेटली मैं इस शायद थोड़ा सवाल का जवाब दे ना पावा मैं। हेलो वाहिगुरु जी। हाँ जी, वाहिगुरु जी खालसा वाहिगुरु जी की फतेह। वाहिगुरु जी फतेह जी। हाँ जी जी, मेरा बेटा है रणजीत सिंह जी, उसने 10th की है। हाँ जी, ਸਾਨੂੰ ਕੁਝ ਸਮਝ ਨਹੀਂ ਆ ਰਿਹਾ ਇਸ ਨੂੰ ਕੀ ਰਖਵਾਈ। ਇੰਟਰ ਆਰਟਸ ਕਹਿ ਰਿਹਾ ਹੈ, ਮਤਲਬ ਉਹਦੇ ਵਿੱਚ ਮੈਥ ਹੈਗਾ ਏ, ਮਤਲਬ ਇਹ ਤੁਹਾਡੇ ਕੋਲ ਪੁੱਛ ਰਿਹਾ ਵੀ ਉਹਦੇ ਕੀ ਫਾਇਦੇ ਨੇ ਸਬਜੈਕਟ ਦੇ।
मैं वही कह रहा जी, ये इंटर आर्ट केड़ा सब्जेक्ट है, मैनू पता नहीं है, मैं शायद पहले कभी नाम सुनिया नहीं है। मैथ SST हो गया जिवें मैथ्स है, SST है, होर केड़े सब्जेक्ट ने? हाले रखने ने पंजाबी। अच्छा, मैं ਤੁਹਾਡੇ ਕੋਲ ਸਲਾਹ ਲੈਣਾ ਚਾਹੁੰਦਾ, ਮੈਂ ਸਿੰਪਲ ਆਰਟਸ ਰੱਖਾਂ ਕਿ ਇੰਟਰ ਆਰਟਸ ਰੱਖਾਂ, ਕਿਹੜੇ ਸਬਜੈਕਟ ਮਤਲਬ ਮੇਰੇ ਲਈ ਬੈਨੀਫਿਟ ਹੋਣਗੇ, मैं कुछ बन सका मतलब 10th देखो जी गल मैं बिल्कुल समझ गया। देखो जी इससे दो चीज़ां ने। हाँ जी, जो असी गल कर रहे हैं अपने तक, वो असी थोड़ी जनरल गल कर रहे हैं कि अच्छा जी ये सब्जेक्ट के बाद करियर ऑप्शन है चंगे ने नहीं चंगे ने। हाँ जी, जब तुसी कहते हो कि जी मेरे बच्चे लिए केड़ी चीज चंगी होएगी, वो जवाब देने वास्ते मैं तद ही कर सकता जे मैं थोड़े बच्चे नू जाना, ਉਹਦੇ ਲਈ एक असेसमेंट करनी पैंदी है। तो ਇਹੋ ਜਿਹੇ ਪਲੇਟਫਾਰਮ ਤੇ ਜਾਂ ਇੰਨੀ ਜੀ ਗੱਲ ਕਰਕੇ ਮੈਂ ਜਾਣਦਾ ਨਹੀਂ ਕਿ ਤੁਹਾਡੇ ਬੱਚੇ ਦੀ ਕੀ ਕਾਬਲੀਅਤ ਹੈ, ਕਿਹੜੇ ਸਬਜੈਕਟ ਉਹਨੂੰ ਜ਼ਿਆਦਾ ਪਸੰਦ ਨੇ, ਕਿਹੜੀ ਚੀਜ਼ਾਂ ਪੜ੍ਹਾਈ ਦੇ ਇਲਾਵਾ ਹੋਰ ਕੀ ਕਰਦਾ ਹੈ, ਕੀ ਸੋਚਦਾ ਹੈ, ਕਿਵੇਂ ਕਰਦਾ ਹੈ। ਇਹ ਮੈਂ ਕਹਿ ਨਹੀਂ ਪਾਵਾਂਗਾ ਕਿ ਜੀ ਇਹ ਚੰਗਾ ਹੋਏਗਾ ਉਹਦੇ ਵਾਸਤੇ ਜਾਂ ਇਹ ਚੰਗਾ ਹੋਏਗਾ। तो जे तुसी पहले भी जेड़े सवाल जे तुसी मेरे जवाब सुने होंगे, मैं बच्चों ਨੂੰ बस ਇਹ शेयर कर रहा कि ਇਹ ऑप्शंस हैं। ਹੁਣ ਇਹ ਸਾਰੇ ऑप्शन ਵਿੱਚੋਂ ਤੁਹਾਡੇ ਵਾਸਤੇ ਕਿਹੜਾ ਆਪਸ਼ਨ ਬੈਸਟ ਹੈ ਉਹ ਤੁਹਾਨੂੰ ਖੁਦ ਦੇਖਣਾ ਹੈ। ਹਾਂਜੀ, ਇੰਨੀ ਜੀ ਗੱਲ ਦੇ ਬਾਅਦ ਮੈਂ ਤੁਹਾਨੂੰ ਇਹ ਐਡਵਾਈਸ ਦੇ ਨਹੀਂ ਸਕਦਾ। ਇਹ ਨਾ ਮਤਲਬ ਆਪਣੇ ਆਪ ਗਾਈਡੈਂਸ ਕਰ ਰਿਹਾ ਨਾ ਕੁਝ ਹਾਂਜੀ, ਕੁਝ ਘਰ ਦੇ ਹਾਲਾਤ ਐਦਾਂ ਦੇ ਨੇ, ਅਸੀਂ ਗੁਰਨੇ ਆ ਵੀ ਗੁਰਮਤ ਦਾ ਕੋਈ ਸਕੂਲ ਸਾਨੂੰ ਮਿਲ ਜਾਏ। जी मैं समझ गया थोड़ी गल, वही मैं कह रहा। देखो जी मेरा हाल ना थोड़ा जा हो जा है कि जे तुसी किसी डॉक्टर कोल जांदे हो, ਹਾਂਜੀ, कि डॉक्टर ਨੂੰ ਦੱਸੋਗੇ ਨਾ अच्छा जी ਮੈਨੂੰ ਇਹ ਲੱਗ ਰਿਹਾ ਤੇ ਤੂੰ ਦੱਸ ਵੀ ਕਿਹੜੀ ਮੈਂ ਦਵਾਈ ਖਾਵਾਂ। ਹਾਂਜੀ, ਪਹਿਲੇ ਡਾਕਟਰ ਨੂੰ ਸਮਝਣਾ ਪੈਂਦਾ ਨਾ ਕਿ ਅੱਛਾ ਜੀ ਤੁਹਾਨੂੰ ਤਕਲੀਫ ਕੀ ਹੈ। ਹਾਂਜੀ, तो ਮੈਨੂੰ ਵੀ ਤੁਹਾਨੂੰ ਕੋਈ ਵੀ ਸੋਲੂਸ਼ਨ ਦੇਣ ਤੋਂ ਪਹਿਲੇ ਮੈਨੂੰ ਤੁਹਾਡੇ ਬਾਰੇ ਉਹ ਸਮਝਣਾ ਪੈਣਾ। ਰਾਈਟ ਨਾਓ ਜੋ ਤੁਸੀਂ ਗੱਲ ਕਰ ਰਹੇ ਹੋ ਉਹ ਇਹੋ ਜਿਹਾ ਹੈ ਕਿ ਬਸ ਜੀ ਤੁਸੀਂ ਡਾਕਟਰ ਕੋਲ ਜਾਓ ਤੇ ਡਾਕਟਰ ਨੂੰ ਕਹੋ ਜੀ ਮੈਨੂੰ ਕੋਈ ਦਵਾਈ ਦੇ ਦੇ, ਕਿ ਯਾਰ ਕਿਸ ਚੀਜ਼ ਦੀ ਦਵਾਈ ਦਿਆਂ, ਚੰਗੀ ਹੈ ਬੁਰੀ ਹੈ। ਇਸ ਕਰਕੇ ਮੈਂ ਇਸ ਦੇ ਉੱਤੇ ਜ਼ਿਆਦਾ ਇਸ ਟਾਈਮ ਤੇ ਤੁਹਾਨੂੰ ਨਾਲ ਕੋਈ ਮੈਂ ਸੋਲੂਸ਼ਨ ਦੇ ਨਹੀਂ ਪਾਵਾਂਗਾ, ਕਿਉਂਕਿ ਜੇ ਸਪੈਸਿਫਿਕ ਇੰਡੀਵਿਜੂਅਲ ਬੱਚੇ ਦੇ ਲਈ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਸ਼ਾਇਦ ਚੰਗੀ ਨਹੀਂ ਹੈ, ਉਹ ਐਜ਼ ਅ ਕਾਉਂਸਲਰ ਅਸੀਂ ਕਰ ਸਕਦੇ ਹਾਂ, ਪਰ ਉਹਦੇ ਲਈ ਫਿਰ ਸਾਨੂੰ ਇੱਕ ਵੱਖਰਾ ਅਸੈਸਮੈਂਟ ਕਰਨਾ ਪੈਂਦਾ ਹੈ। ਠੀਕ ਹੈ ਜੀ, ਹਾਂਜੀ, ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਰਣਜੀਤ ਸਿੰਘ ਜੀ ਇਸ ਵਾਸਤੇ ਆਪ ਜੀ ਇੱਕ ਵਾਰ ਵਾਈਸੀ ਨਾਲ ਕੰਸਲਟ ਕਰ ਲੈਣਾ ਤੇ ਉਹਨਾਂ ਨੂੰ ਦੱਸ ਦੇਣਾ ਤੇ ਉਸ ਤੋਂ ਬਾਅਦ ਅਸੀਂ ਆਪ ਜੀ ਨੂੰ ਦੱਸ ਦਾਂਗੇ। ਤੇ ਨੈਕਸਟ ਅਰਜਨ ਕੌਰ ਪਟਿਆਲਾ ਤੋਂ। अर्जन कौर पटियाला प्लीज अनम्यूट करो अगर आप जी का कोई क्वेश्चन है ते। मैम एक्चुअली आई एम अनम्यूटेड। महकप्रीत कौर। ओके, महकप्रीत कौर, फाइन, ठीक है। ओके सर, गुड आफ्टरनून। गुड आफ्टरनून जी। So my question is that I am in 10th now. I want to choose commerce with maths as I am fond of maths. But I am confused to choose my career about what must I choose after commerce, and also I want to go out in Germany. Then what should I do there after going? What should I opt? Because my first aim was to be an army person, but after viewing today's news that their jobs are being very lesser time for, so I am upset by or that I am not interested now in that career. So what must I choose now? Mehak, just like I was telling before your question, ਤੁਸੀਂ ਕਹਿ ਰਹੇ ਹੋ that you've chosen commerce with maths. Yes. Now you're saying you want to go to Germany and study. Yes. I don't know the reasons why you've chosen Germany and what do you want to study in Germany. But I can assume. Sir, could you tell that what should be chosen after commerce? See, there are hundred of career options after commerce, and all of them are good. Okay. As a counselor, मैं ਤੁਹਾਨੂੰ तभी guide कर सकता when I
tell you after an assessment कि out of those 100 options, which is the option that is good for you. But the popular choices after commerce, like I had spoken earlier, जब एक बच्चे ने पूछा सी, chartered accountancy is very popular. Related to that, there is a CS degree also. हाँ जी, so that's I what I'm want saying. to know something about that. So company secretary is comparatively a newer field. Company secretary jada hai, you can call it a limitation or you can call it an advantage, depends on how you look at it. Okay, sir. Company secretary is mandatory. It is compulsory for companies which have, I think, more than a 50 crore or 100 crore turnover. I'm not sure of the exact amount. But basically, companies which are bigger than a certain number, only compulsory on that to have a company secretary. So one way to look at it is कि if you become a company secretary, जेडी वडिया कंपनियां ने only they will need your services. Okay. The other way to look at it is कि सिर्फ वडी कंपनी में मेरी सर्विस चाहिए होगी तो मेरे लिए opportunity कट होगी. But similar to company secretary and chartered accountancy, there is also something called ICWA, cost and works accountant. This is a person जो ज़्यादातर manufacturing field में बहुत ज़्यादा these skills की ज़रूरत होती है. Then we also have options like after commerce, of course, you do your BCom, you can go into MBA. After commerce, you can also do economics honors. Economics एक बहुत ही चंगी field है. उसमें बहुत चंगे career options आते हैं and good high paying options. Now the part where I'm confused, Mehakpreet, is you said you want to go to Germany. Yes. Now जिथे तक, and since we also deal with overseas, Germany, the दो चीज़ें you need to be clear. If you are very good, if you are not, please do research on those. 95 or 97% of courses taught in Germany are taught in German language. Yes, sir. So to learn a course in German language, थोनू German language एक level तक पढ़नी पैंदी है, which is minimum of a B2 level. Yes, sir. ठीक है जी? So either you spend time and invest time to do that. Second thing is that many places in Germany और free education provide करते हैं even to international students. Yes, but sir, again, so I that was aware about that. That is why I was opting to go into agreed. Germany. So all I'm saying is you have to understand, just because it is free doesn't mean it's necessarily the best option for you. Because one, you have to know German. I'll just give you an example. ਹੁਣ ਤੁਸੀਂ ਕਿਸ ਕਲਾਸ ਵਿੱਚ ਹੋ ਮਹਿਕਪ੍ਰੀਤ? Sir, I am in 10th. Okay. What is you are studying English in 10th? What is the second language you're studying in 10th? So first language is Punjabi and second is English. Okay. First language is Punjabi. Yes. Now I'll just give you an example. Class 10 ਦੀ ਜਿਹੜੀ ਪੰਜਾਬੀ ਹੁੰਦੀ ਹੈ ਨਾ, Yes, sir. that is equal to A1 level of Punjabi. Okay, sir. Okay. So the Yes, sir. thing is A1, A2, B1, B2. To study in Germany for free, you have to know German till B2 level. Yes, ਹੁਣ sir. ਤੁਸੀਂ ਇਹ ਦੇਖ ਲਓ ਕਿ ਜੀ ਮੈਂ ਪੰਜਾਬੀ 10ਵੀਂ ਤੱਕ ਪੜ੍ਹੀ ਹੈ. Normally ਜਿੱਥੇ ਤੱਕ ਮੈਨੂੰ ਯਾਦ ਹੈ, ਜਦ ਮੈਂ ਚੰਡੀਗੜ੍ਹ ਪੜ੍ਹਿਆ ਸੀ, ਸਾਨੂੰ ਪੰਜਾਬੀ ਕਲਾਸ 5 ਵਿੱਚ I think ਸ਼ੁਰੂ ਕਰਾਉਂਦੇ ਸੀ in the CBSE ICSE schools. Maybe ਤੁਸੀਂ ਜ਼ਿਆਦਾ ਦੇਰ ਪੜ੍ਹੀ ਹੋਏਗੀ or maybe roughly same. But after studying for 4 to 5 years Punjabi in school, ਤੁਸੀਂ A1 level ਤੇ ਪਹੁੰਚਦੇ ਹੋ. So German language ਨੂੰ B2 level ਤੱਕ ਪਹੁੰਚਣ ਵਾਸਤੇ it will need time, it will need effort. Is it possible? ਹਾਂਜੀ, it is possible. But just be aware ਕਿ ਤੁਹਾਨੂੰ ਉਸ ਤੇ time spend ਕਰਨਾ ਪਏਗਾ ਤੇ ਤੁਹਾਨੂੰ ਉਹਦੀ ਬਹੁਤ practice ਕਰਨੀ ਹੋਏਗੀ, ਕਿਉਂਕਿ ਗੱਲ ਕਰਨੀ ਵੱਖਰੀ ਚੀਜ਼ ਹੈ ਤੇ ਉਸ language ਵਿੱਚ ਸਾਰੀ ਪੜ੍ਹਾਈ ਕਰਨਾ is a totally different thing. But otherwise, Germany is a good option, and I wish you the best. That if you can get into one of the better colleges in Germany, it's a very, very good option. Yes, sir. Thank you. Sir, but Thank you. Sir, I'm Amrit. Hanji. Sir, I am a student of PCM in class 12. Sir, my question is, which career option is best for PCM students after 12th? Okay. मैं जी एक बारी दोबारा I want to just share with everyone. ਤੁਹਾਡੇ ਚੋਂ ਜੋ ਵੀ ਜੇ ਇਹ ਸਵਾਲ ਪੁੱਛਣਾ ਚਾਹ ਰਹੇ ਨੇ ਕਿ ਜੀ ਮੇਰੇ ਲਈ ਕਿਹੜਾ ਬੈਸਟ ਆਪਸ਼ਨ ਹੈ,
ਉਹਦਾ ਜਵਾਬ ਮੈਂ ਨਹੀਂ ਦੇ ਸਕਦਾ, ਕਿਉਂਕਿ ਜੋ ਵੀ ਮੈਂ ਜਵਾਬ ਦੇ ਰਿਹਾ ਉਹ ਜਨਰਲ ਜਵਾਬ ਦੇ ਰਿਹਾ। whether that will be the best for you or not, I don't। एग्जाम्पल ਦੇ ਤੌਰ ਤੇ ਹੁਣ ਵੱਡੇ ਬਜ਼ੁਰਗ ਕਹਿੰਦੇ ਨੇ ਜੀ ਕਰੇਲਾ ਖਾਇਆ ਕਰੋ, ਬਹੁਤ ਚੰਗਾ ਹੈ, ਖੂਨ ਸਾਫ਼ ਰੱਖਦਾ ਹੈ, ਹਾਰਟ ਅਟੈਕ ਨਹੀਂ ਹੁੰਦਾ, ਫਲਾਣਾ ਢਮਕਾਣਾ। ਪਰ ਮੈਨੂੰ ਪੱਕਾ ਪਤਾ ਕਿ ਜਿਹੜੇ ਸਾਡੇ ਵੈਬਿਨਾਰ ਤੇ 75-80% ਬੱਚੇ ਨੇ ਉਹ ਸ਼ਾਇਦ ਕਰੇਲੇ ਦੀ ਸ਼ਕਲ ਵੀ ਨਹੀਂ ਦੇਖਣਾ ਚਾਹਦੇ। ਵਾਈ? ਬਿਕੋਜ਼ ਕਰੇਲਾ ਇਜ਼ ਗੁੱਡ, ਬਟ ਬੱਚੇ ਨੂੰ ਉਹਦਾ ਟੇਸਟ ਪਸੰਦ ਨਹੀਂ ਹੈ। Similarly, there could be an option which is very good. For example, if you talk of PCM ਤੇ ਸਾਇੰਸ ਦੀ ਤੁਸੀਂ ਗੱਲ ਕਰੋ, ਇੰਜੀਨੀਅਰਿੰਗ ਬਹੁਤ ਚੰਗੀ ਫੀਲਡ ਹੈ। ਵਿਦਿਨ ਇੰਜੀਨੀਅਰਿੰਗ ਕਿਹੜੀ ਸਟਰੀਮ? ਕੰਪਿਊਟਰ ਦਾ ਦੀ ਡੇਟਾ ਬਹੁਤ ਚੰਗਾ ਹੈ, ਇਲੈਕਟ੍ਰੋਨਿਕਸ ਬਹੁਤ ਚੰਗਾ ਹੈ, ਮਕੈਨੀਕਲ ਇਜ਼ ਗੁੱਡ, ਰਿਨਿਊਏਬਲ એનર્ਜੀ ਜਿਹੜਾ ਉਸ ਤੇ ਬੜਾ ਕੰਮ ਹੋ ਰਿਹਾ ਹੈ। ਸੋ these are all good options like ਕਰੇਲਾ, they are very good options, but ਕੀ ਉਹ options ਤੁਹਾਡੇ ਵਾਸਤੇ ਬੈਸਟ ਨੇ? I don't know। ਜਿਵੇਂ ਮੈਂ ਪਹਿਲੇ ਵੀ ਇੱਕ ਦੋ ਬੱਚਿਆਂ ਨਾਲ ਸ਼ੇਅਰ ਕੀਤਾ ਹੈ, ਉਹ ਡਿਸੀਜਨ ਜਾਂ ਉਹ ਗਾਈਡੈਂਸ ਦੇਣ ਵਾਸਤੇ ਕਿਸੇ ਵੀ ਕਾਉਂਸਲਰ ਨੂੰ ਇਹ ਜ਼ਰੂਰਤ ਹੈ ਕਿ ਉਹ ਤੁਹਾਡਾ ਅਸੈਸਮੈਂਟ ਕਰੇ ਤੇ ਇਹ ਦੇਖੇ ਕਿ ਤੁਹਾਡੇ ਕੀ ਸਟਰੈਂਥਸ ਨੇ, ਤੁਸੀਂ ਕਿਸ ਤਰੀਕੇ ਦੀ ਚੀਜ਼ਾਂ ਕਰ ਸਕਦੇ ਹੋ, ਵਾਟ ਡੂ ਯੂ ਪ੍ਰੈਫਰ, ਤੁਹਾਡੇ ਇੰਟਰਸਟ ਕੀ ਹੈ, ਤੁਹਾਡਾ ਐਪਟੀਟਿਊਡ ਕੀ ਹੈ, ਤੇ ਉਹਦੇ ਬੇਸਿਸ ਤੇ ਸੁਜੈਸ਼ਨ ਦਿੱਤੀ ਜਾ ਸਕਦੀ। ਬਟ ਅਦਰਵਾਈਜ਼ PCM ਇੰਜੀਨੀਅਰਿੰਗ ਬਹੁਤ ਚੰਗੀ ਆਪਸ਼ਨ ਹੈ। ਪਰਸਨਲੀ ਮੈਨੂੰ ਇੱਕ ਹੋਰ ਜਿਹੜੀ ਸਬਜੈਕਟ ਬਹੁਤ ਪਸੰਦ ਹੈ, ਦੈਟ ਇਜ਼ ਫਿਜ਼ਿਕਸ। ਜੇ ਤੁਸੀਂ ਫਿਜ਼ਿਕਸ ਵਿੱਚ ਅੱਗੇ ਪੜ੍ਹਾਈ ਕਰੋਗੇ ਉਹਦੇ ਬਾਅਦ ਬਹੁਤ ਆਪਸ਼ਨਸ ਤੁਹਾਨੂੰ ਮਿਲਣਗੇ, ਸੋ ਦੈਟ ਕੈਨ ਆਲਸੋ ਬੀ ਸਮਥਿੰਗ ਯੂ ਵਾਂਟ ਟੂ ਲੁੱਕ ਐਟ। ਨਹੀਂ ਤਾਂ ਡੇਟਾ ਐਨਾਲਿਟਿਕਸ, ਡੇਟਾ ਸਾਇੰਸ, ਇਹਦੇ ਵੀ ਬਹੁਤ ਚੰਗੇ ਕੈਰੀਅਰਸ ਨੇ ਵਿਚਾਰ ਵਿੱਚ। Okay, sir. Thank you. ਥੈਂਕ ਯੂ ਜੀ। ਹਾਂਜੀ, ਲਾਸਟ ਇੱਕ ਦੋ ਕੁਐਸਚਨ ਕਰ ਸਕਦੇ ਹਾਂ, ਫਿਰ ਉਹਦੇ ਬਾਅਦ ਜੇ ਹੋਰ ਕੋਈ ਕੁਐਸਚਨ ਨੇ ਦਵਨਪ੍ਰੀਤ ਭੈਣ ਜੀ, ਕੈਨ ਆਈ ਰਿਕੁਐਸਟ ਜਾਂ ਤਾਂ ਅਸੀਂ ਈਮੇਲ ਤੇ ਜਾਂ ਕਿਸੇ ਤਰੀਕੇ ਨਾਲ ਮੰਗਾ ਲਈਏ ਐਂਡ ਦੈਨ ਮੈਂ ਉਹਨਾਂ ਦੇ ਜਵਾਬ ਦੇ ਸਕਦਾ ਔਨ ਈਮੇਲ ਔਰ ਸਮਥਿੰਗ, ਵਿਲ ਦੈਟ ਬੀ ਪੋਸੀਬਲ? ਓਕੇ, ਐਨੀਵੇ ਚਲੋ ਜੀ, ਸਭ ਤੋਂ ਉੱਤੇ Redmi 8 ਹੈ, ਤੁਸੀਂ ਆਪਣਾ ਸਵਾਲ ਪੁੱਛੋ ਜੀ ਪਲੀਜ਼। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਸਰ ਜੀ ਮੈਂ ਗੱਲ ਕਰਨੀ ਸੀ ਕਿ ਜੇ ਮੈਂ ਆਰਟਸ ਰੱਖੀ ਹੋਈ ਹੈ। ਸੌਰੀ, ਕੀ ਕੀਤਾ ਹੋਇਆ ਜੀ? ਜੀ ਆਰਟਸ ਰੱਖੀ ਹੋਈ ਹੈ। ਹਾਂਜੀ ਸਰ ਮੈਂ ਅੱਗੇ ਮਤਲਬ ਕਿ LLB ਕਰਨੀ ਹੈ। LLB ਕਰਨੀ ਹੈ, ਠੀਕ ਹੈ ਜੀ, ਬਹੁਤ ਵਧੀਆ। ਸਰ ਬਟ ਮੇਰਾ ਮਾਈਂਡ ਚੇਂਜ ਹੋ ਗਿਆ ਸੀ ਤੇ ਮੈਂ ਨਾ ਪਹਿਲਾਂ ਹੀ ਮੈਂ ਹਿਸਟਰੀ, ਫਿਜ਼ੀਕਲ ਤੇ ਇਲੈਕਟਿਵ ਪੰਜਾਬੀ ਰੱਖੀ ਵੀ ਸੀ, ਪਰ ਪੋਲੀਟੀਕਲ ਸਾਇੰਸ ਜ਼ਰੂਰੀ ਹੁੰਦੀ ਆ? ਨਹੀਂ, ਜ਼ਰੂਰੀ ਤਾਂ ਨਹੀਂ ਹੁੰਦੀ, ਹੈਲਪਫੁਲ ਜ਼ਰੂਰ ਹੋ ਸਕਦੀ ਹੈ, ਜ਼ਰੂਰੀ ਨਹੀਂ ਹੁੰਦੀ। ਕਿਉਂਕਿ LLB ਵਿੱਚ ਕਿਸੇ ਵੀ ਸਟਰੀਮ ਦਾ ਬੱਚਾ LLB ਦੇ ਐਂਟਰੈਂਸ ਐਗਜ਼ਾਮ ਲਈ ਅਪੇਅਰ ਕਰ ਸਕਦਾ ਹੈ ਤੇ ਉਹਦੇ ਬਾਅਦ ਉਹ ਕਾਲਜ 5 ਸਾਲ ਦਾ ਕੋਰਸ ਹੁੰਦਾ, ਤੁਹਾਨੂੰ ਸਭ ਕੁਝ ਪੜ੍ਹਾਉਂਦੇ ਨੇ। ਸੋ ਜਿਵੇਂ ਮੈਂ ਪਹਿਲੇ ਕਿਹਾ ਸੀ ਇਨ ਦ ਬਿਗਿਨਿੰਗ, ਜੇ ਪੋਲੀਟੀਕਲ ਸਾਇੰਸ ਹੋਏ ਇਟ ਇਜ਼ ਹੈਲਪਫੁਲ, ਤੁਹਾਨੂੰ ਥੋੜੀ ਉਸ ਚੀਜ਼ਾਂ ਦੇ ਬਾਰੇ ਜ਼ਿਆਦਾ ਸਮਝ ਹੋ ਸਕਦੀ ਹੈ। ਲੀਗਲ ਸਟੱਡੀਜ਼ ਐਜ਼ ਅ ਸਬਜੈਕਟ ਹੁੰਦਾ, ਤੁਹਾਨੂੰ ਥੋੜੀ ਜ਼ਿਆਦਾ ਸਮਝ ਹੋਏਗੀ, ਨੌਲੇਜ ਹੋਏਗੀ, ਬਟ ਕੰਪਲਸਰੀ ਨਹੀਂ ਹੈ। ਓਕੇ ਸਰ। ਸਰ ਮੈਂ BA ਤੇ ਬਾਅਦ LLB ਕਰ ਸਕਦੀ ਆ, 2 ਸਾਲ 3 ਸਾਲ BA ਤੇ 2 ਸਾਲ। ਹਾਂਜੀ ਸਰ ਆਪਾਂ BA ਨਾਲ ਵੀ LLB ਕਰ ਸਕਦੇ, 3 ਸਾਲ BA ਹਾਂ, ਤੇ 2 ਸਾਲ ਇੰਡੀਆ ਵਿੱਚ ਤਾਂ ਜਿਹੜਾ LLB ਹੁੰਦਾ ਹੀ 5 ਸਾਲ ਦਾ ਹੈ। BA LLB, BCom LLB, ਸਿੱਧਾ ਸਿਰਫ 3 ਸਾਲ ਦਾ LLB ਹੁੰਦਾ ਹੀ ਨਹੀਂ ਇੰਡੀਆ ਵਿੱਚ। ਥੈਂਕ ਯੂ ਸਰ। ਥੈਂਕ ਯੂ ਜੀ। ਹਾਂਜੀ, ਸੁਖਦੀਪ ਕੌਰ ਜੀ। ਸਰ ਐਡਵੋਕੇਟ ਬਣਨ ਦੇ ਲਈ ਕਿਹੜੀ ਸਟਰੀਮ ਜ਼ਿਆਦਾ ਬੈਸਟ ਹੈ? ਮੈਂ ਉਹੀ ਨੇ ਗੱਲ ਕਰ ਰਹੇ ਸੀ, ਐਡਵੋਕੇਟ ਬਣਨ ਲਈ ਸਟਰੀਮ ਕੋਈ ਵੀ ਹੋ ਸਕਦੀ ਹੈ, ਪਰ ਜੇ ਤੁਸੀਂ ਆਰਟ ਸਟਰੀਮ ਲਓ ਤਾਂ ਉਸ ਵਿੱਚ 1-2 ਸਬਜੈਕਟਸ ਜਿਵੇਂ ਲੀਗਲ ਸਟੱਡੀਜ਼, ਪੋਲੀਟੀਕਲ ਸਾਇੰਸ ਵਗੈਰਾ ਆਉਂਦੇ ਨੇ, ਤੇ ਉਹ 11ਵੀਂ 12ਵੀਂ ਜੇ ਤੁਸੀਂ ਪੜ੍ਹੋ ਤੁਹਾਨੂੰ ਫਾਇਦਾ ਹੋ ਸਕਦਾ ਹੈ। ਬਟ ਅਦਰਵਾਈਜ਼ ਲਾਅ ਦਾ ਜਿਹੜਾ ਐਂਟਰੈਂਸ ਐਗਜ਼ਾਮ ਹੈ ਉਹਦੇ ਲਈ ਇਹੋ ਜਿਹਾ ਕੁਝ ਨਹੀਂ ਹੈ ਕਿ ਜੀ ਸਿਰਫ ਇੱਕ ਸਟਰੀਮ ਦਾ ਬੱਚਾ ਹੀ ਬੈਠ ਸਕਦਾ ਹੈ, ਕਿਸੇ ਵੀ ਸਟਰੀਮ ਦਾ ਬੱਚਾ ਉਸ ਐਗਜ਼ਾਮ ਲਈ ਬੈਠ ਸਕਦਾ। ਹਾਂਜੀ ਹਾਂਜੀ ਪੂਜਾ।
ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਜੀ। ਸਰ ਮੈਂ ਆਰਟਸ ਕੀਤੀ ਸੀ, ਉਸ ਤੋਂ ਬਾਅਦ ਯੂਪੀਐਸਸੀ ਦੇ ਪ੍ਰੈਪਰੇਸ਼ਨ ਵੀ ਕਰਨੀ ਹੈ, ਤੇ ਕਿਹੜੇ ਕਿਹੜੇ ਕੋਰਸਿਸ ਬੈਟਰ ਰਹਿਣਗੇ? ਨਹੀਂ, यूपीएससी ਦੀ ਪ੍ਰੈਪਰੇਸ਼ਨ ਕਰਨ ਵਾਸਤੇ ਕਿਹੜੇ ਕੋਰਸਸ ਬੈਟਰ ਰਹਿਣਗੇ? ਮਤਲਬ ਤੁਸੀਂ ਗ੍ਰੈਜੂਏਸ਼ਨ ਵਿੱਚ ਕਿਹੜਾ ਕੀ ਕੀਤਾ ਤੁਸੀਂ? ਸਰ ਕਰਨਾ ਹੈ, ਜੇ +2 ਕੀਤੀ ਹੈ। ਨਹੀਂ, ਹੁਣੇ ਤੁਸੀਂ ਗ੍ਰੈਜੂਏਸ਼ਨ ਸ਼ੁਰੂ ਕਰ ਚੁੱਕੇ ਹੋ? ਨੋ ਸਰ, ਹਾਂ, ਹੁਣ +2 ਕੰਪਲੀਟ ਹੋਈ ਹੈ, ਅੱਗੇ ਕਰਨੀ ਹੈ ਹੁਣ ਕਰ। ਹਲੇ ਤੁਸੀਂ ਗ੍ਰੈਜੂਏਸ਼ਨ ਸ਼ੁਰੂ ਕਰਨੀ ਹੈ? ਯੈਸ ਸਰ। ਅੱਛਾ, ਤਾਂ ਤੁਹਾਡਾ ਸਵਾਲ ਕੀ ਹੈ? ਸਰ ਕਿਹੜੇ ਕਿਹੜੇ ਕੋਰਸਿਸ ਬੈਟਰ ਰਹਿਣਗੇ? ਨਹੀਂ, ਕੋਰਸਿਸ ਮੈਨੂੰ ਇਹ ਨਹੀਂ ਪਤਾ ਨਾ ਤੁਹਾਡੇ ਆਰਟ ਤੁਸੀਂ ਜਿਹੜੀ 12th ਵਿੱਚ ਕਿਹੜੇ ਕਿਹੜੇ ਸਬਜੈਕਟ ਤੁਸੀਂ ਲੈਣੇ, ਉਹਦੇ ਮੁਤਾਬਿਕ ਤੁਸੀਂ ਕਾਲਜ ਵਿੱਚ ਕੁਝ ਕਰੋਗੇ ਨਾ। ਹਾਂਜੀ ਸਰ, ਇਕਨੋਮਿਕਸ, ਹਿਸਟਰੀ ਐਂਡ ਜਿਓਗ੍ਰਾਫੀ। तो ਇਹਨਾਂ ਤਿੰਨਾਂ ਚੋਂ ਤੁਹਾਡਾ ਇੰਟਰਸਟ ਕਿਸ ਵਿੱਚ ਹੈ ਜ਼ਿਆਦਾ? ਇਕਨੋਮਿਕਸ। तो इकोनॉमिक्स ਦੇ ਫਿਰ ਆਪਸ਼ਨਸ ਦੇਖ ਲਓ, ਬਿਕੋਜ਼ ਦੇਖੋ यूपीएससी ਵਾਸਤੇ ਵੀ ਕਿਸੇ ਵੀ ਸਟਰੀਮ ਦਾ ਬੱਚਾ ਬਹਿ ਸਕਦਾ, ਤੁਸੀਂ ਉੱਥੇ ਤੁਸੀਂ ਆਪਣਾ ਸਬਜੈਕਟਸ ਚੂਜ਼ ਕਰਦੇ ਹੋ ਫॉर द यूपीएससी ਐਗਜ਼ਾਮ। ਸੋ ਜੇ ਤੁਹਾਨੂੰ ਇਕਨੋਮਿਕਸ ਜਾਂ BA ਇਕਨੋਮਿਕਸ ਕੋਈ ਕੋਰਸ ਮਿਲਦਾ ਹੈ, then that definitely something that you can do। ਓਕੇ ਸਰ। ਹਾਂਜੀ, ਮੈਂ ਰਿਕੁਐਸਟ ਕਰਾਂਗਾ ਐਸੇ ਕੁਐਸਚਨਸ ਥੋੜੇ ਜਿਹੜੇ ਆ ਰਹੇ ਨੇ, ਜੇ ਤੁਸੀਂ ਸਾਰੇ ਲੋਕ ਈਮੇਲ ਕਰ ਸਕਦੇ ਹੋ ਆਪਣੇ ਐਜੂਕੇਟ ਪੰਜਾਬ ਟੀਮ ਵਿੱਚ, ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨਾਂ ਦਾ ਫਿਰ ਈਮੇਲ ਤੇ ਰਿਪਲਾਈ ਕਰ ਸਕਾਂ ਜੇ ਉਹ ਪੋਸੀਬਲ ਹੈ, ਕਿਉਂਕਿ ਐਸੇ ਨਹੀਂ ਤਾਂ ਇਹ ਚੱਲਦਾ ਰਹੇਗਾ ਤਾਂ ਥੋੜੀ ਜਿਹੀ ਮੁਸ਼ਕਿਲ ਹੋ ਜਾਏਗੀ। ਹਾਂਜੀ, ਤੇ ਮੈਂ ਹੁਣ ਬੇਨਤੀ ਕਰਾਂਗੀ ਮੈਂ ਬੇਨਤੀ ਕਰਾਂਗੀ ਵੀਰ ਮਨਦੀਪ ਜੀ ਨੂੰ ਕਿ ਉਹ ਆਪਣਾ ਈਮੇਲ ਜਿਹੜਾ ਹੈਗਾ ਉਹ ਆਪਣਾ ਇਹਦੇ ਵਿੱਚ ਚੈਟ ਬਾਕਸ ਤੇ ਪਾ ਦਿਓ, ਤਾਂ ਕਿ ਬੱਚਿਆਂ ਦੇ ਜਿਹੜੇ ਕੁਐਸਚਨ ਹਨ ਉਹ ਆਪ ਜੀ ਨਾਲ ਪੁੱਟ ਅਪ ਕਰ ਸਕਦੇ ਈਮੇਲ। ਮੈਂ ਪਾ ਦਿੰਦਾ ਜੀ, ਮੈਂ ਹੁਣੇ ਚੈਟ ਬਾਕਸ ਵਿੱਚ ਪਾ ਦਿੰਦਾ ਮੈਂ। ਹਾਂਜੀ, ਚੈਟ ਬਾਕਸ ਵਿੱਚ ਮੈਂ ਪਾ ਦਿੱਤਾ ਜੀ, ਤੁਸੀਂ ਪਲੀਜ਼ ਈਮੇਲ ਆਈਡੀ ਕਾਪੀ ਕਰ ਲਓ। ਤੇ ਇਸ ਦੇ ਨਾਲ ਹੀ ਅਸੀਂ ਵੀਰ ਮਨਦੀਪ ਸਿੰਘ ਜੀ ਨੇ ਬਹੁਤ ਹੀ ਧੰਨਵਾਦੀ ਹੈਗੇ ਆ, ਤੇ ਉਹਨਾਂ ਨੇ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਆਪ ਸਭਨਾਂ ਨੂੰ ਕੈਰੀਅਰ ਗਾਈਡੈਂਸ ਦਿੱਤੀ, ਜਿਸ ਵਿੱਚ ਉਹਨਾਂ ਨੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ। ਤੇ ਪਿਆਰੇ ਬੱਚੋ, ਦੇਖੋ ਤੁਸੀਂ ਕਿੰਨੇ ਲੱਕੀ ਹੋ ਜੋ ਘਰ ਬੈਠ ਕੇ ਹੀ ਗਾਈਡੈਂਸ ਲੈ ਰਹੇ ਹੋ। ਨਹੀਂ ਤੇ ਅੱਜ ਤੋਂ 15-20 ਸਾਲ ਪਹਿਲੇ ਇਹ ਹੁੰਦਾ ਸੀ ਕਿ ਬਈ ਪਤਾ ਹੀ ਨਹੀਂ ਲੱਗਦਾ ਸੀ ਅਸੀਂ ਕਿਹੜਾ ਕੈਰੀਅਰ ਚੂਜ਼ ਕਰਨਾ ਹੈ, ਸਾਨੂੰ ਇੰਨੀ ਗਾਈਡੈਂਸ ਮਿਲਦੀ ਹੀ ਨਹੀਂ ਸੀ। ਤੇ ਨਾਓ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵੀਰ ਮਨਦੀਪ ਜੀ ਦੇ, ਜਿਨ੍ਹਾਂ ਨੇ ਆਪਣੇ ਵੱਡਮੁੱਲਾ ਸਮਾਂ ਕੱਢ ਕੇ ਬੱਚਿਆਂ ਨਾਲ ਕੈਰੀਅਰ ਗਾਈਡੈਂਸ ਦਾ ਰਾਹ ਦਿਖਾਇਆ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ, ਬਹੁਤ ਚੰਗਾ ਲੱਗਿਆ ਇੱਥੇ ਮੈਂ ਆਇਆ, ਤੁਹਾਡੇ ਸਭ ਨਾਲ ਇੰਟਰੈਕਸ਼ਨ ਦਾ ਮੌਕਾ ਮਿਲਿਆ, ਤੇ ਤੁਸੀਂ ਸਵਾਲ ਵੀ ਪੁੱਛੇ। ਆਈ ਹੋਪ ਕਿ ਤੁਹਾਨੂੰ ਨਾਲ ਮੇਰੇ ਜਵਾਬਾਂ ਨਾਲ ਕੁਝ ਫਾਇਦਾ ਹੋਏ, ਤੇ ਤੁਸੀਂ ਈਮੇਲ ਮੈਨੂੰ ਕਰੋ ਪਲੀਜ਼, ਤੇ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਆਨਸਰ ਮੋਰ ਕੁਐਸਚਨਸ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ।